ਸਤਿ ਸ਼੍ਰੀ ਅਕਾਲ ਸਰੋਤਿਓ। ਫੇਸਬੁੱਕ ਤੇ ਅੱਜ ਸਾਡਾ ਇਹੋ ਸੈਸ਼ਨ ਨੰਬਰ 44 ਅਸੀਂ ਜਿਹੜਾ ਲੈ ਕੇ ਆਏ ਹਾਂ ਤੁਹਾਡੇ ਸੇਵਾ ਦੇ ਵਿੱਚ। ਤੇ ਅਸੀਂ ਇਹੋ ਕਿਸਾਨ ਅੰਦੋਲਨ ਦੇ ਉੱਤੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਅੱਜ ਤੋਂ 1 ਮਹੀਨਾ ਪਹਿਲਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਕਿਸਾਨੀ ਦੇ ਨਾਲ ਰਿਲੇਟਡ ਮੁੱਦੇ ਨੇ, ਜਿਹੜਾ ਅੰਦੋਲਨ ਆ, ਉਸ ਦੀ ਆਪਾਂ ਗੱਲਬਾਤ ਕਰ ਸਕੀਏ। ਤੇ ਸਭ ਤੋਂ ਪਹਿਲੇ ਸੈਸ਼ਨ ਤੋਂ ਲੈ ਕੇ ਅਸੀਂ ਤਕਰੀਬਨ 44 ਸੈਸ਼ਨ, ਅੱਜ 44ਵਾਂ ਸੈਸ਼ਨ ਆ ਸਾਡਾ ਇਸ ਪ੍ਰੋਗਰਾਮ ਦੇ ਵਿੱਚ। ਤੇ ਸਾਡਾ ਇਹੀ ਮਕਸਦ ਆ ਕਿ ਜਿਹੜੇ ਸਾਡੇ NRI ਵੀਰ ਜਾਂ ਇਸ ਪਲੇਟਫਾਰਮ ਦੇ ਥਰੂ ਜੋ ਇੰਡੀਆ ਤੋਂ ਵੀ ਸਾਡੇ ਨਾਲ ਜੁੜ ਸਕਦੇ ਆ, ਤੇ ਆਪਾਂ ਆਪਸ ਵਿੱਚ ਕਿਸਾਨੀ ਅੰਦੋਲਨ ਤੇ ਹੋ ਰਹੇ ਜੋ ਫਾਇਦੇ ਆ ਜਾਂ ਨੁਕਸਾਨ ਆ ਜਾਂ ਕੋਈ ਹੋਰ ਚੀਜ਼ਾਂ ਜੋ ਹੋ ਰਹੀਆਂ ਸਾਈਡ ਦੇ ਉੱਤੇ, ਉਹਨਾਂ 'ਤੇ ਕੋਈ ਗੱਲਬਾਤ ਕਰ ਸਕੀਏ ਔਰ ਅਪਡੇਟ ਦੇ ਸਕੀਏ। ਮੇਰਾ ਨਾਮ ਅਮਰਜੀਤ, ਮੈਂ ਸਕਰਾਮੈਂਟੋ ਤੋਂ ਤੁਹਾਡਾ ਹੋਸਟ। ਅੱਜ ਇਸ ਪ੍ਰੋਗਰਾਮ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਨੇ ਧਾਲੀਵਾਲ ਸਾਹਿਬ ਅੰਮ੍ਰਿਤਸਰ ਤੋਂ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ? ਧੰਨਵਾਦ ਤੁਹਾਡਾ ਅਮਰਜੀਤ ਜੀ, ਤੁਸੀਂ ਟਾਈਮ ਲਿਆ ਆਪਣੇ ਚੈਨਲ 'ਤੇ ਸਾਨੂੰ ਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਧਾਲੀਵਾਲ ਸਾਹਿਬ ਤੁਹਾਡਾ ਵੀ, ਤੁਸੀਂ ਅੱਜ ਚੈਨਲ ਸਾਡੇ 'ਤੇ ਆਏ, ਸਾਨੂੰ ਵੀ ਬਹੁਤ ਮਾਣ ਬਖਸ਼ਿਆ, ਥੈਂਕ ਯੂ ਤੁਹਾਡਾ। ਅਤੇ ਦੂਸਰੇ ਸਾਡੇ ਨੇ ਇੰਡੀਆ ਤੋਂ ਹੀ ਹਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਫੇਸਬੁੱਕ ਚਰਚਾ ਦੇ ਸਾਰੇ ਸਰੋਤਿਆਂ ਨੂੰ ਤੇ ਹੋਸਟਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਨਾਲ ਸਾਡੇ ਨੇ ਟੈਕਨੀਕਲ ਤੌਰ ਤੇ ਸਾਨੂੰ ਜੋ ਸਟਾਰਟਿੰਗ ਤੋਂ ਹੀ ਪਹਿਲੇ ਦਿਨ ਤੋਂ ਹੀ ਹੈਲਪ ਕਰ ਰਹੇ ਨੇ ਸਾਡੀ ਇਸ ਪ੍ਰੋਗਰਾਮ ਦੇ ਵਿੱਚ, ਬਲਜਿੰਦਰ ਰੂਪੀ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰੋਤਿਓ, ਤੁਸੀਂ ਸਾਡਾ ਬਹੁਤ ਮਾਣ ਰੱਖਦੇ ਆ, ਬੜਾ ਸਾਨੂੰ ਇੱਜ਼ਤ ਦਿੱਤੀ ਆ, ਕਮੈਂਟ ਕਰਕੇ, ਸਾਨੂੰ ਟੈਕਸਟ ਮੈਸੇਜ ਕਰਕੇ ਸਾਡੀਆਂ ਗਲਤੀਆਂ ਵੀ ਦੱਸੀਆਂ। ਅਸੀਂ ਉਸ ਗਲਤੀਆਂ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ ਆ। ਜਿੰਨਾ ਤੁਸੀਂ ਪ੍ਰੇਮ ਪਿਆਰ ਦੇ ਰਹੇ ਆ ਔਰ ਸਾਨੂੰ ਦੱਸ ਰਹੇ ਆ ਆਹ ਕਰਨਾ ਚਾਹੀਦਾ, ਇੱਥੋਂ ਆਹ ਸਟੈਪ ਆਹ ਕਰਨਾ ਚਾਹੀਦਾ, ਉਹਦੇ ਲਈ ਤੁਹਾਡਾ ਧੰਨਵਾਦ। ਅਤੇ ਅੱਜ ਸਿਰਫ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰਿਓ। ਅਤੇ ਸਾਡਾ ਜਿਹੜਾ YouTube ਚੈਨਲ ਆ, ਉਹ 'ਤੇ ਸਾਡੀਆਂ ਜਿਹੜੀਆਂ 43 ਸੈਸ਼ਨ ਹੋ ਚੁੱਕੇ ਆ, ਤੁਸੀਂ ਉਹ ਜਾ ਕੇ ਦੇਖ ਵੀ ਸਕਦੇ ਆ, ਅਤੇ ਉਹਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਆ। ਅਤੇ YouTube ਚੈਨਲ ਦਾ ਨਾਂ ਫੇਸਬੁੱਕ ਚਰਚਾ 'ਤੇ ਨਾਂ 'ਤੇ ਹੀ ਰੱਖਿਆ ਗਿਆ, ਤੁਸੀਂ ਸਰਚ ਕਰ ਸਕਦੇ ਆ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਇਹ ਕਿਸਾਨੀ ਅੰਦੋਲਨ 'ਤੇ ਹੀ ਆ। ਤੁਹਾਨੂੰ ਪਤਾ ਹੈ ਕਿ ਅੱਜ ਕਾਫੀ ਟਾਈਮ ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ, ਹੁਣ ਕੋਈ 45 ਡੇਜ਼ ਤੋਂ ਲੈ ਕੇ 47 ਡੇਜ਼ ਜਿਹੜੇ ਹੋ ਚੁੱਕੇ ਆ ਆਪਣੇ ਕਿਸਾਨੀ ਅੰਦੋਲਨ ਨੂੰ। ਅਤੇ ਦਿੱਲੀ ਦੀ ਸਰਹੱਦ 'ਤੇ ਬੈਠੇ ਆ, ਉੱਥੇ ਠੰਡ ਆ, ਮੀਂਹ ਪੈ ਰਿਹਾ, ਪਰ ਉਹਨਾਂ ਦੇ ਹੌਸਲੇ ਜਿਹੜੇ ਆ ਸਿਰਫ ਬਹੁਤ ਬੁਲੰਦ ਨੇ। 70 ਤੱਕ ਡੈਥ ਹੋ ਚੁੱਕੀਆਂ ਜਿਹੜੀਆਂ ਕਿ ਸ਼ਹੀਦ ਹੋਏ ਨੇ ਸਾਡੇ ਕਿਸਾਨ ਤੇ ਇਸ ਅੰਦੋਲਨ ਦੇ ਲਈ, ਅਤੇ ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਔਰ ਉਹਨਾਂ ਨੂੰ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੇ, ਕਿਉਂਕਿ ਉਹਨਾਂ ਨੇ ਇੱਕ ਚੰਗੇ ਕਾਜ ਦੇ ਲਈ ਆਪਣੇ ਆਪ ਨੂੰ ਇਸ ਦੁਨੀਆ ਦੇ ਵਿੱਚ ਜੋ ਜਾਣਾ ਕਬੂਲ ਕੀਤਾ। ਅਤੇ ਆਪਾਂ ਇਸ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਸਭ ਤੋਂ ਪਹਿਲਾਂ ਮੈਂ ਧਾਲੀਵਾਲ ਸਾਹਿਬ ਨੂੰ ਥੋੜ੍ਹਾ ਜਿਹਾ, ਧਾਲੀਵਾਲ ਸਾਹਿਬ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਦੇਖੋ ਆਪਣਾ ਮੋਦੀ ਮੀਡੀਆ ਜਾਂ ਮੋਦੀ ਸਰਕਾਰ ਆਪਾਂ ਕਹਿ ਲਈਏ ਵੀ ਇਸ ਵਕਤ ਬਿਲਕੁਲ ਗੋਡਿਆਂ 'ਤੇ ਆ ਚੁੱਕੀ ਆ। ਕੋਈ ਹੁਣ ਇਹਨਾਂ ਦੇ ਕੋਲ ਕੋਈ ਹੋਰ ਤਰੀਕਾ ਨਹੀਂ ਬਚਿਆ ਹੈਗਾ ਵੀ ਇਹ ਕੁਛ ਕਰ ਸਕਣ। ਚਾਲਾਂ ਇਹਨਾਂ ਨੇ ਬਹੁਤ ਖੇਡੀਆਂ, ਪਰ ਇਹਨਾਂ ਦੇ ਚਾਲਾਂ ਦੇ ਵਿੱਚ ਕੋਈ ਵੀ ਕਾਮਯਾਬੀ ਨਹੀਂ ਮਿਲੀ। ਇਹ ਪਰਮਾਤਮਾ ਦੀ ਕਿਰਪਾ ਸੀ ਅਤੇ ਡਿਸਿਪਲਿਨ ਸੀ ਸਾਡੇ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਸੀਗੇ, ਜਿਹੜੇ ਉੱਥੇ ਨੌਜਵਾਨ ਗਏ ਸੀਗੇ। ਪਰ ਉਹਨਾਂ ਨੇ ਹੁਣ ਇੱਕ ਹੋਰ ਤਰੀਕਾ ਵਰਤਿਆ, ਅਦਾਲਤ ਦੇ ਵਿੱਚ ਉਹਨਾਂ ਨੇ ਲਿਜਾ ਕਮੇਟੀ ਬਣਾਈ ਆ। ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਧਾਲੀਵਾਲ ਸਾਹਿਬ? ਨਹੀਂ, ਮੈਂ ਗੱਲ ਇਹ ਹੈ ਕਿ ਅਮਰਜੀਤ ਭਾਜੀ, ਤੁਸੀਂ ਮਤਲਬ ਜਿਹੜਾ ਫੇਸਬੁੱਕ 'ਤੇ ਪ੍ਰੋਗਰਾਮ ਕਰਦੇ ਬਹੁਤ ਵਧੀਆ ਆ। ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਤਲਬ ਕੇਸ ਕੀਤਾ ਗੌਰਮੈਂਟ ਨੇ, ਇਹਦੇ ਵਿੱਚ ਇੱਕ ਤਾਂ ਮਤਲਬ ਆਪਾਂ ਨੂੰ ਸਮਝਣ ਦੀ ਲੋੜ ਆ, ਸਭ ਨੂੰ ਸਮਝਣ ਦੀ ਲੋੜ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਦਾ ਅੰਦੋਲਨ ਹੈ, ਅਤੇ ਕਿਸਾਨ ਸੁਪਰੀਮ ਕੋਰਟ ਦੇ ਵਿੱਚ ਕੋਈ ਧਿਰ ਨਹੀਂ ਸੀਗੇ, ਨਾ ਉਹ ਸੁਪਰੀਮ ਕੋਰਟ 'ਚ ਗਏ ਆ। ਸਰਕਾਰ ਹੀ ਗਈ ਆ, ਸਰਕਾਰ ਨੇ ਆਪਣੇ ਵਕੀਲ ਭੇਜੇ, ਸਰਕਾਰ ਨੇ ਆਪਣੇ ਬੰਦੇ ਭੇਜ ਕੇ ਆਪਣੀ ਮਰਜ਼ੀ ਦੇ ਉੱਤੇ 4 ਮੈਂਬਰੀ ਉਹ ਕਮੇਟੀ ਬਣਾਤੀ। ਮਤਲਬ ਐਕਚੁਅਲੀ ਕੀ ਆ ਕਿ ਮੋਦੀ ਸਰਕਾਰ ਦੀ ਇਹ ਕੋਸ਼ਿਸ਼, ਉਹਨਾਂ ਦਾ ਮੈਨੂੰ ਲੱਗਦਾ ਕਿ ਆਖਰੀ ਹੀਲਾ ਸੀਗਾ ਕਿ ਉਹਨਾਂ ਨੇ ਮਤਲਬ ਜਿਹੜਾ ਸੁਪਰੀਮ ਕੋਰਟ ਦੇ ਥਰੂ ਜਿਹੜਾ ਉਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਟ ਇੱਕ ਗੱਲ ਜਿਹੜੀ ਮੈਨੂੰ ਲੱਗਾ ਕਿ ਇਹ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਮਤਲਬ ਮੋਦੀ ਦੀ ਸਰਕਾਰ ਦੇ ਮੂੰਹ ਦੇ ਉੱਤੇ ਚਪੇੜਾਂ, ਕਰਾਰੀਆਂ ਚਪੇੜਾਂ ਮਾਰੀਆਂ, ਜਿਹੜਾ
ਉਹ ਘੱਟੋ ਘੱਟ ਉਹਨੇ ਸੁਪਰੀਮ ਕੋਰਟ ਨੂੰ ਇਹ ਤਾਂ ਕਹਿਣਾ ਪਿਆ, ਰੋਕ ਲਾਤੀ ਉਹਨਾਂ ਹਾਲ ਦੀ ਘੜੀ ਭਾਵੇਂ 10 ਦਿਨ ਲਈ ਲਾਈ, 20 ਦਿਨ ਲਈ ਲਾਈ, 30 ਦਿਨ ਲਈ ਲਾਈ, ਪਤਾ ਨਹੀਂ ਕਿੰਨੇ ਦਿਨ ਲਈ ਹੋਵੇ, ਬਟ ਇੱਕ ਜ਼ਬਰਦਸਤ ਝਟਕਾ ਜਿਹੜਾ ਉਹ ਸੈਂਟਰ ਗੌਰਮੈਂਟ ਨੂੰ ਜਿਹੜਾ ਦਿੱਤਾ। ਸੋ ਮੈਂ ਸਮਝਦਾ ਕਿ ਸੁਪਰੀਮ ਕੋਰਟ ਦੇ ਸਰਕਾਰ ਦਾ ਜਾਣਾ ਨੈਤਿਕਲੀ ਹਾਰ ਹੋਈ ਉਹਦੀ। ਸੁਪਰੀਮ ਕੋਰਟ ਨੇ ਵੀ ਉਹਨੂੰ ਮਤਲਬ ਕੀਤਾ, ਤੇ ਸੁਪਰੀਮ ਕੋਰਟ ਦਾ ਰਸਤਾ ਅਖਤਿਆਰ ਕਰਨਾ ਵੀ ਉਹਦੀ ਨੈਤਿਕਤਾ ਦੀ ਬਹੁਤ ਹਾਰ ਹੈ, ਕਿਉਂਕਿ ਜਦੋਂ ਟੇਬਲ ਟਾਕ ਚੱਲ ਰਹੀ ਹੈ, ਅੰਦੋਲਨਕਾਰੀ ਇੱਕ ਪਾਸੇ ਕਿਸਾਨ ਨੇ, ਦੂਜੇ ਪਾਸੇ ਸਰਕਾਰ ਹੈ, ਜਿੰਨੇ ਸਰਕਾਰ ਨੇ ਪਾਰਲੀਮੈਂਟ ਨੇ ਇਹ ਬਿੱਲ ਬਣਾਏ ਆ, ਤੇ ਦੋ ਧਿਰਾਂ ਦੇ ਵਿੱਚ ਹੀ ਇਹ ਗੱਲ ਜਿਹੜੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤਾਂ ਸੁਪਰੀਮ ਕੋਰਟਾਂ ਨੂੰ ਵਿੱਚ ਤਾਂ ਲਿਆਂਦਾ ਜਾਂਦਾ ਜੇ ਸੁਪਰੀਮ ਕੋਰਟ ਨੇ ਪਹਿਲਾਂ ਕੋਈ ਰੋਲ ਅਦਾ ਕੀਤਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਬੜਾ ਮਤਲਬ ਹੋਸ਼ਿਆਰ ਹਥਿਆਰਾਂ 'ਤੇ ਆਈ ਹੈ, ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀ, ਮੀਡੀਆ 'ਚ ਬੜਾ ਸਾਡੇ ਖਿਲਾਫ, ਕਿਸਾਨਾਂ ਦੇ ਖਿਲਾਫ ਪ੍ਰਚਾਰ ਕੀਤਾ ਗਿਆ, ਊਚ ਪਲਾਂਗ ਬਹੁਤ ਬੋਲਿਆ ਗਿਆ, ਉਹਦੇ ਮੰਤਰੀ ਕਈਆਂ ਨੇ, MPs ਨੇ ਕਿਸਾਨਾਂ ਦੇ ਵਿਰੁੱਧ ਬੜੇ ਘਟੀਆ ਬਿਆਨਬਾਜ਼ੀ ਕੀਤੀ, ਕਦੀ ਖਾਲਿਸਤਾਨੀ ਕਿਹਾ, ਕਦੀ ਉਹ ISI ਦੇ ਏਜੰਟ ਕਿਹਾ, ਕਦੀ ਉਹ ਜੀ ਇਹਨਾਂ ਨੂੰ ਫੰਡਿੰਗ ਹੋ ਰਹੀ ਹੈ ਪਾਕਿਸਤਾਨ ਤੋਂ, ਕਦੀ ਚੀਨ ਤੋਂ, ਕਦੀ NRI ਤੋਂ, ਕਈ ਥਾਵਾਂ ਤੋਂ, ਮਤਲਬ ਕਈ ਢੰਗਾਂ ਨਾਲ ਮਤਲਬ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਟ ਜਥੇਬੰਦੀਆਂ ਦਾ ਏਕਾ, ਕਿਸਾਨਾਂ ਦੀ ਸੂਝ-ਬੂਝ ਜਿਹੜੀ ਆ, ਉਹਨੇ ਸਾਰੇ ਹੀ ਹੱਥ ਕੰਡੇ ਸਰਕਾਰ ਦੇ ਫੇਲ ਕੀਤੇ ਹੁਣ ਤੱਕ। ਔਰ ਮੋਦੀ ਮੀਡੀਆ ਦਾ ਤੇ ਬਹੁਤ ਜਲੂਸ ਨਿਕਲਿਆ ਇਹਦੇ ਵਿੱਚ ਕਿ ਮੋਦੀ ਮੀਡੀਆ ਕਿੰਨਾ ਝੂਠ ਬੋਲਦਾ ਹੈ, ਕਿੰਨਾ ਮਤਲਬ ਜਿਹੜਾ ਉਹ ਕਿੰਨਾ ਝੂਠ ਵੀ ਬੋਲਦਾ, ਤੇ ਕਿੰਨਾ ਲੋਕਾਂ ਨੂੰ ਗੁੰਮਰਾਹ ਕਰਦਾ, ਤੇ ਸੱਚਾਈ ਤੋਂ ਕਿੰਨਾ ਦੂਰ ਹੈ ਮੀਡੀਆ। ਇਸ ਕਰਕੇ ਇੱਕ ਗੱਲ ਤੇ ਹੋਈ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਸ਼ਾਇਦ ਸਾਡਾ ਪੱਖ ਦੁਨੀਆ ਦੇ ਸਾਹਮਣੇ ਇੰਨੇ ਅੱਛੀ ਢੰਗ ਨਾਲ ਨਾ ਜਾਂਦਾ ਜਿੰਨਾ ਮਤਲਬ ਅੱਜ ਆ। ਸੋਸ਼ਲ ਮੀਡੀਆ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਤੁਸੀਂ ਵੀ ਫੇਸਬੁੱਕ ਦੇ ਉੱਤੇ ਆਪਣਾ ਚੈਨਲ ਬਣਾਇਆ। ਸੋ ਮੈਂ ਸਮਝਦਾ ਕਿ ਕੋਈ ਬਹੁਤ ਵੱਡੀ ਪ੍ਰਾਪਤੀ ਸਾਨੂੰ ਉਹਦੇ 'ਚ ਨਹੀਂ ਮਿਲਣ ਵਾਲੀ। ਕਿਸਾਨਾਂ ਨੂੰ ਜਿਹੜੀ ਥਰੂ ਸੁਪਰੀਮ ਕੋਰਟ ਦੇ ਸਾਨੂੰ ਜਿਹੜੀ ਪ੍ਰਾਪਤੀ ਮਿਲਣੀ ਆ ਉਹ ਜਦੋਜਹਿਦ ਨਾਲ ਮਿਲਣੀ ਆ। ਜਿਸ ਜਦੋਜਹਿਦ ਨਾਲ, ਜਿਸ ਮੋਰਚਾਬੰਦੀ ਨਾਲ ਆਪਾਂ ਉੱਥੇ ਬੈਠੇ ਆ, ਉਹਦੇ ਥਰੂ ਹੀ ਮਤਲਬ ਜਿਹੜਾ ਸਰਕਾਰ ਨੂੰ ਝੁਕਣਾ ਪੈਣਾ। ਇੱਕ ਨਾ ਇੱਕ ਦਿਨ ਮੋਦੀ ਨੂੰ ਮਤਲਬ ਜਿਹੜਾ ਸਿਲੰਡਰ ਕਰਨਾ ਹੀ ਪਊਗਾ। ਉਹਦਾ ਗਲਤ ਇਹ ਫੈਸਲਾ, ਉਹਨੂੰ ਆਪਣੇ ਗਲਤ ਫੈਸਲੇ ਵਾਪਸ ਲੈਣੇ ਪੈਣਗੇ, ਕਾਨੂੰਨ ਰੱਦ ਕਰਨੇ ਪੈਣਗੇ। ਔਰ ਮੈਂ ਇਸ ਗੱਲ ਦੇ ਨਾਲ ਬਹੁਤ, ਅੱਜ ਮਾਘੀ ਦਾ ਦਿਨ ਹੈ, ਸੰਗਰਾਂਦ ਹੈ। ਅੱਜ ਦੇ ਦਿਨ ਮਤਲਬ ਮੈਨੂੰ ਲੱਗਦਾ, ਮੈਂ ਸਵੇਰੇ ਅਰਦਾਸ ਵੀ ਕੀਤੀ ਆ ਪਰਮਾਤਮਾ ਦੇ ਅੱਗੇ, ਵਾਕ ਸੁਣਦਾ ਸੀ ਮੈਂ ਦਰਬਾਰ ਸਾਹਿਬ ਤੋਂ, ਤੇ ਮੈਂ ਮਤਲਬ ਇਹ ਅਰਦਾਸ ਵੀ ਕੀਤੀ ਹੈ ਕਿ ਪਰਮਾਤਮਾ ਜਿਹੜਾ ਹਿੰਦੁਸਤਾਨ ਦੇ ਕਿਸਾਨਾਂ ਦੀ ਜਿੱਤ ਪ੍ਰਾਪਤੀ ਕਰੇ, ਜਿਹਨੇ ਜਿਸ ਅੰਦੋਲਨ ਦੀ ਅਗਵਾਈ ਪੰਜਾਬ ਦਾ ਕਿਸਾਨ ਕਰ ਰਿਹਾ, ਭਾਵੇਂ ਅੰਦੋਲਨ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ, ਪਰ ਉਹਦੀ ਅਗਵਾਈ ਜਿਹੜੀ ਆ ਉਹ ਪੰਜਾਬੀਆਂ ਦੇ ਹੱਥ 'ਚ ਆ, ਪੰਜਾਬ ਦੇ ਕਿਸਾਨ ਦੇ ਹੱਥ 'ਚ ਆ, ਸਿੱਖਾਂ ਦੇ ਹੱਥ 'ਚ ਆ। ਇਸ ਕਰਕੇ ਮਤਲਬ ਮੈਨੂੰ ਲੱਗਦਾ ਕਿ ਜਿੱਤ ਹੁਣ ਬਹੁਤੀ ਦੂਰ ਰਹੇਗੀ। ਅਸੀਂ ਜਿੱਤ ਦੇ ਨੇੜੇ ਤੇੜੇ ਖੜੇ ਆ। ਜਿੰਨਾ ਮਰਜ਼ੀ ਮੋਦੀ ਜੋ ਮਰਜ਼ੀ ਢੰਗ ਤਰੀਕੇ ਬਣਾ ਲਏ, ਪਰ ਇੱਕ ਨਾ ਇੱਕ ਦਿਨ ਜਿਹੜਾ ਉਹਨੂੰ ਲੋਕਾਂ ਦੇ ਅੱਗੇ, ਕਿਸਾਨਾਂ ਦੇ ਅੱਗੇ ਝੁਕਣਾ ਪਊਗਾ ਤੇ ਬਿੱਲ ਜਿਹੜੇ ਆ ਉਹ ਰੱਦ ਕਰਨੇ ਪੈਣਗੇ। ਬਿਲਕੁਲ ਧਾਲੀਵਾਲ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਜਿੱਦਾਂ ਤੁਸੀਂ ਅਰਦਾਸ ਦੀ ਗੱਲ ਕੀਤੀ ਨਾ, ਅੱਜ ਸੰਗਰਾਂਦ ਸੀਗੀ, ਅਰਦਾਸ ਆ, ਤੇ ਤੁਸੀਂ ਤਾਂ ਕੀਤੀ ਆ। ਮੈਨੂੰ ਲੱਗਦਾ ਪੂਰੇ ਵਰਲਡ ਦੇ ਪੰਜਾਬੀ ਜਦੋਂ ਵੀ ਉੱਠਦੇ ਆ, ਰਾਤ ਨੂੰ ਸੌਂਦੇ ਆ, ਹਰ ਵੇਲੇ ਇਸੀ ਉਹਨਾਂ ਦਾ ਧਿਆਨ ਫੇਸਬੁੱਕ ਤੇ ਔਰ ਇਹ ਅਰਦਾਸ ਕਰਦੇ ਆ, ਪਰਮਾਤਮਾ ਜਿਹੜੇ ਸਾਡੇ ਅੱਜ ਵੀਰ ਬਾਰਡਰ ਤੇ ਠੰਡ ਦੇ ਵਿੱਚ ਤੇ ਮੀਂਹ ਦੇ ਵਿੱਚ ਬੈਠੇ ਆ, ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਹ ਜੋ ਬਿੱਲਿਆਂ ਨੂੰ ਰੱਦ ਕਰਾ ਕੇ ਤੇ ਉਹਨਾਂ ਨੂੰ ਆਪਣੇ ਆਪਣੇ ਘਰ ਭੇਜੇ। ਤੇ ਅਸੀਂ ਵੀ ਸਾਰੇ ਜਣੇ ਇਹੀ ਅਰਦਾਸ ਕਰਦੇ ਹਾਂ ਧਾਲੀਵਾਲ ਸਾਹਿਬ, ਤੇ ਸਾਡੇ ਦਿਲੋਂ ਵੀ ਇਹ ਅਰਦਾਸ ਨਿਕਲਦੀ। ਬਹੁਤ ਜਦੋਂ ਦੀ ਇਹ ਜਦੋਜਹਿਦ ਸ਼ੁਰੂ ਹੋਈ ਆ ਸਰ, 5 ਜੂਨ ਦੇ ਇਹ ਬਿੱਲ ਜਿਹੜੇ ਆਰਡੀਨੈਂਸ ਜਾਰੀ ਹੋਇਆ ਸੀ 5 ਜੂਨ ਨੂੰ, ਜਦੋਂ ਕਰੋਨਾ ਪੂਰੀ ਚੜ੍ਹ ਤੇ ਸੀਗਾ, ਕਰੋਨਾ ਦੀ ਪੂਰੀ ਚੜ੍ਹ ਸੀਗੀ, ਤੇ ਉਦੋਂ ਤੋਂ ਲੈ ਕੇ ਅਸੀਂ 10 ਜੂਨ ਤੋਂ ਲੈ ਕੇ ਮਤਲਬ ਆਮ ਆਦਮੀ ਪਾਰਟੀ ਨੇ, ਕਰੋਨਾ ਵੀ ਸੀਗਾ, ਗਰਮੀ ਵੀ ਸੀਗੀ, ਬਾਅਦ 'ਚ ਕਿਸਾਨ ਵੀ ਸਾਰੇ ਰੇਲਵੇ ਲਾਈਨਾਂ 'ਤੇ ਬੈਠੇ ਗਰਮੀ 'ਚ, ਉੱਥੇ ਸੁੱਤੇ, ਮੱਛਰ, ਗੰਦੀਆਂ ਹਵਾਵਾਂ, ਮੀਂਹ, ਬਰਸਾਤ, ਹੁਣ ਕੜਾਕੇ ਦੀ ਠੰਡ ਹੈ। ਇਸ ਵੇਲੇ ਜ਼ਬਰਦਸਤ ਠੰਡ ਪੈ ਰਹੀ ਹੈ ਹਲੇ ਇੰਡੀਆ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ, ਖਾਸ ਕਰਕੇ ਆ ਜਿਹੜੇ ਆਪਣਾ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਵਾਲਾ ਤੇ ਉੱਤਰਾਖੰਡ ਵਾਲਾ ਏਰੀਆ, ਬਹੁਤ ਜ਼ਬਰਦਸਤ ਠੰਡ ਪੈ ਰਹੀ ਹੈ। ਇੰਨੇ ਬਦਲਵੇਂ ਮੌਸਮਾਂ ਦੇ ਵਿੱਚ, ਕੜਾਕੇ ਦੀਆਂ ਧੁੱਪਾਂ ਦੇ ਵਿੱਚ, ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਡਟ ਕੇ ਬੈਠਾ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ, ਤੇ ਜਿੱਤ ਪਰਮਾਤਮਾ ਨੇ ਲਾਜ਼ਮੀ ਕਰਨੀ ਆ। ਸਾਡਾ ਵਿਸ਼ਵਾਸ ਹੈ
ਅਸੀਂ ਜਿਸ ਦ੍ਰਿੜ ਇਰਾਦੇ ਨਾਲ ਬੈਠੇ ਹਾਂ, ਸਾਡੇ ਇਰਾਦਿਆਂ ਨੂੰ ਮੋਦੀ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਤੋੜ ਨਹੀਂ ਸਕਦੀ, ਸਾਡੇ ਇਰਾਦੇ ਕਮਜ਼ੋਰ ਨਹੀਂ ਕਰ ਸਕਦੀ। ਅਸੀਂ ਜਿੱਤ ਕੇ ਨਿਕਲਾਂਗੇ। ਔਰ ਜਿੱਦਾਂ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਨੇ, ਸਿੱਖਾਂ ਨੇ, ਭਾਰਤੀਆਂ ਨੇ ਮਤਲਬ ਜਿਹੜਾ ਇਸ ਅੰਦੋਲਨ ਦੀ ਬਾਂਹ ਫੜੀ ਆ, ਉਹ ਵੀ ਲਾਜਵਾਬ ਹੈ। ਸਭ ਦਾ ਥੈਂਕਸ ਕਰਨਾ ਬਣਦਾ। ਜਿੱਦਾਂ ਤੁਸੀਂ ਢਾਲ ਬਣੇ, ਜਿੱਦਾਂ ਤੁਸੀਂ ਮਦਦ ਕੀਤੀ ਇਹਨਾਂ ਦੀਆਂ ਨੇ, ਜਿੱਦਾਂ ਤੁਸੀਂ ਲੰਗਰ ਲਵਾਏ, ਜਿੱਦਾਂ ਤੁਸੀਂ ਦਵਾਈਆਂ ਭੇਜੀਆਂ, ਤਰਪਾਲਾਂ ਭੇਜੀਆਂ, ਉੱਥੇ ਤੁਸੀਂ ਕੰਬਲ ਭੇਜੇ, ਜਰਾਬਾਂ ਭੇਜੀਆਂ। ਮੈਂ ਕਹਿੰਦਾ ਕਿ ਜਿੰਨਾ ਤੁਸੀਂ ਸਹਿਯੋਗ ਕੀਤਾ ਉਹ ਮੈਨੂੰ ਲੱਗਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਉਹ ਮੁੱਲ ਪਾਊਗਾ ਤੇ ਅਸੀਂ ਇੱਕ ਨਾ ਇੱਕ ਦਿਨ ਮਤਲਬ ਬਿਲਕੁਲ ਜਿੱਤ ਕੇ ਨਿਕਲਾਂਗੇ। ਔਰ ਇਹ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਉਹ ਬਦਲ ਜਾਊਗਾ, ਪੰਜਾਬ ਦਾ ਇਤਿਹਾਸ ਬਦਲ ਜਾਊਗਾ। ਇਹਦੇ ਤੋਂ ਬਾਅਦ, ਇਸ ਸੰਘਰਸ਼ ਤੋਂ ਬਾਅਦ ਹਿੰਦੁਸਤਾਨ ਦੇ ਹਾਕਮਾਂ ਨੂੰ ਇੱਕ ਅਕਲ ਆ ਜੂਗੀ ਕਿ ਕਿੱਦਾਂ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਤੇ ਲੋਕ ਫਿਰ ਜਦੋਂ ਉੱਠ ਪੈਂਦੇ ਆ ਉਹ ਕਿੱਦਾਂ ਸਰਕਾਰਾਂ ਨੂੰ ਨਕੇਲ ਪਾਉਂਦੇ ਆ। ਇਹ ਇੱਕ ਜਿਹੜਾ ਬਹੁਤ ਵੱਡਾ ਮੈਸੇਜ ਆਊਗਾ ਇਸ ਅੰਦੋਲਨ ਦਾ ਕਿ ਗੌਰਮੈਂਟਸ ਜਦੋਂ ਗਲਤ ਕੰਮ ਕਰਦੀਆਂ ਤਾਂ ਫਿਰ ਜਦੋਂ ਲੋਕ ਉੱਠਦੇ ਆ, ਲੋਕ ਜਦੋਂ ਏਕੇ ਨਾਲ ਉੱਠਦੇ ਆ, ਉਦੋਂ ਫਿਰ ਕਿੱਦਾਂ ਸਰਕਾਰਾਂ ਝੁਕਦੀਆਂ। ਇਹ ਇੱਕ ਬਹੁਤ ਵੱਡਾ ਮੈਸੇਜ। ਔਰ ਦੂਜਾ ਜਿਹੜਾ ਬੜਾ ਪਿਛਲੇ 4-5 ਸਾਲ ਤੋਂ ਤੁਹਾਡੇ ਵੀ ਇੱਥੇ ਸਾਨ ਫਰਾਂਸਿਸਕੋ, ਨਿਊਯਾਰਕ, ਕਈ ਥਾਵਾਂ ਤੇ ਮੋਦੀ ਆਇਆ, ਉਦੋਂ ਮੋਦੀ 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 ਪੂਰੇ ਵਰਲਡ 'ਚ ਕਰੀ ਜਾਂਦੇ ਸੀਗੇ। ਸਭ ਚੀਜ਼ਾਂ ਐਕਸਪੋਜ਼ ਹੋ ਗਈਆਂ ਕਿ ਇਹ RSS ਵਾਲੇ ਜਿਹੜੇ ਜੋ ਕੁਝ ਕਰ ਰਹੇ ਸੀਗੇ ਉਹ ਮੋਦੀ ਦਾ ਗ੍ਰਾਫ 0 ਤੇ ਆ ਗਿਆ। ਉਹਦੇ ਪੰਜਾਬ ਦੇ ਕਿਸਾਨਾਂ ਨੇ ਲਿਆਂਦਾ, ਪੰਜਾਬ ਦੀ ਧਰਤੀ ਨੇ ਲਿਆਂਦਾ। ਜਿਹੜਾ ਬੰਦਾ ਸਮਝਦਾ ਕਿ ਮੈਂ ਦੁਨੀਆ ਫਤਿਹ ਕਰ ਲੈਣੀ ਆ, ਉਹ 0 ਤੇ ਕਰਕੇ ਸੁੱਟਦਾ ਉਹਨੂੰ। ਇਸ ਕਰਕੇ ਕਿ ਬੰਦਾ ਹੀ ਅਨਪੜ੍ਹ ਸੀਗਾ, ਬੰਦਾ ਹੀ ਨਲਾਇਕ ਸੀਗਾ। ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਵੀ ਉਹ ਆਪਣੀਆਂ ਨਲਾਇਕੀਆਂ ਕਰ ਰਿਹਾ, ਹੰਕਾਰੀ ਆ। ਉਹਦਾ ਰਵੱਈਆ ਜਿਹੜਾ ਹਿਟਲਰ ਸ਼ਾਹੀ ਹੈ। ਅੱਜ ਵੀ ਕਿਸਾਨ ਉਹਦੇ ਦਰਾਂ ਤੇ ਬੈਠੇ ਆ, ਉਹ ਗੱਲ ਕਰਨ ਲਈ ਤਿਆਰ ਨਹੀਂ ਕਰੀ। ਐਵੇਂ ਆਪਣੇ ਮੰਤਰੀ ਭੇਜ ਦਿੰਦਾ ਉਹ ਤੁੰਬਰ ਦੇ ਨਾਂ, ਉਹਨਾਂ ਦੇ ਕੋਈ ਪੱਲੇ ਨਾ ਲੈਣਾ ਨਾ ਦੇਣਾ। ਪੋਲੀਟੀਕਲ ਪਾਵਰ ਇੰਡੀਆ ਦੇ ਵਿੱਚ ਜਿਹੜੀ ਆ ਜਾਂ ਮੋਦੀ ਕੋਲ ਜਾਂ ਅਮਿਤ ਸ਼ਾਹ ਕੋਲ। ਉਹ ਦੋਵੇਂ ਬੰਦੇ ਉਹਦਾ ਸਾਹਮਣਾ ਨਹੀਂ ਕਰ ਰਹੇ, ਉਹ ਟਾਈਮ ਪਾਸ ਕਰ ਰਹੇ। ਅਤੇ ਕਿਸਾਨਾਂ ਦਾ ਇਹ ਡਿਸੀਜਨ ਬਿਲਕੁਲ ਦੁਰਸਤ ਆ ਕਿ ਠੀਕ ਹੈ ਤੁਸੀਂ ਟਾਈਮ ਪਾਸ ਕਰੋ, ਅਸੀਂ ਗੱਲਬਾਤ ਤੋਂ ਨਹੀਂ ਭੱਜਦੇ, ਆਓ ਤੁਸੀਂ ਜਿਹਨੂੰ ਮਰਜ਼ੀ ਭੇਜੀ ਜਾਓ, ਕੋਈ ਚੱਕਰ ਨਹੀਂ ਗਾ। ਸੋ ਮੈਂ ਸਮਝਦਾ ਅਮਰਜੀਤ ਆਪਣੀ ਜਿੱਤ ਹੋਊਗੀ, ਆਪਣੀ ਸਭ ਕਿਸਾਨਾਂ ਦੀ ਵੀ ਜਿੱਤ ਹੋਊਗੀ, ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਦੀ ਵੀ ਬਹੁਤ ਵੱਡੀ ਇਹ ਜਿੱਤ ਹੋਣ ਵਾਲੀ ਆ। ਬਿਲਕੁਲ ਜੀ, ਬਿਲਕੁਲ ਧਾਲੀਵਾਲ ਸਾਹਿਬ, ਇਹ ਤਾਂ ਗੱਲ ਪੱਕੀ ਆ ਕਿ ਜਿੱਤ ਕੇ ਜਾਣਾ ਜੀ ਵਾਪਸ। ਤੇ ਆਪਾਂ ਮੁੜ ਕਰੀਏ ਆਰਡੀਨੈਂਸ ਵੱਲੋਂ। ਤੇ ਮੈਂ ਇੱਕ ਵਾਰੀ ਵੀਡੀਓ ਦੇਖੀ ਸੀਗੀ, ਜਦੋਂ ਮੈਨੂੰ ਬਹੁਤ ਮਾਣ ਹੋਇਆ ਜੀ ਉਹ ਵੀਡੀਓ ਦੇਖ ਕੇ ਕਿ ਇੱਕ ਆਪਣੇ ਜਿਹੜੇ ਕੇਜਰੀਵਾਲ ਸਾਹਿਬ ਨੇ ਜਦੋਂ ਤਿੰਨੇ ਹੀ ਉਹ ਜਿਹੜੇ ਆਰਡੀਨੈਂਸ ਸੀਗੇ, ਜਿਹੜੇ ਬਿੱਲ ਸੀਗੇ, ਇਹ ਪਾੜੇ ਸੀਗੇ ਸੰਸਦ ਦੇ ਵਿੱਚ, ਉੱਥੇ ਰਾਜ ਸਭਾ ਦੇ ਵਿੱਚ, ਤੋਂ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਵੀ ਇੱਕੋ ਹੀ CM ਸੀ ਤੇ ਜਿਹਨੇ ਇਹ ਪੂਰੇ ਭਾਰਤ ਵਿੱਚ ਇਹ ਕੀਤਾ ਕਿ ਇਹਨਾਂ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਤੇ ਕਿਸਾਨਾਂ ਨੂੰ ਖੁੱਲ੍ਹ ਕੇ ਸਪੋਰਟ ਕੀਤੀ। ਅਸੀਂ ਇੱਕ ਦਿਨ ਗੱਲ ਕਰਦੇ ਪਏ ਸੀਗੇ ਵੀਰ ਆਪਾਂ ਇੱਥੇ ਵਿੱਚ ਆਪਸ ਵਿੱਚ ਕਿ ਜੇ ਕਿਤੇ ਤੇ ਸ਼ੀਲਾ ਦੀਕਸ਼ਤ ਹੁੰਦੀ ਤਾਂ ਇਸ ਕਿਸਾਨੀ ਅੰਦੋਲਨ ਦਾ ਰੰਗ ਹੀ ਕੁਛ ਹੋਰ ਹੋਣਾ ਸੀ। ਕਿਉਂਕਿ ਜੇ ਉਹ 9 ਸਟੇਡੀਅਮ ਜਿਹੜੇ ਕਿ ਮੋਦੀ ਸਰਕਾਰ ਦੀ ਗੇਮ ਸੀਗੀ, ਜੇ ਉਹ ਕਾਮਯਾਬ ਹੋ ਜਾਂਦੀ ਤਾਂ ਇਹ ਖੇਰੂ ਹੋ ਜਾਣਾ ਸੀ ਕਿਸਾਨੀ ਅੰਦੋਲਨ। ਇਸ ਕਰਕੇ ਜੀ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਪਤਾ ਲੱਗਿਆ ਸਾਨੂੰ ਕਿ ਅੱਜ ਲੋਹੜੀ ਜਿਹੜੀ ਲੰਘੀ ਆ, ਇਸ ਲੋਹੜੀ ਦੇ ਮੌਕੇ ਤੇ ਵੀ ਇਹ ਬਿੱਲਾਂ ਨੂੰ ਪਾੜਿਆ ਗਿਆ। ਮੈਂ ਹਰਨੇਕ ਸਿੰਘ ਹੁਣਾਂ ਨੂੰ, ਭਾਜੀ ਹੁਣਾਂ ਨੂੰ, ਇਸ ਸ਼ੇਖੋ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਲੋਹੜੀ ਲੰਘੀ ਆ ਇਹਦੇ ਤੇ ਉੱਤੇ ਭਾਜੀ ਵੀ ਤੁਸੀਂ ਜਿਹੜਾ ਇੱਥੇ ਹੋਇਆ ਇੱਥੇ ਲੋਹੜੀ ਦੇ ਬਿੱਲ ਜਲਾਏ ਗਏ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਫੇਸਬੁੱਕ ਚਰਚਾ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਨੇ, ਅਮਰਜੀਤ ਭਾਜੀ, ਮੈਂ ਅੱਜ ਦਾ ਡਾਇਲੋਗ ਤੁਸੀਂ ਬਣਾਇਆ ਆਪ ਤੇ ਕਿਸਾਨ ਅੰਦੋਲਨ, ਵੀ ਅੱਜ ਦਾ ਡਾਇਲੋਗ ਦਿੱਤਾ ਤੁਸੀਂ ਆਮ ਆਦਮੀ ਪਾਰਟੀ ਤੇ ਕਿਸਾਨ ਅੰਦੋਲਨ। ਤੇ ਮੈਂ ਥੋੜੀ ਜਿਹੀ ਬੈਕਗਰਾਊਂਡ ਲੈ ਕੇ ਜਾਣੀ ਚਾਹੁੰਦਾ ਵੀ ਜਿਹੜੇ ਖੇਤੀ ਸੋਧ ਬਿੱਲ ਦਿੱਤੇ ਮੋਦੀ ਦੀ ਸਰਕਾਰ ਨੇ, ਕਿੱਥੋਂ ਇਹਦੀ ਸਟਾਰਟਿੰਗ ਕਰਦਾ ਕਿਵੇਂ ਇਹਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਤੇ ਹਰਿਆਣੇ ਨੂੰ। ਜੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ NRCI ਲੈ ਕੇ ਆਏ ਇਹ, ਲੋਕਾਂ ਨੇ ਇਹਦਾ ਵਿਰੋਧ ਕੀਤਾ ਪਰ ਸਰਕਾਰ ਨੇ ਕਿਹਾ ਤੁਸੀਂ ਦੇਖਦੇ ਜਾਓ, ਵੇਟ ਕਰੋ, ਇਹਦੇ ਬਹੁਤ ਫਾਇਦੇ ਹੋਣਗੇ। ਉਸ ਤੋਂ ਬਾਅਦ ਅਮਰਜੀਤ ਬਾਈ ਜੀ ਫਿਰ GSTI ਤੇ ਜਿਹੜੇ ਬਿਜ਼ਨਸਮੈਨ ਸੀਗੇ, ਕਾਰੋਬਾਰੀ ਸੀਗੇ, ਉਹਨਾਂ ਨੇ ਇਹਦਾ ਰੱਜ ਕੇ ਵਿਰੋਧ ਕੀਤਾ। ਉਹਨਾਂ ਨੂੰ ਵੀ ਇਹਨਾਂ ਸਰਕਾਰਾਂ ਨੇ ਰੋਕਿਆ ਤੇ ਕਿਹਾ ਤੁਸੀਂ ਵੇਟ ਕਰੋ, ਬਹੁਤ ਵਧੀਆ ਬਿੱਲ ਨੇ ਇਹ, ਬਹੁਤ ਫਾਇਦੇ 'ਚ ਹੋਣਗੇ।
ਫਿਰ ਉਦੋਂ ਗਾਹਾਂ ਜਾ ਕੇ 370 ਆਈ, ਜਦੋਂ ਜੰਮੂ ਕਸ਼ਮੀਰ ਦੇ ਲੋਕਾਂ ਨੇ ਇਹਦਾ ਰੱਜ ਕੇ ਵਿਰੋਧ ਕੀਤਾ, ਪਰ ਉਹਨਾਂ ਨੂੰ ਵੀ ਰੋਕਿਆ ਗਿਆ ਵੀ ਤੁਸੀਂ ਵੇਟ ਕਰੋ, ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਊਗਾ। ਉਹਨੂੰ ਅੱਗੇ ਕਰਦੇ ਕਰਦੇ ਲੋਕਾਂ ਨੂੰ ਝੁਕਾਉਂਦੇ, ਡਰਾਉਂਦੇ, ਧਮਕਾਉਂਦੇ ਇਹ ਮੋਦੀ ਸਰਕਾਰ ਨੇ ਫਿਰ ਕਿਸਾਨਾਂ ਤੇ ਧੱਕੇ ਨਾਲ ਕਿਸਾਨੀ ਖੇਤੀ ਕਿਸਾਨ ਸੋਧ ਬਿੱਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। 5 ਜੂਨ ਨੂੰ ਜਦੋਂ ਇਹ ਲੈ ਕੇ ਆਏ, ਭਿਆਨਕ ਕਰੋਨੇ ਦੀ ਬਿਮਾਰੀ ਸੀਗੀ ਤੇ ਡਰਾਇਆ ਧਮਕਾਇਆ ਗਿਆ, ਲੋਕਾਂ ਨੂੰ ਅੰਦਰ ਰੱਖਿਆ ਗਿਆ। ਉਸ ਤੋਂ ਬਾਅਦ 10 ਜੂਨ ਤੋਂ ਲੈ ਕੇ ਆਮ ਆਦਮੀ ਪਾਰਟੀ ਨੇ ਅਲੱਗ-ਅਲੱਗ ਡਾਇਲੋਗਸ ਦਿੱਤੇ। ਸਭ ਤੋਂ ਪਹਿਲਾਂ ਜੋ ਡਾਇਲੋਗਸ ਦਿੱਤਾ, ਗ੍ਰਾਮ ਸਭਾ ਬੁਲਾਓ, ਮਤਾ ਪਵਾਓ, ਪਿੰਡ ਬਚਾਓ। ਸਭ ਤੋਂ ਪਹਿਲਾਂ ਪਾਰਟੀ ਨੇ ਮੁੱਦਾ ਚੱਕਿਆ। ਅਸੀਂ ਵੀ ਸਾਰੇ ਪਿੰਡਾਂ 'ਚ ਜਾ ਕੇ ਜਿਹੜੀ ਗ੍ਰਾਮ ਪੰਚਾਇਤ ਸੀ ਉਹਨਾਂ ਨਾਲ ਰਾਬਤੇ ਕਾਇਮ ਕੀਤੇ ਤੇ ਅਸੀਂ ਜਿਵੇਂ ਵੀ ਇਕੱਠ ਕਰ ਸਕਦੇ ਸੀਗੇ ਕੋਸ਼ਿਸ਼ ਕੀਤੀ ਵੀ ਲੋਕਾਂ 'ਚ ਜਾ ਕੇ ਇਹ ਚੀਜ਼ ਪ੍ਰਤੀ ਜਾਗਰੂਕ ਕੀਤਾ। ਤੇ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨੀ ਚਾਹੁੰਦਾ ਵੀ ਮਤਲਬ ਆਪਾਂ ਨੂੰ ਇਹ ਹਜੇ ਵੀ ਗ੍ਰਾਮ ਸਭਾ ਬੁਲਾ ਕੇ ਜਿਹੜੇ ਕਿਸਾਨ ਆਪਣੇ ਪੰਚਾਇਤਾਂ ਨੇ ਮਤੇ ਨਹੀਂ ਪਾਏ ਉਹ ਫਿਰ ਵੀ ਪਾਏ ਜਾਣ, ਕਿਉਂਕਿ ਉਸ ਤੋਂ ਬਾਅਦ ਚੱਲਦੇ ਇਹ ਅੰਦੋਲਨ ਨਾਲ ਆਮ ਆਦਮੀ ਪਾਰਟੀ ਨੇ ਸਟਾਰਟਿੰਗ ਤੋਂ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਭ ਤੋਂ ਪਹਿਲਾਂ, ਜੇ ਆਪਾਂ ਭਾਰਤ 'ਚ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਕਣਕ ਤੇ ਜੀਰੀ ਦੇ ਭਾਅ ਦੇ ਮੁਤਾਬਕ ਉਹਨਾਂ ਨੇ ਪੇ ਕੀਤਾ, ਜਦ ਕਿ ਹੋਰ ਅਦਰ ਸਟੇਟਾਂ ਨੇ ਇਹ ਨਹੀਂ ਕੀਤਾ। ਦੇਖੋ ਤੁਸੀਂ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਹੀ ਆਮ ਲੋਕਾਂ ਦੇ ਇਕੱਠ ਦੇ ਵਿੱਚੋਂ, ਜਦੋਂ ਅੰਨਾ ਹਜ਼ਾਰੇ ਦਾ ਮਤਲਬ ਦਿੱਲੀ ਦੇ ਵਿੱਚ ਸੀਗਾ ਪ੍ਰੋਟੈਸਟ, ਉਹਦੇ ਵਿੱਚੋਂ ਨਿਕਲੇ ਹੋਏ ਆਮ ਲੋਕਾਂ ਦੇ ਵਿੱਚੋਂ ਇਹ ਲੋਕ ਨਿਕਲੇ ਹੋਏ ਨੇ, ਜਿਹਦੇ ਵਿੱਚ ਇੱਕ ਹੀਰਾ ਸਾਨੂੰ ਤਰਾਸਿਆ ਗਿਆ ਆਮ ਆਦਮੀ ਪਾਰਟੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ। ਜਦੋਂ ਉਹਨਾਂ ਨੂੰ ਇਹ ਧਨਾੜ ਜਿਹੜੇ ਮੌਕੇ ਦੀਆਂ ਸਰਕਾਰਾਂ ਨੇ ਲਤਾੜਿਆ ਤੇ ਕਿਹਾ ਬੜੀ ਮਤਲਬ ਵੀ ਜੇ ਤੁਹਾਡੇ 'ਚ ਦਮ ਹੈਗਾ ਤੁਸੀਂ ਵੋਟਾਂ ਲੈ ਕੇ ਸਾਡੇ ਬਰਾਬਰ ਆਓ, ਠੀਕ ਹੈ ਜੀ। ਉਹਨਾਂ ਨੇ ਫਿਰ ਉਦੋਂ ਹਜੇ ਅੰਨਾ ਜੀ ਕਹਿੰਦੇ ਸੀਗੇ ਵੀ ਆਪਾਂ ਇਹ ਕਿੱਚੜ 'ਚ ਨਹੀਂ ਜਾਣਾ, ਪਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਵੀ ਇਹ ਜੇ ਕਿੱਚੜ ਸਾਫ਼ ਕਰਨਾ ਤਾਂ ਆਪਾਂ ਨੂੰ ਕਿੱਚੜ ਦੇ ਵਿੱਚ ਵੜਨਾ ਹੀ ਪੈਣਾ। ਉਹਨਾਂ ਨੇ ਸਟਾਰਟਿੰਗ ਕੀਤੀ, ਉਹਨਾਂ ਦੇ ਕਿੰਨੇ ਇਮਤਿਹਾਨ ਹੋਏ, ਕਿਸੇ ਨੇ ਮੁੱਕੀਆਂ ਮਾਰੀਆਂ, ਕਿਸੇ ਨੇ ਉਹਨਾਂ ਤੇ ਕਾਲੀ ਸਿਹਾਈ ਪਾਈ, ਕਿਸੇ ਨੇ ਕੁਛ ਕੀਤਾ ਤੇ ਉਹਨਾਂ ਨੂੰ ਮਤਲਬ ਇੱਕ ਮੁੱਖ ਮੰਤਰੀ ਨੂੰ ਵੀ ਦਿੱਲੀ ਦੇ ਵਿੱਚ ਧਰਨੇ ਲਾ ਕੇ ਬੈਠਣਾ ਪਿਆ। ਜੇ ਆਪਾਂ ਉਦੋਂ ਅੱਗੇ ਚੱਲਦੇ ਹਾਂ, ਜਦੋਂ ਫਿਰ ਇਹ ਖੇਤੀ ਸੋਧ ਬਿੱਲ ਆਏ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਆਮ ਆਦਮੀ ਪਾਰਟੀ ਉਹਨਾਂ ਦੀ ਪਿੱਠ ਦੇ ਨਾਲ ਮੋਢਾ ਲਾ ਕੇ ਇਹ ਕਾਰਜ ਪੂਰੇ ਕੀਤੇ। ਜੇ ਹੁਣ ਮੈਂ ਇਹਦੇ ਵਿੱਚ ਪੋਲੀਟੀਕਲ ਪਾਰਟੀ ਜਿਹੜੇ ਕਹਿੰਦੇ 25 ਸਾਲ ਰਾਜ ਕਰਾਂਗੇ, ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਸੁਖਬੀਰ ਬਾਦਲ ਤੇ ਉਹਦੇ ਮਤਲਬ ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਤੇ ਜਿਹੜੀ ਇਹ ਵਜ਼ਾਰਤ ਦੇ ਵਿੱਚ ਸ਼ਾਮਲ ਰਹੀ ਹੈ, ਪਹਿਲਾਂ ਵੀ ਨਿੱਘ ਮਾਣ ਚੁੱਕੀ ਆ ਤੇ ਉਹ ਡਾਇਲੋਗਸ ਹੁੰਦੇ ਸੀਗੇ, ਪੰਜਾਬੀਓ ਫਿਕਰ ਨਾ ਕਰੋ, ਰੁਪਈਆਂ ਦੇ ਟਰੱਕ ਭਰੇ ਦੇ ਭਰਾਏ ਲੈ ਕੇ ਆਵਾਂਗੇ। ਤੇ ਮੈਂ ਵੀ ਦੇਖਿਆ, ਤੁਸੀਂ ਵੀ ਦੇਖਿਆ, ਮੈਨੂੰ ਨਹੀਂ ਲੱਗਿਆ ਵੀ ਕੋਈ ਗ੍ਰਾਂਟ ਪੰਜਾਬ ਦੇ ਵਿੱਚ ਮੋਦੀ ਸਰਕਾਰ ਨੇ ਦਿੱਤੀ ਹੋਵੇ ਜਾਂ ਕੋਈ ਵੱਡਾ ਸੈਟਅਪ ਇੱਥੇ ਲਾਇਆ ਹੋਵੇ ਮੈਡੀਕਲ ਦਾ ਜਾਂ ਕੋਈ ਹੋਰ। ਉਦੋਂ ਜੇ ਆਪਾਂ ਅੱਗੇ ਚੱਲਦੇ ਹਾਂ, ਜਦੋਂ ਇਹਨਾਂ ਦਾ ਵਿਰੋਧ ਹੁੰਦਾ ਗਿਆ, ਅਕਾਲੀਆਂ ਦਾ ਵਿਰੋਧ ਹੁੰਦਾ ਗਿਆ, ਤਾਂ ਇਹਨਾਂ ਨੇ ਫਿਰ ਹੌਲੀ ਹੌਲੀ ਦੇਖਿਆ ਵੀ ਸਾਡੀ ਜਿਹੜੀ ਰਾਜਨੀਤੀ ਜ਼ਮੀਨ ਖਿਸਕ ਰਹੀ ਆ, ਵੀ ਇਹਨੂੰ ਕਿਵੇਂ ਅਸੀਂ ਰੱਖ ਸਕਦੇ ਹਾਂ। ਫਿਰ ਇਹਨਾਂ ਅਸਤੀਫਾ ਦੇ ਕੇ ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਲੋਕ ਇਹ ਚੀਜ਼ਾਂ ਨੂੰ ਜਾਗ ਚੁੱਕੇ ਆ। ਤੇ ਉਦੋਂ ਅੱਗੇ ਜਿਹੜੇ ਤੁਸੀਂ ਪ੍ਰਸ਼ਨ ਪੁੱਟ ਕੀਤਾ ਸੀਗਾ ਵੀ ਜਿਹੜੇ ਕਾਲੇ ਕਾਨੂੰਨ ਦੀਆਂ ਕਾਪੀਆਂ, ਕੱਲ੍ਹ ਲੁਧਿਆਣੇ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਤੇ ਅਦਰਸ ਮਜ਼ਦੂਰ ਕਿਸਾਨ ਇਹਦੇ ਵਿੱਚ ਭਾਗ ਲਿਆ। ਇਹ ਇਤਿਹਾਸਕ ਦਿਨ ਵੀ ਚੁਣਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹੜਾ ਦੁੱਲਾ ਭੱਟੀ ਸੀਗਾ ਉਹਨਾਂ ਦੇ ਫਾਦਰ ਫਰੀਦ ਜੀ ਮਾਤਾ ਲੱਧੀ ਦੀ ਕੁੱਖੋਂ ਇਹਨਾਂ ਨੇ ਜਨਮ ਲਿਆ ਸੀਗਾ ਤੇ ਇਹਨਾਂ ਦੇ ਫਾਦਰ ਤੇ ਦਾਦੇ ਨੂੰ ਉਸ ਟਾਈਮ ਅਕਬਰ ਜਿਹੜਾ ਬਹੁਤ ਹਠੀ ਸੀਗਾ, ਉਹਨੇ ਇਹਨਾਂ ਦੀਆਂ ਖੱਲਾਂ ਉਤਰਾ ਕੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਮੇਨ ਜਗ੍ਹਾ ਦੇ ਵਿੱਚ ਖੱਲਾਂ ਲਟਕਾ ਕੇ ਲੋਕਾਂ 'ਚ ਇੰਨੀ ਦਹਿਸ਼ਤ ਪਾਈ ਗਈ ਵੀ ਜੇ ਤੁਸੀਂ ਕੋਈ ਵੀ ਉੱਠੂਗਾ ਅੰਦੋਲਨ ਕਰਨ ਲਈ ਤਾਂ ਉਹਦਾ ਹਸਰ ਇਹ ਹੋਊਗਾ। ਤੇ ਉਦੋਂ ਧੱਕੇਸ਼ਾਹੀ ਇੰਨੀ ਹੋਈ ਜਿਵੇਂ ਕਿਸਾਨਾਂ ਦੇ ਨਾਲ ਅੱਜ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਖੱਟੜ ਸਰਕਾਰ ਨੇ ਉਹਨਾਂ ਦਾ ਰੋਕ ਕੀਤੀ ਤੇ ਉਹੀ ਵਿਦਰੋਹ ਉਸ ਟਾਈਮ ਅਕਬਰ ਦੇ ਵਿਰੁੱਧ ਸੀਗਾ।
ਜਦੋਂ ਲੱਦੀ ਦੇ ਬੱਚਾ ਪੈਦਾ ਹੋਇਆ ਦੁੱਲਾ ਭੱਟੀ, ਤਾਂ ਲੋਕਾਂ ਨੇ ਇੱਕ ਤਰ੍ਹਾਂ ਦਾ ਸ਼ੁਕਰ ਮਨਾਇਆ ਬਈ ਹੁਣ ਵੀ ਪੁੱਤ ਜੰਮਿਆ ਗਿਆ, ਵੀ ਜ਼ਰੂਰ ਇਹ ਮੁਕਾਬਲਾ ਕਰੂ ਅਕਬਰ ਦਾ, ਘੋੜੇ ਵੀ ਖੋਏ ਦਾ ਪੂਰਾ ਮੁਕਾਬਲਾ ਕੀਤਾ। ਮੇਰਾ ਕਹਿਣ ਦਾ ਭਾਵ ਵੀ ਉਹੀ ਹਾਲਾਤ ਚੱਲਦੇ ਚੱਲਦੇ ਅੱਜ ਸੈਂਟਰ ਦੀ ਸਰਕਾਰ ਨੇ ਕੀਤੇ। ਤੁਸੀਂ ਇੱਕ ਮੈਂ ਇਹਦੇ ਨਾਲ ਹੋਰ ਜੋੜਨਾ ਚਾਹੁੰਦਾ ਵੀ ਜਦੋਂ ਕੋਈ ਦੋ ਦੇਸ਼ਾਂ ਦੀ ਲੜਾਈ ਹੁੰਦੀ ਆ ਤਾਂ ਉਹਨਾਂ ਨੂੰ ਰੋਕਣ ਦੇ ਲਈ ਸਰਕਾਰ ਫੌਜ ਨੇ ਮਤਲਬ ਸਕੀਮਾਂ ਬਣਾਈਆਂ ਹੁੰਦੀਆਂ ਵੀ ਜੇ ਉਹ ਮਤਲਬ ਪੁਲ ਪਾਰ ਕਰਦੇ ਆ ਆਪਾਂ ਉਹਨੂੰ ਇੱਥੇ ਰੋਕਣਾ, ਜੇ ਉਹ ਪੁਲ ਪਾਰ ਕਰਕੇ ਅੱਗੇ ਆ ਗਏ ਤੇ ਆਹ ਜਗ੍ਹਾ ਤੇ ਰੋਕਣਾ, ਜੇ ਉਦੋਂ ਅੱਗੇ ਆ ਗਏ ਤਾਂ ਇੱਥੇ ਆਪਾਂ ਮੈਗਜ਼ੀਨ ਵਸਾਉਣੇ ਆ। ਤੇ ਖੱਟੜ ਸਰਕਾਰ ਨੇ ਉਹੀ ਕੁਛ ਕੀਤਾ। ਜਦੋਂ ਪੰਜਾਬੀ ਦਿੱਲੀ ਨੂੰ ਆਉਣ ਲਈ, ਸੱਭੂ ਬਾਰਡਰ ਤੇ ਆਉਣ ਲਈ ਤਾਂ ਸਿੱਧਾ ਰਸਤਾ, ਉਹਨਾਂ ਨੂੰ ਰਸਤਿਆਂ 'ਚ ਰੋਕ ਕੇ ਕਿਤੇ ਖੁਦਾਈ ਕੀਤੀ ਗਈ ਸੜਕਾਂ ਦੀ, ਫਿਰ ਉਦੋਂ ਗਾਹਾਂ ਪਾਣੀਪਤ ਸੋਨੀਪਤ ਆ ਕੇ ਉਹਨਾਂ ਤੇ ਕੀ ਕੀਤਾ ਗਿਆ ਸਾਰਾ ਲੋਕਾਂ ਨੂੰ ਪਤਾ ਜੀ ਇਹ ਵਿਸ਼ੇ ਤੇ। ਤੇ ਜਿਹੜਾ ਕੱਲ ਦਾ ਪ੍ਰੋਗਰਾਮ ਸੀਗਾ ਸਾਡੀ ਪਾਰਟੀ ਦੇ ਸਿਰੇ ਪ੍ਰਧਾਨ ਭਗਵੰਤ ਸਿੰਘ ਮਾਨ ਜੀ, ਸਰਦਾਰ ਹਰਪਾਲ ਸਿੰਘ ਚੀਮਾ LOP ਤੇ ਅਦਰਸ ਜਿਹੜੇ ਹੋਰ ਸਾਡੇ ਮਤਲਬ MLA ਸਾਹਿਬਾਨ ਤੇ ਸੀਨੀਅਰ ਲੀਡਰਸ਼ਿਪ ਲੁਧਿਆਣੇ, ਸਾਡਾ ਜਿਹੜਾ ਹੈੱਡ ਆਫਿਸ ਆ ਗਰਾਊਂਡ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰਨ ਦੇ ਲਈ ਸਾਰੀ ਪਬਲਿਕ ਨੂੰ ਉੱਥੇ ਬੁਲਾਇਆ ਸੀਗਾ, ਕਿਉਂਕਿ ਇਹ ਇੱਕ ਇਤਿਹਾਸਕ ਦਿਨ ਸੀਗਾ। ਜਿਵੇਂ ਕਹਿੰਦੇ ਹੁੰਦੇ ਆਏ ਈਸਰ ਜਾਏ ਦਲਿੱਦਰ, ਠੀਕ ਹੈ ਜੀ। ਇਹ ਦਲਿੱਦਰ ਨੂੰ ਜਿਹੜੇ ਕਾਲੇ ਕਾਨੂੰਨਾਂ ਦਾ ਦਲਿੱਦਰ ਹੀ ਹੈ, ਕਿਸਾਨਾਂ ਤੇ ਇਕੱਲੇ ਕਿਸਾਨਾਂ ਲਈ ਨਹੀਂ ਹੈਗਾ, ਇਹ ਸਾਰੇ ਜਿੰਨੇ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਕਿੱਤੇ ਨੇ, ਕਾਰੋਬਾਰੀ ਨੇ, ਉਹਨਾਂ ਲਈ ਸਾਰੇ ਹੀ ਇਹ ਜ਼ਰੂਰੀ ਆ। ਤਕਰੀਬਨ 16,000 ਪਿੰਡਾਂ ਥਾਵਾਂ ਦੇ ਵਿੱਚ ਇਹ ਕਾਲੇ ਕਾਨੂੰਨਾਂ ਨੂੰ ਪਾੜ ਕੇ ਅੱਗ ਦੇ ਵਿੱਚ ਸੁੱਟਿਆ ਗਿਆ। ਇਹ ਕਿਸਾਨਾਂ ਲਈ ਨਹੀਂ, ਇਕੱਲਾ ਮੈਂ ਬੇਨਤੀ ਫੇਰ ਕਰਨੀ ਚਾਹੁੰਦਾ ਵੀ ਇਹ ਸਾਰਾ ਅੰਦੋਲਨ ਇੱਕ ਜਨ ਅੰਦੋਲਨ ਬਣ ਚੁੱਕਿਆ, ਇਕੱਲੇ ਕਿਸਾਨ ਦਾ ਨਹੀਂ ਹੈਗਾ। ਇਹਦੇ ਵਿੱਚੋਂ ਅਮਰਜੀਤ ਭਾਜੀ ਬਹੁਤ ਕੁਝ ਨਿਕਲੂਗਾ। ਜਿਹੜੇ ਲੋਕ ਯਾਦ ਕਰਨਗੇ, ਸਰਦਾਰਾਂ ਨੂੰ ਪਹਿਲਾਂ ਯਾਦ ਕਰਦੇ ਹੁੰਦੇ ਸੀ, ਗੱਲ ਥੋੜੀ ਲੰਬੀ ਚਲੀ ਗਈ। ਜਦੋਂ ਹਰੀ ਕ੍ਰਾਂਤੀ ਦੇ ਭੁੱਖਮਰੀ ਦੇ ਨਾਲ ਆਪਣੇ ਲੋਕ ਮਰ ਰਹੇ ਸੀ ਇੰਡੀਆ ਦੇ ਵਿੱਚ, ਤਾਂ ਸਰਦਾਰਾਂ ਨੂੰ ਹੀ ਆਪਣੇ ਉੱਤਰ ਪ੍ਰਦੇਸ਼ ਦੇ ਵਿੱਚ ਜਿੰਨੇ ਜੰਗਲ ਸੀਗੇ ਉੱਥੇ ਭੇਜਿਆ ਗਿਆ। ਇਹ ਉਹ ਕੌਮ ਆ, ਸਿੱਖ ਸਰਦਾਰਾਂ ਦੀ ਉਹ ਕੌਮ ਆ ਜਿਨ੍ਹਾਂ ਦੇ ਸ਼ੇਰਾਂ ਦੇ ਜਵਾੜੇ ਪਾੜ ਕੇ, ਸ਼ੇਰਾਂ ਨੂੰ ਜੰਗਲਾਂ ਦੇ ਵਿੱਚੋਂ ਮਾਰ ਕੇ ਭਜਾਤਾ ਸੀਗਾ। ਮੋਦੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਉਹ ਕੌਮ ਨਾਲ ਇਹਨੇ ਪੰਗਾ ਲੈ ਲਿਆ, ਪਰ ਇਹਨੂੰ ਇਹਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ। ਜੇ ਇਹਨੂੰ ਇਤਿਹਾਸ ਦਾ ਪਤਾ ਤਾਂ ਉਹਦਾ ਜਵਾਬ ਇਹਨੂੰ ਸਹਿਜੇ ਹੀ ਮਿਲ ਗਿਆ ਹੋਊਗਾ। ਮੈਂ ਰਿਕੁਐਸਟ ਕਰਨੀ ਚਾਹੁੰਦਾ ਮੋਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਇਹ ਤੁਸੀਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਨੇ, ਥੋੜੀ ਮੋਟੀ ਤੁਹਾਡੇ ਮਨ ਦੇ ਵਿੱਚ ਹੈਗੀ ਆ ਪੰਜਾਬ ਪ੍ਰਤੀ ਜਾਂ ਭਾਰਤ ਦੇ ਕਿਸਾਨਾਂ ਪ੍ਰਤੀ, ਤਾਂ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਲੋਕ ਉੱਥੋਂ ਜਿਹੜੇ ਠੰਡ ਦੇ ਵਿੱਚ 70 ਤੋਂ ਉੱਪਰ ਸਾਡੇ ਭਰਾ ਬਜ਼ੁਰਗ, ਕੋਈ ਹਾਰਟ ਅਟੈਕ ਨਾਲ, ਕੋਈ ਐਕਸੀਡੈਂਟ ਨਾਲ ਮੌਤਾਂ ਹੋ ਗਈਆਂ। ਪਲੀਜ਼ ਇਹ ਗਿਣਤੀ ਵਧੂਗੀ ਤੇ ਇਹਦੇ ਜਿਹੜੇ ਮਤਲਬ ਸਾਰੇ ਵਰਲਡ ਦੇ ਵਿੱਚ ਇਸ ਟਾਈਮ ਸਾਡੇ ਜਿਹੜਾ ਲੋਕਤੰਤਰ ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ, ਉਹਦੀ ਥੂ ਥੂ ਹੋ ਰਹੀ ਆ। ਜੀ ਬਾਈ ਜੀ। ਬਿਲਕੁਲ ਭਾਜੀ, ਤੁਸੀਂ ਬਿਲਕੁਲ ਗੱਲ ਕਹੀ। ਹੁਣ ਤੁਸੀਂ ਵਿੱਚ ਭਾਜੀ ਥੋੜਾ ਜਿਹਾ ਮੈਂਸ਼ਨ ਕੀਤਾ ਸੀ ਕਿ ਜਿੱਦਾਂ ਜਦੋਂ ਕਿਸਾਨ ਪੰਜਾਬ ਤੋਂ ਦਿੱਲੀ ਨੂੰ ਤੁਰੇ ਤਾਂ ਸੜਕਾਂ ਪੱਟੀਆਂ ਗਈਆਂ, ਕਈ ਕੁਝ ਨੁਕਸਾਨ ਕੀਤਾ। ਉਦੋਂ ਤਾਂ ਸਰਕਾਰ ਨੇ ਨਹੀਂ ਕਿਹਾ ਵੀ ਇਹ ਤੁਸੀਂ ਸਰਕਾਰ ਦੀ ਪ੍ਰਾਪਰਟੀ ਦਾ ਨੁਕਸਾਨ ਕਰ ਰਹੇ ਆ। ਜਦੋਂ ਅਡਾਨੀ ਅੰਬਾਨੀ ਦੇ ਟਾਵਰ ਬੰਦ ਕਰਨ ਲੱਗ ਪਏ ਤੇ ਉਦੋਂ ਇਹ ਸਰਕਾਰ ਕਹਿਣ ਲੱਗ ਪਈ ਕਿ ਤੁਸੀਂ ਸਰਕਾਰ ਦੀ ਪ੍ਰਾਪਰਟੀ ਦਾ ਨੁਕਸਾਨ ਕਰਦੇ ਆ। ਇਹਦੇ ਬਾਰੇ ਭਾਈ ਥੋੜਾ ਜਿਹਾ ਹੋਰ ਹਰਨੇਕ ਭਾਈ ਥੋੜਾ ਜਿਹਾ ਡੀਪ ਚ ਮੜਿਆ ਜਾ ਕੇ ਗੱਲ ਕਰਿਓ ਪਲੀਜ਼। ਬਿਲਕੁਲ ਬਿਲਕੁਲ। ਅਡਾਨੀ ਅੰਬਾਨੀ ਦੀ ਜਿਹੜੀ ਗੱਲ ਸ਼ੁਰੂ ਕੀਤੀ ਆ, ਤੁਸੀਂ ਦੇਖੋ ਵੀ ਜਦੋਂ ਭਾਰਤ ਦੀ ਗਿਣਤੀ ਜ਼ਿਆਦਾ ਵੱਧ ਰਹੀ ਸੀ, ਜਨਸੰਖਿਆ, ਉਦੋਂ ਇੱਕ ਨਾਰਾ ਦਿੱਤਾ ਸੀ ਹਮ ਦੋ ਹਮਾਰੇ ਦੋ, ਤੇ ਹੁਣ ਮੋਦੀ ਨੇ ਨਾਰਾ ਦਿੱਤਾ ਹਮ ਦੋ ਹਮਾਰੇ ਦੋ, ਮਤਲਬ ਮੋਦੀ ਤੇ ਅਮਿਤ ਸ਼ਾਹ ਦੋ, ਅਡਾਨੀ ਅੰਬਾਨੀ ਦੋ, ਵੀ ਹਮ ਦੋ ਹੈ, ਹਮਾਰੇ ਦੋ ਹੈ, ਅਡਾਨੀ ਅੰਬਾਨੀ ਹਮਾਰੇ ਦੋ ਹੈ। ਤੁਸੀਂ ਇਹ ਦੇਖੋ, ਕਿਉਂਕਿ ਇਹਨਾਂ ਨੇ ਅਮਰਜੀਤ ਭਾਜੀ ਐਡਵਾਂਸ ਲੈ ਲਿਆ ਇਹਨਾਂ ਤੋਂ 2024 ਦੇ ਲੜਾਈ ਲੜਨ ਦੇ ਲਈ। ਐਡਵਾਂਸ ਦੇ ਵਿੱਚ ਉਹਨਾਂ ਤੋਂ ਰੁਪਈਆ ਲੈ ਚੁੱਕੇ ਆ। ਜਿਹੜੀ ਆਪਾਂ ਗੱਲ ਕਰਦੇ, ਦੇਖੋ ਪ੍ਰਾਈਵੇਟ ਸੈਕਟਰ ਆ ਇਹ, ਜਿਹੜਾ ਜੀਓ ਦੇ ਟਾਵਰ ਸੀਗੇ ਜਾਂ ਇਹਨਾਂ ਦੇ ਮਾਲ ਵਗੈਰਾ ਨੇ, ਉਹ ਪ੍ਰਾਈਵੇਟ ਨੇ। ਪ੍ਰਾਈਵੇਟ ਤਾਂ ਕਾਰੋਬਾਰ ਹੋਰ ਵੀ ਕਰਦਾ। ਇਹਦਾ ਮਤਲਬ ਜੇ ਮੋਦੀ ਦੇ ਹਮ ਦੋ ਹਮਾਰੇ ਦੋ ਉਹਨਾਂ ਨੂੰ ਪ੍ਰੋਬਲਮ ਆਈ ਤਾਂ ਹੀ ਇਹ ਜਾ ਕੇ ਬੋਲਿਆ। ਜਦੋਂ ਦੇਖੋ ਪਬਲਿਕ ਉੱਠਦੀ ਆ,
ਪਬਲਿਕ ਦਾ ਵਿਰੋਧ ਜਿਹੜਾ ਅੰਦੋਲਨ ਸ਼ੁਰੂ ਹੋ ਜਾਂਦਾ, ਉਹਦੇ ਮੂਹਰੇ ਵੱਡੀਆਂ ਵੱਡੀਆਂ ਸਰਕਾਰਾਂ ਝੁਕ ਜਾਂਦੀਆਂ ਨੇ। ਇਸ ਕਰਕੇ ਅਵਾਨੀ ਡਾਨੀ ਨੇ, ਤੁਸੀਂ ਦੇਖੋ ਉਹਨੇ ਬਿਆਨ ਵੀ ਦਿੱਤਾ ਸੀ, ਪੇਪਰ ਵੀ ਜਾ ਕੇ ਉੱਥੇ ਵੰਡਣ ਲੱਗੇ ਸੀਗੇ ਜਿਹੜੇ ਸਿੰਘੂ ਬਾਰਡਰ ਤੇ, ਵੀ ਅਸੀਂ ਕਿਸਾਨਾਂ ਦੀ ਕੋਈ ਜ਼ਮੀਨ ਨਹੀਂ ਲੈਣੀ, ਇਹਨਾਂ ਦੇ ਨਾਲ ਅਸੀਂ ਮਤਲਬ ਕੋਈ ਬਿਜ਼ਨਸ ਨਹੀਂ ਕਰਨਾ। ਤੁਸੀਂ ਦੇਖੋ ਕਿੰਨੇ ਲੋਲੀਪੌਪ ਦਿੰਦੇ ਰਹੇ ਨੇ। ਇਹ ਗੱਲ ਨੂੰ ਜੇ ਮੈਂ ਥੋੜੀ ਜਿਹੀ ਨਾ ਗਾਹਾਂ ਲੈ ਕੇ ਜਾਵਾਂ, ਕਿਸਾਨ ਵੀਰਾਂ ਨੇ ਦੀਕਸ਼ਤ ਸੂਦ ਦੇ ਘਰ ਦੇ ਵਿੱਚ ਟਰਾਲੀ ਗੋਹੇ ਦੀ ਸੁੱਟਤੀ। ਤੁਸੀਂ ਹੁਣ ਇੱਕ ਮਿੰਟ ਅਮਰਜੀਤ ਬਾਈ ਜੀ, ਇਹ ਦੇਖੋ ਆਪਾਂ ਨੂੰ ਤਾਂ ਕਹੀ ਜਾਂਦੇ ਆ ਇਹਦੇ ਫਾਇਦੇ ਬਹੁਤ ਨੇ, ਫਾਇਦੇ ਬਹੁਤ ਨੇ। ਜਦੋਂ ਕਿਸਾਨਾਂ ਨੇ ਇੱਕ ਟਰਾਲੀ ਗੋਹੇ ਦੀ ਜਾ ਕੇ ਉਹਦੇ ਸਿੱਟਤੀ, ਉਹ ਕਹਿੰਦਾ ਵੀ ਮੈਨੂੰ ਤਾਂ ਗੋਹਾ ਚਾਹੀਦਾ ਨਹੀਂ, ਵੀ ਮੇਰੇ ਘਰ ਤੁਸੀਂ ਗੋਹਾ ਕਿਉਂ ਲੈ ਕੇ ਆਏ ਹੋ? ਤੇ ਕਿਸਾਨ ਕਹਿੰਦੇ ਜੇ ਤੈਨੂੰ ਗੋਹਾ ਨਹੀਂ ਚੱਲਦਾ ਇਹਨੂੰ ਸਾਫ਼ ਸੁਥਰਾ ਕਰ ਦਿੰਦੇ ਆ, ਇਹਦੇ ਵਿੱਚ ਜਿਹੜੇ ਵਧੀਆ ਤੱਤ ਨੇ ਆਪਾਂ ਉਹ ਤੁਹਾਨੂੰ ਰੱਖ ਦਿੰਦੇ ਆ, ਦੂਜੇ ਉੱਧਰ ਕਵਰ ਕਰ ਦਿੰਦੇ ਆ। ਮੇਰਾ ਕਹਿਣ ਦਾ ਭਾਵ ਵੀ ਦੇਖੋ ਕਿਸਾਨਾਂ ਨੇ ਕੋਸ਼ਿਸ਼ ਸਮਝਾਉਣ ਦੀ ਇਹੀ ਕੀਤੀ ਆ ਵੀ ਜਿਵੇਂ ਮੋਦੀ ਸਰਕਾਰ ਸਾਨੂੰ ਧੱਕੇ ਦੇ ਨਾਲ ਅਡਾਨੀ ਬਵਾਨੀ ਦੇ ਜਿਹੜੇ ਵੀ ਕਾਰੋਬਾਰਾਂ ਦੇ ਨਾਲ ਸਾਨੂੰ ਇਹ ਜ਼ਮੀਨ ਖੋਹਣ ਨੂੰ ਫਿਰਦੀ ਆ, ਉਹਦਾ ਉਹਨਾਂ ਨੇ ਇੱਕ ਜਵਾਬ ਦਿੱਤਾ ਸੀਗਾ। ਇਸ ਕਰਕੇ ਵੀਰੋ ਸਾਰਿਆਂ ਨੂੰ ਸਮਝਣ ਦੀ ਲੋੜ ਆ ਵੀ ਹਜੇ ਵੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸ਼ਾਂਤਮਈ ਤਰੀਕੇ ਦੇ ਨਾਲ, ਜਿਹੜੀ 26 ਜਨਵਰੀ ਆ ਰਹੀ ਆ ਉਹਦੇ ਲਈ ਆਪਾਂ ਨੂੰ ਬੜਾ ਖਤਰਾ ਮਹਿਸੂਸ ਕਰ ਰਹੇ ਆ। ਪੰਜਾਬ ਦੇ ਲੋਕ ਨਹੀਂ, ਭਾਰਤ ਦੇ ਲੋਕ ਵੀ ਮਹਿਸੂਸ ਕਰ ਰਹੇ ਨੇ ਵੀ ਕਿਤੇ ਖੂਬੀਆ ਤੰਤਰ ਇਹਦੀਆਂ ਏਜੰਸੀਆਂ ਉੱਥੇ ਕੋਈ ਗਲਤ ਕੰਮ ਨਾ ਕਰਾ ਦੇਣ, ਵੀ ਜਿਹਦੀ ਨਮੋਸੀ ਸਾਰੇ ਭਾਰਤ ਨੂੰ ਤੇ ਵਰਲਡ ਦੇ ਵਿੱਚ ਰਹਿੰਦੇ ਸਾਰੇ ਸਿੱਖਾਂ ਨੂੰ ਝੱਲਣੀ ਪਵੇ। ਜੀ ਬਾਈ ਜੀ। ਬਿਲਕੁਲ ਭਾਜੀ, ਹਰਨੇਕ ਭਾਜੀ, ਬਿਲਕੁਲ ਤੁਸੀਂ ਸਹੀ ਗੱਲ ਕੀਤੀ ਆ। ਦੇਖੋ ਕੁਝ ਵੀ ਹੋ ਸਕਦਾ 26 ਜਨਵਰੀ ਤੇ, ਕਿਉਂਕਿ ਇਹਨਾਂ ਸਰਕਾਰਾਂ ਦਾ ਕੋਈ ਪਤਾ ਨਹੀਂ, ਇਹਨਾਂ ਦਾ ਕੋਈ ਦੀਨ ਧਰਮ ਤਾਂ ਹੈ ਨਹੀਂ, ਇਹੋ ਕੁਝ ਵੀ ਕਰ ਸਕਦੀਆਂ। ਸੋ ਆਪਾਂ ਨੂੰ ਵੀ ਰੈਡੀ ਰਹਿਣਾ ਚਾਹੀਦਾ। ਆਪਣੇ ਜਿਹੜੇ ਡਾਕਟਰ ਵੀਰ ਆ ਜਾਂ ਜਿਹੜੇ ਮੈਡੀਕਲ ਤੌਰ ਤੇ ਹੈਲਪ ਕਰ ਸਕਦੇ ਆ, ਉਹਨਾਂ ਨੂੰ ਵੱਧ ਤੋਂ ਵੱਧ 26 ਜਨਵਰੀ ਤੋਂ ਪਹਿਲਾਂ ਉਸ ਸਿੱਧੂ ਬਾਰਡਰ ਤੇ ਇਕੱਠੇ ਹੋਣਾ ਚਾਹੀਦਾ। ਜੇ ਕੋਈ ਗੱਲਬਾਤ ਹੋ ਜਾਂਦੀ ਤਾਂ ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਹਾਂਜੀ, ਮੈਂ ਇਹ ਅਗਲੇ ਸੈਸ਼ਨ ਤੋਂ ਜਾਣ ਤੋਂ ਪਹਿਲਾਂ ਮੈਂ ਆਪਣੇ ਟੈਕਨੀਕਲ ਤੌਰ ਤੇ ਜਿਹੜੇ ਜੁੜੇ ਹੋਏ ਆ ਬਲਜਿੰਦਰ ਭਾਜੀ, ਗੁੱਡੀ ਭਾਜੀ, ਉਹਨਾਂ ਨੂੰ ਮੈਂ ਕਹਾਂਗਾ ਕਿ ਭਾਜੀ ਤੁਸੀਂ ਇੱਕ ਵੀਡੀਓ ਦਿਖਾਉਣਾ ਚਾਹੁੰਦੇ ਸੀ ਆਪਣੇ ਸਰੋਤਿਆਂ ਨੂੰ। ਤੇ ਉਸ ਤੋਂ ਪਹਿਲਾਂ ਭਾਜੀ ਮੈਂ ਉਹਨਾਂ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਨਾਲ ਜੁੜ ਚੁੱਕੇ ਆ ਕਨਵਲਜੀਤ ਸਿੰਘ ਜੀ, GK ਖੰਨਾ ਜੀ, ਸਿਮਰਜੀਤ ਕੌਰ, ਅਜੀਤ ਭੱਠਲ ਜੀ ਜੁੜ ਚੁੱਕੇ ਆ ਆਪਣੇ ਨਾਲ, ਸੂ ਧਾਲੀਵਾਲ ਜੀ ਜੁੜ ਚੁੱਕੇ ਆ, ਅਮਨ ਸ਼ਰਮਾ ਜੀ ਜੁੜ ਚੁੱਕੇ ਆ, ਤੇ ਇਹਨਾਂ ਦੇ ਕਾਫੀ ਕਮੈਂਟ ਆ ਰਹੇ ਨੇ ਜੀ। ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਦਾ ਤੇ ਸ਼ੇਅਰ ਕਰਨ ਦਾ, ਤੇ ਤੁਸੀਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ। ਤੁਹਾਡਾ ਧੰਨਵਾਦ ਜੀ। ਹਾਂਜੀ ਗੁੱਡੀ ਭਾਜੀ। ਹਾਂਜੀ, ਦੇਖੋ ਵੀਰ ਜੀ, ਗੱਲ ਹੈ ਕਿ ਆਪਾਂ ਹੁਣੀ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਕਾਨੂੰਨਾਂ ਬਾਰੇ ਬਈ ਆਪਣੇ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਮਤਲਬ ਜਿਵੇਂ ਸਥਗਿਤ ਕੀਤੀ ਹੈਗੀ ਆ, ਉਹਦੇ ਵਿੱਚ 4 ਬੰਦੇ ਜਿਹੜੇ ਹੈਗੇ ਨੇ ਉਹ ਆਲਰੇਡੀ ਉਹ ਕਿਸਾਨੀ ਦੇ ਖਿਲਾਫ ਮਤਲਬ ਜਿਵੇਂ ਬੋਲ ਚੁੱਕੇ ਆ ਨਾ। ਉਹਨਾਂ 'ਚ ਭੁਪਿੰਦਰ ਸਿੰਘ ਮਾਨ ਨੇ, ਅਨਿਲ ਗਨਵੰਤ ਹੈਗੇ ਆ, ਔਰ ਅਸ਼ੋਕ ਗੁਲਾਟੀ ਤੇ ਡਾਕਟਰ PK ਜੋਸ਼ੀ। ਉਹਨਾਂ ਬਾਰੇ ਆਪਣੇ ਨਾ ਇੱਕ ਆਪਣੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਜੀ ਨੇ ਉਹਨਾਂ ਨੇ ਇੱਕ ਵੀਡੀਓ ਬਣਾਈ ਹੈਗੀ ਆ, ਉਹ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ। ਉਹਦੇ ਵਿੱਚ ਉਹਨਾਂ ਨੇ ਕਾਫੀ ਮਤਲਬ ਡਿਟੇਲ ਦੇ ਵਿੱਚ ਦੱਸਿਆ ਵੀ ਜੇ ਇਹ ਮਤਲਬ ਕਿਸਾਨਾਂ ਦੇ ਖਿਲਾਫ ਪਹਿਲਾਂ ਇੰਨਾ ਕੁਝ ਲਿਖ ਚੁੱਕਿਆ ਤਾਂ ਉਹਨਾਂ ਦੇ ਕੋਲੇ ਕੌਣ ਜਾਊਗਾ ਉਹਨਾਂ ਕੋਲੇ ਵੀ ਮਤਲਬ ਲੈ ਕੇ ਬਈ ਸਾਨੂੰ ਇਹ ਚੀਜ਼ ਨਹੀਂ ਚਾਹੀਦੀ। ਉਹ ਤਾਂ ਆਲਰੇਡੀ ਪਹਿਲਾਂ ਹੀ ਉਹ ਕਹਿ ਚੁੱਕਿਆ ਵੀ ਸਾਨੂੰ ਤਾਂ ਇਹ ਚੰਗੇ ਲੱਗਦੇ ਨੇ ਨਾ। ਸੋ ਉਹਦੇ ਬਾਰੇ ਮੈਂ ਸ਼ੇਅਰ ਕਰਨਾ ਪਲੀਜ਼ ਭਾਜੀ। भाई आवाज घट है थोड़ी। सुप्रीम कोर्ट के सामने नहीं रखे, अगर रखे होते तो शायद ये कमेटी का गठन ही ना होता, क्योंकि सुप्रीम कोर्ट के सामने ये फैक्ट्स नहीं रखे गए। आज ये हमारी ओर से भी, आम आदमी पार्टी की ओर से भी ये जरूरी हो जाता है कि हम ये फैक्ट्स आपके सामने रखें। पहले सदस्य इस कमेटी के अशोक गुलाटी जी। अशोक गुलाटी जी सदैव से ये कहते आए हैं, जब से ये 3 काले कानून बने तब से न्यूज डिबेट पे, अखबार में आर्टिकल लिखकर, इंटरव्यू के माध्यम से, सोशल मीडिया फेसबुक ट्विटर के माध्यम से लगातार ये कहते आए हैं कि ये 3 काले कानून, वो काले नहीं कहते हैं, वो तो कहते हैं 3 कानून अच्छे हैं, ये किसान को आजादी देंगे। और देश का विपक्ष यानी कि ऑपोजिशन पार्टियां जो हैं वो किसान को भटकाने की कोशिश कर रही हैं। किसान शायद भटक गए हैं और किसान अपना फायदा नहीं समझ पा रहे हैं
ये 3 काले कानून बड़े अच्छे हैं। ये पहले सदस्य हैं माननीय अशोक गुलाटी जी को कहते हैं। अगर इनका दरवाजा देश का किसान खटखटाएगा तो क्या न्याय की उम्मीद की जा सकती है? आप मुझे बताइए, क्या न्याय अशोक गुलाटी जी दे पाएंगे देश के किसान को? दूसरे सदस्य पीके जोशी, प्रमोद कुमार जोशी। प्रमोद कुमार जोशी जी कहते हैं, सबसे पहले ये कहते हैं कि ये 3 काले कानून बेहद अच्छे, 3 काले कानूनों से किसान को फायदा भी होगा, और कहते हैं कि न्यूनतम समर्थन मूल्य, जिसे हम MSP कहते हैं, मिनिमम सपोर्ट प्राइस, ये फीजिबल ही नहीं है देना, संभव ही नहीं है। सरकार को किसान से खरीद बंद कर देनी चाहिए, और ये न्यूनतम समर्थन मूल्य बिल्कुल अच्छा आइडिया नहीं है, इसे बिल्कुल लागू नहीं करना चाहिए। इसके लिए सरकार को एक बहुत बड़ा प्रोक्योरमेंट नेटवर्क बनाना पड़ेगा, जिसकी कोई आवश्यकता नहीं। और ये भी कहते हैं पीके जोशी साहब कि अगर ये 3 काले कानूनों को थोड़ा सा डाइल्यूट भी किया गया, यानी कि इनको कमजोर किया गया, खारिज तो दूर की बात है, अगर ये 3 काले कानून डाइल्यूट भी करे गए, कमजोर भी करे गए, तो भी भारत की अंतरराष्ट्रीय मंच पर बहुत हानि होगी, भारत का बड़ा नुकसान होगा वर्ल्ड वाइड, ग्लोबल एनवायरनमेंट में, ग्लोबल मार्केट में। ये पीके जोशी साहब कहते हैं। अब क्या पीके जोशी साहब से देश का किसान न्याय की उम्मीद कर सकता है, जिनके ये स्टैंड है, जिनका ये मत है, जिन्होंने समय समय पर ये बात कही? मैं तीसरे सदस्य पर आता हूं। तीसरे सदस्य इस कमेटी के हैं श्री अनिल घनवत साहब। अनिल घनवत साहब इन 3 कानूनों के बनने के बाद केंद्र में बैठी मोदी सरकार को लिखित में मेमोरेंडम देते हैं और अपना समर्थन इन 3 काले कानूनों के हक में दर्ज कराते हैं। ये आगे कहते हैं कि APMC जो है, इसे खत्म कर देना चाहिए। APMC किसान को कमजोर करती है, और कहते हैं कि अगर इन 3 काले कानूनों को लागू अच्छे से किया गया तो ये किसान को बहुत आजादी दे। इससे बेहतर चीज कभी हुई नहीं, ये बहुत अच्छे कानून है। और ये भी कहते हैं घनवत साहब कि मैं और मेरा पूरा संगठन इन कानूनों के, इन 3 कानूनों के हक में लगातार जागरूकता भी फैला रहा है और प्रदर्शन भी कर रहा है। तो ये तो पूरी तरीके से इन 3 कानूनों के हक में है, बयान दे रहे हैं, लिखित में सरकार को मेमोरेंडम दे रहे हैं। क्या इनसे देश का किसान उम्मीद कर सकता है किसी भी प्रकार की कि उसकी बात भी सुनी जाएगी? क्या ये इंसाफ देंगे अनिल घनवत साहब? और चौथे सदस्य हैं श्री भूपिंदर सिंह मान, BS मान साहब। अब इनका बड़ा दिलचस्प है कनेक्शन, इनके 2 कनेक्शन। पहला कनेक्शन तो यह है कि BS मान साहब ने 14 दिसंबर को, अभी पिछले साल की ही, पिछले महीने की 14 दिसंबर को लिखित में एक चिट्ठी दी देश के प्रधानमंत्री के नाम, और कहा कि मैं और मेरा पूरा संगठन इन 3 कानूनों का समर्थन करता है। उन्होंने कहा कि ये 3 कानून बिल्कुल भी खारिज नहीं होने चाहिए, इन 3 काले कानूनों को भूल के भी रद्द मत कर देना। और ये जाकर एग्रीकल्चरल मिनिस्टर जो हमारे देश के हैं श्री तोमर साहब, उनसे भी मिले और उनको भी कहा कि मैं और मेरा पूरा संगठन आपके समर्थन में है, आपके साथ खड़ा है और इन कानूनों के हक में खड़ा है। अब क्या इनसे भी उम्मीद करी जा सकती है कि ये देश के किसान के साथ न्याय करेंगे? BS मान साहब का एक और कनेक्शन है। आम आदमी पार्टी सदैव से ये बात कहती आई है कि कैप्टन अमरिंदर जो पंजाब सूबे के मुख्यमंत्री हैं, वो भाजपा से मिले हुए हैं, वो मोदी जी के एजेंट के रूप में काम कर रहे हैं। और आपको कई सारे सबूत हमने समय समय पर दिए, और आज एक और सबूत हम देने जा रहे हैं। वो है कि BS मान जो सुप्रीम कोर्ट द्वारा गठित कमेटी के सदस्य हैं, ये कैप्टन अमरिंदर के बहुत बड़े समर्थक, पुराने साथी रहे हैं। इन्होंने 2017 के चुनाव में कैप्टन साहब के लिए वोट भी मांगे। इनके बेटे को कैप्टन अमरिंदर ने पंजाब पब्लिक सर्विस कमीशन का सदस्य बनाया। इनके बेटे को कैप्टन साहब ने अपने IT सेल पंजाब कांग्रेस के उसका अध्यक्ष बनाया।
मैनिफेस्टो ड्राफ्ट करवाया पंजाब का कांग्रेस पार्टी का, और कैप्टन साहब, कैप्टन अमरिंदर के बेहद करीबी माने जाने वाले BS मान साहब आज इस समिति का सदस्य भी बन जाते। इससे मोदी जी और कैप्टन अमरिंदर साहब की सांठगांठ, उनकी दोस्ती, उनके रिश्ते, उनका नेक्सस और साफ हो जाता है, दिन प्रतिदिन साफ होता नजर आ रहा है। किस प्रकार से कैप्टन साहब ने BS मान साहब को इस समिति का सदस्य भी बनवाया। और मैं आपसे पूछना चाहता हूं कि ये 4 लोग जिनके बारे में मैंने आपको डिटेल में बताया, विस्तार से उनके मतों के बारे में बताया, उनकी पिछले 6-7 महीनों में क्या इन 3 काले कानूनों के बारे में प्रतिक्रिया रही है, उसके बारे में बताया। क्या हम लोग, क्या देश का किसान इन 4 लोगों से न्याय की उम्मीद भी कर सकता है? क्या ये 1% जस्टिस कर पाएंगे देश के किसान के साथ? हमारा मानना नहीं हो पाएगा। और हमारा ये भी मानना कि ये जी बिल्कुल जिस तरह वीडियो देखी आ ਸਰੋਤਿਓ ਔਰ ਸਾਡੇ ਜਿਹੜੇ ਪੈਨਲ ਦੇ ਵਿੱਚ ਤੁਸੀਂ ਇਹ ਵੀਡੀਓ ਦੇਖੀ ਹੈ, ਇਹਦੇ ਵਿੱਚ ਬੜੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਰਾਘਵ ਜੀ ਨੇ ਵੀ 4 ਬੰਦੇ ਕੌਣ ਆ ਤੇ ਇਹਨਾਂ ਦੇ ਮਕਸਦ ਕੀ ਸੀਗੇ ਕਿਸਾਨੀ ਅੰਦੋਲਨ ਦੇ ਜਿਹੜਾ ਬਿੱਲ ਆ ਉਹਦੇ ਤੇ ਉਹ ਸਾਰੇ ਸਮਰਥਨ ਕਰ ਰਹੇ ਆ। ਧਾਲੀਵਾਲ ਸਾਹਿਬ ਤੁਸੀਂ ਇਹਦੇ ਤੇ ਕੋਈ ਟਿੱਪਣੀ ਕਰਨਾ ਚਾਹੋ? ਨਹੀਂ ਉਹ ਤਾਂ ਦੇਖੋ ਰਾਘਵ ਜੀ ਨੇ ਬੜੇ ਡਿਟੇਲ ਦੇ ਵਿੱਚ ਦੱਸਿਆ ਤੇ ਮੈਂ ਪਹਿਲਾਂ ਵੀ ਬੋਲਿਆ ਸੀਗਾ ਕਿ ਕਿਸਾਨ ਤੇ ਸੁਪਰੀਮ ਕੋਰਟ ਗਿਆ ਹੀ ਨਹੀਂ। ਕਿਸਾਨ ਤੇ ਸੁਪਰੀਮ ਕੋਰਟ 'ਚ ਕੋਈ ਧਿਰ ਨਹੀਂ, ਆਪੇ ਹੀ ਸੁਪਰੀਮ ਕੋਰਟ 'ਚ ਗਏ, ਆਪੇ ਸਰਕਾਰ ਗਈ, ਆਪੇ ਆਪਣੀ ਕਮੇਟੀ ਗਠਿਤ ਕਰ ਲਈ, ਆਪੇ ਹੀ ਆਪਣੀ ਮਰਜ਼ੀ ਦੇ ਬੰਦੇ ਲਾ ਲਏ। ਔਰ ਜਿਹੜੀ ਗੱਲ ਰਾਘਵ ਜੀ ਨੇ ਕਹੀ ਆ ਉਹ ਗੱਲ ਦਾ ਬੜਾ ਮੁੱਲ ਹੈ ਕਿ ਜਿਹੜੀ ਗੱਲ ਅਸੀਂ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਕਹਿ ਰਹੇ ਹਾਂ ਕਿ ਜਿਹੜੇ ਬਿੱਲ ਪਾਸ ਹੋਏ ਆ ਇਹ ਕੈਪਟਨ ਅਮਰਿੰਦਰ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ। ਕੈਪਟਨ ਅਮਰਿੰਦਰ ਸਿੰਘ ਇੱਥੇ ਦੋਸ਼ੀ ਆ, ਬਾਦਲ ਵੀ ਦੋਸ਼ੀ ਨੇ। ਔਰ ਉਹਨਾਂ ਨੇ ਜਿਹੜਾ ਮਤਲਬ ਮਾਨ ਸਾਹਿਬ ਦਾ, ਭੁਪਿੰਦਰ ਸਿੰਘ ਮਾਨ ਜੀ ਦਾ ਜਿਹੜੇ ਲਿੰਕ ਨੇ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਕਿੱਦਾਂ ਮੋਦੀ ਸਰਕਾਰ ਨਾਲ ਜੁੜਦੇ ਆ, ਉਹ ਚੀਜ਼ ਬੇਹੱਦ ਚਿੰਤਾ ਕਰਨ ਵਾਲੀ ਹੈ। ਔਰ ਮੈਂ ਇੱਕ ਗੱਲ ਅਮਰਜੀਤ ਕਹਿਣਾ ਚਾਹੁੰਦਾ ਕਿ ਕਾਸ਼ ਜੇ ਕਿਤੇ ਪੰਜਾਬ ਦੀ ਲੀਡਰਸ਼ਿਪ ਸਹੀ ਹੁੰਦੀ, ਜੇ ਪੰਜਾਬ ਦੇ ਇਹ ਲੀਡਰਸ਼ਿਪ ਸਹੀ ਹੁੰਦੀ, ਸਰਕਾਰ ਸਹੀ ਹੁੰਦੀ ਤੇ ਅੱਜ ਸਾਡੀਆਂ ਮਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਡੇ ਕਿਸਾਨਾਂ ਨੂੰ ਦਿੱਲੀ ਬਾਰਡਰ ਦੇ ਕੰਢਿਆਂ ਤੇ ਨਹੀਂ ਬਹਿਣਾ ਪੈਣਾ ਜੇ ਸਾਡੇ ਲੀਡਰ ਸਹੀ ਹੁੰਦੇ। ਸਾਡੀ ਪਿੱਠ ਛੁਰਾ ਮਾਰਿਆ ਬਾਦਲਾਂ ਨੇ, ਸਾਡੀ ਪਿੱਠ ਦੇ ਛੁਰਾ ਮਾਰਿਆ ਬਾਦਲਾਂ ਦੀ ਨੌਂ ਨੇ, ਸੁਖਬੀਰ ਬਾਦਲ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ। ਇਹਨਾਂ ਦੋਵਾਂ ਧਿਰਾਂ ਦੀ ਮਰਜ਼ੀ ਦੇ ਨਾਲ ਬਿੱਲ ਆਏ। BJP ਦੀ ਤਾਂ ਅਸੀਂ ਗੱਲ ਹੀ ਨਹੀਂ ਕਰਦੇ ਪੰਜਾਬ ਦੇ ਲੀਡਰਾਂ ਦੀ, ਨਾ ਉਹਨਾਂ ਦੀ ਕੋਈ ਬਹੁਤੀ ਪੰਜਾਬ 'ਚ ਅਹਿਮੀਅਤ ਹੈ, ਉਹ ਤਾਂ ਐਵੇਂ ਰੌਲਾ ਹੀ ਆ। ਅਹਿਮੀਅਤ ਵਾਲੇ 2 ਟੱਬਰ ਸੀਗੇ, ਦੋਵਾਂ ਟੱਬਰਾਂ ਨੇ ਪੰਜਾਬ ਨਾਲ ਐਡਾ ਵੱਡਾ ਧੋਖਾ ਕੀਤਾ। ਮੈਂ ਸਮਝਦਾ ਕਿ ਜਿਹੜੇ 75 ਤੋਂ ਲੈ ਕੇ 80 ਬੰਦੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ, ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਆ, ਉਹਨਾਂ ਦੀ ਸ਼ਹਾਦਤ ਦੇ ਦੋਸ਼ੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਬਾਦਲ ਦੀ ਘਰ ਦੀ ਹਰਸਿਮਰਤ ਕੌਰ ਬਾਦਲ, ਮੋਦੀ ਦੇ ਨਾਲ ਨਾਲ ਇਹ ਬਰਾਬਰ ਦੇ ਦੋਸ਼ੀ ਨੇ। ਇਹਨਾਂ ਬੰਦਿਆਂ ਦੇ ਕਰਕੇ ਅੱਜ ਆਪਾਂ ਧੱਕੇ ਖਾ ਰਹੇ ਹਾਂ, ਇਹਨਾਂ ਬੰਦਿਆਂ ਦੀਆਂ ਸਾਜ਼ਿਸ਼ਾਂ ਕਰਕੇ। ਨਹੀਂ ਤਾਂ ਆਪ ਭੁਪਿੰਦਰ ਸਿੰਘ ਮਾਨ ਕਿੱਥੋਂ ਆ ਗਿਆ ਜੀ? ਇਹ ਕਮੇਟੀ 'ਚ ਕਿੱਥੋਂ ਚਲ ਗਿਆ ਸੁਪਰੀਮ ਕੋਰਟ ਦੇ ਵਿੱਚ? ਇਹ ਸਾਰੀ ਅੰਦਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਬਾਦਲਾਂ ਦੀ ਤੇ ਮੋਦੀ ਦੀ ਅੰਦਰ ਖਾਤੇ ਇੱਕ ਗੱਲ ਹੈ, ਇਹ ਸਾਰਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ, ਕਿਸਾਨਾਂ ਨਾਲ ਧੋਖਾ ਕਰ ਰਿਹਾ। ਔਰ ਮੈਨੂੰ ਇਹ ਗੱਲ ਇੱਕ ਬਹੁਤ ਵਧੀਆ ਲੱਗੀ ਕਿ ਪੰਜਾਬ ਜਿਹਦੇ ਨਾਲ ਪਿਛਲੇ 17 ਸਾਲਾਂ ਤੋਂ ਅਕਾਲੀ ਕਾਂਗਰਸੀ ਰਾਜ ਕਰ ਰਹੇ ਸੀਗੇ, 17 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀਗੇ। ਕਦੀ ਧਾਰਮਿਕ ਇਸ਼ੂ, ਕਦੀ ਜਾਤ ਪਾਤ ਦੇ ਇਸ਼ੂ, ਕਦੀ ਜੈ ਜਵਾਨ ਜੈ ਕਿਸਾਨ, ਨੌਕਰੀਆਂ ਦੇ ਦਾਂਗੇ ਘਰ ਘਰ, ਕਦੀ ਗੁਟਕਾ ਸਾਹਿਬ ਫੜ ਕੇ ਸਹੁੰਆਂ ਖਾ ਕੇ ਇਹਨਾਂ ਲੋਕਾਂ ਨੇ 70 ਸਾਲ ਪੰਜਾਬੀਆਂ ਨੂੰ ਬੇਵਕੂਫ ਬਣਾਇਆ। ਪਰ ਕਿਸਾਨੀ ਮੋਰਚੇ ਨੇ ਇਹਨਾਂ ਦਾ ਅਸਲੀ ਚਿਹਰਾ ਜਿਹੜਾ ਨੰਗਾ ਕਰ ਦਿੱਤਾ। ਔਰ ਮੈਂ ਕਹਿ ਸਕਦਾ ਕਿ 1 ਸਾਲ ਬਾਕੀ ਹੈ, ਸਾਲ ਬਾਅਦ ਜਦੋਂ ਚੋਣਾਂ ਆਉਣਗੀਆਂ 22 ਦੇ ਵਿੱਚ, ਪੰਜਾਬ ਦੇ ਵਿੱਚ ਨਾ ਅਕਾਲੀ ਵੜ ਸਕਣਗੇ ਨਾ ਕਾਂਗਰਸੀ ਵੜ ਸਕਣਗੇ। ਲੋਕ ਇੰਨੇ ਦੁਖੀ ਆ, ਲੋਕਾਂ ਦੀਆਂ ਇੰਨੀਆਂ ਪੀੜਾਂ ਨੇ ਵਿਚਾਰਿਆਂ ਦੀਆਂ। ਉਹ ਮੈਂ ਸਮਝਦਾ ਕਿ ਇਸ ਕਮੇਟੀ 'ਚੋਂ, ਸੁਪਰੀਮ ਕੋਰਟ ਦੀ ਇਸ ਕਮੇਟੀ ਕੋ ਕੁਛ ਨਾ ਲੈਣਾ ਨਾ ਦੇਣਾ।
ਨਾ ਕਿਸਾਨਾਂ ਨੇ ਜਾਣਾ। ਕੇਂਦਰ ਸਰਕਾਰ ਟਾਈਮ ਜਿਹੜੀ ਆ ਉਹ ਪਾਸ ਕਰ ਰਹੀ ਆ, ਲੋਕਾਂ ਨੂੰ ਬੇਵਕੂਫ ਬਣਾ ਰਹੀ ਆ। ਤੇ ਪੰਜਾਬ ਦਾ ਕਿਸਾਨ ਨਹੀਂ, ਦੇਸ਼ ਦਾ ਕਿਸਾਨ ਹੁਣ ਮੋਦੀ ਸਰਕਾਰ ਦੇ ਇਸ ਵੱਲ ਉਹ ਫਸਣ ਵਾਲਾ ਨਹੀਂ, ਉਹਦੀਆਂ ਚਾਲਾਂ 'ਚ ਫਸਣ ਵਾਲਾ ਸੀਗਾ। ਸਾਡੀ ਟੇਕ ਸਿਰਫ ਆਪਣੇ ਸੰਘਰਸ਼ ਤੇ ਆ, ਤੇ ਟੇਕ ਇਹ ਹੈ ਕਿ ਅਸੀਂ ਜਿੱਤਣਾ ਹੈ, ਅਸੀਂ ਝੁਕਾਉਣਾ ਆ, ਅਸੀਂ ਬਿੱਲ ਰੱਦ ਕਰਾਉਣੇ ਆ। ਇਹ ਸਾਡੀ ਜਿਹੜੀ ਜੱਦੋਜਹਿਦ ਹੈ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਵੀ ਕਹੂੰਗਾ, ਬਾਹਰਲੇ ਦੋਸਤਾਂ ਨੂੰ ਜਿਹੜੇ ਬਾਹਰ NRI ਆਪਣੀ 10 ਨੌਂ ਦੀ ਕਿਰਤ ਕਰਕੇ ਇਹਨਾਂ ਮੋਰਚਿਆਂ ਦੀ ਮਦਦ ਕਰਦੇ ਆ, ਔਰ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਪੰਜਾਬ ਵਸਿਆ ਪਿਆ, NRIਆਂ ਨੂੰ ਇੰਨਾ ਦੁੱਖ ਹੁੰਦਾ, ਪੰਜਾਬ ਤੋਂ ਮਾੜੀ ਜਿਹੀ ਬੁਰੀ ਖਬਰ ਚੱਲ ਜਾਂਦੀ ਹੈ ਤੇ NRI ਵਿਚਾਰੇ ਉਸ ਵੇਲੇ ਚਿੰਤਤ ਹੋ ਜਾਂਦੇ ਆ ਕਿ ਆਹ ਕੀ ਬਣਿਆ। ਉਹਨਾਂ ਨੂੰ ਮੈਂ ਕਹੂੰਗਾ ਕਿ ਇਹ ਜਿਹੜੇ ਲੋਕ ਹੈ ਜਿਨ੍ਹਾਂ ਨੇ 70 ਸਾਲ ਪੰਜਾਬ ਦੀ ਪਿੱਠ ਦੇ ਛੁਰਾ ਮਾਰਦੇ ਆਏ, ਹੁਣ ਵੀ ਛੁਰਾ ਵੱਜਾ, ਇਹਨਾਂ ਨੂੰ ਮੂੰਹ ਨਾ ਲਾਇਓ ਕਿਤੇ। ਇਹਨਾਂ ਨੂੰ ਦੁਬਾਰਾ ਤੁਹਾਡੇ ਕੋਲ ਆਉਣ, ਜਾਂ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਪੰਜਾਬ 'ਚ ਰਹਿੰਦੇ ਆ, ਉਹਨਾਂ ਨੂੰ ਕਹੋ ਕਿ ਯਾਰ ਇਹਨਾਂ ਨੂੰ ਮੂੰਹ ਨਾ ਲਾਇਓ। ਇਹਨਾਂ ਨੂੰ ਮੂੰਹ ਲਾ ਕੇ ਆਪਾਂ ਆਪਣਾ ਕੰਮ ਜਿਹੜਾ ਉਹ ਖਰਾਬ ਕਰ ਲਿਆ। ਸੋ ਕਈ ਚੀਜ਼ਾਂ ਕਿਸਾਨ ਅੰਦੋਲਨ ਦੇ ਪੰਜਾਬ ਦੀਆਂ ਬਦਲਣਗੀਆਂ, ਕਈ ਕੁਛ ਬਦਲੂਗਾ, ਦੇਖਿਓ ਤੁਸੀਂ ਕੀ ਕੁਝ ਬਣਦਾ। ਸੋ ਮੈਂ ਸਮਝਦਾ ਕਿ ਇਹ ਜਿਹੜੀ ਤੁਹਾਡਾ ਸਵਾਲ ਸੀਗਾ, ਇਸ ਕਮੇਟੀ ਤੋਂ ਕੱਢਣ ਪਾਉਣ ਲਈ ਕੁਛ ਨਹੀਂਗਾ। ਨਹੀਂ, ਸਹੀ ਹੈ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਧਾਲੀਵਾਲ ਸਾਹਿਬ। ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਹਰਨੇਕ ਸੇਖੋਂ ਭਾਜੀ ਵੱਲ ਮੈਂ ਜਾਂਦਾ ਹੋਇਆ ਉਹਨਾਂ ਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ। ਦੇਖੋ, ਇਹ ਕਿਸਾਨ ਅੰਦੋਲਨ ਤਾਂ ਲੰਬਾ ਚੱਲਣਾ, ਇਹ ਤਾਂ ਦਿਸ ਰਿਹਾ, ਕਿਉਂਕਿ ਸਰਕਾਰ ਦੀ ਨੀਤ ਜਿਹੜੀ ਆ ਉਹ ਇੰਨੀ ਵਧੀਆ ਨਹੀਂ ਲੱਗ ਰਹੀ, ਕਿਉਂਕਿ ਬਾਰ-ਬਾਰ ਮੀਟਿੰਗਾਂ ਕਰ ਰਹੇ ਆ, ਮੀਟਿੰਗਾਂ ਦਾ ਇੱਕ ਬਹਾਨਾ ਆ, ਬਸ ਟਾਈਮ ਅੱਗੇ ਪਾਈ ਜਾ ਰਿਹਾ, ਕੋਈ ਨਾ ਕੋਈ ਲੱਭਣਾ ਚਾਹੁੰਦੇ ਆ ਇਸ ਅੰਦੋਲਨ ਨੂੰ ਖਰਾਬ ਕਰਨ ਲਈ। ਕੀ ਤੁਸੀਂ ਸ਼ੇਖੂ ਸਾਹਿਬ ਤੁਸੀਂ ਕੰਮ ਕਰ ਰਹੇ ਆਮ ਆਦਮੀ ਪਾਰਟੀ ਦੇ ਨਾਲ, ਕੀ ਆਮ ਆਦਮੀ ਪਾਰਟੀ ਜਿਹੜੀ ਆ ਇਸ ਅੰਦੋਲਨ ਦੇ ਐਂਡ ਤੱਕ ਕਿਸਾਨਾਂ ਦਾ ਸਾਥ ਦਊਗੀ? ਬਿਲਕੁਲ ਅਮਰਜੀਤ ਸਿੰਘ ਜੀ, ਬਿਲਕੁਲ ਐਂਡ ਤੱਕ ਸਾਥ ਦਊਗੀ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ। ਕਿ ਇਹਦੇ ਨਾਲ ਇਕੱਲਾ ਕਿਸਾਨ ਨਹੀਂ ਜੁੜਿਆ ਹੋਇਆ, ਆਮ ਬਿਜ਼ਨਸਮੈਨ, ਸਾਰੇ ਧਰਮਾਂ ਦੇ ਲੋਕ, ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ। ਜੇ ਮੈਂ ਅੰਦੋਲਨਾਂ ਦੀ ਗੱਲ ਕਰਾਂ, ਜਦੋਂ ਅੰਗਰੇਜ਼ ਰਾਜ ਆਇਆ ਭਾਰਤ ਦੇ ਵਿੱਚ, ਉਦੋਂ ਲਾਸਟ ਦੇ ਵਿੱਚ ਪੰਜਾਬ ਸੰਧੀ ਕਰਕੇ ਇਹ ਰਾਜ ਆਇਆ ਸੀਗਾ। ਉਦੋਂ ਜਦੋਂ ਆਪਣੀ ਕੌਮ, ਲਤਾੜੀ ਹੋਈ ਗਰੀਬ ਕੌਮ, ਆਫਿਸਰਾਂ ਨੂੰ ਸਲੂਟ ਨਹੀਂ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਨੰਗੇ ਕਰਕੇ ਕੋੜੇ ਮਾਰੇ ਜਾਂਦੇ ਹੁੰਦੇ ਸੀਗੇ। ਜੇ ਉਸ ਟਾਈਮ ਨੂੰ ਅੱਗੇ ਲੈ ਕੇ ਜਾਈਏ ਤਾਂ ਅੰਗਰੇਜ਼ ਰਾਜ ਦੇ ਵਿੱਚ 127 ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਈ। ਉਹਦੇ ਵਿੱਚ 93 ਪੰਜਾਬੀ ਸੀਗੇ, ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਦੇ। ਤੇ ਮੈਂ ਅੱਗੇ ਗੱਲ ਕਰਕੇ ਲੈ ਕੇ ਜਾਵਾਂ, ਕਾਲੇ ਪਾਣੀਆਂ ਦੇ ਵਿੱਚ 2626 ਬੰਦਿਆਂ ਨੂੰ ਸਜ਼ਾ ਹੋਈ ਸੀ। ਉਹਦੇ ਵਿੱਚ 2147 ਲੋਕ ਉਦੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੀਗੇ। ਤੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੰਦੋਲਨ ਦੇ ਵਿੱਚੋਂ ਹੀ ਜਿਹੜਾ ਸਾਡਾ ਇਨਕਲਾਬ ਆ ਜਾਂ ਸਾਡੀ ਨੌਜਵਾਨੀ ਆ, ਮੈਂ ਇਹ ਤੁਹਾਡੇ ਸ਼ਬਦਾਂ ਦੇ ਨਾਲ ਇੱਕ ਸ਼ਬਦ ਜੋੜਨੇ ਚਾਹੂੰਗਾ, ਕਲਾਕਾਰੀ ਦੇ। ਵੀ ਦੇਖੋ, ਜਿਹੜੀਆਂ ਸਰਕਾਰਾਂ ਹੁੰਦੀਆਂ ਨੇ, ਥੋੜਾ ਮੈਂ ਹਟ ਕੇ ਗੱਲ ਕਰਨ ਲੱਗਿਆ ਤੁਹਾਡੇ ਪ੍ਰਸ਼ਨ ਤੋਂ, ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਥੋਂ ਇਨਕਲਾਬ ਖੜੇ ਹੁੰਦੇ ਆ, ਉਹਨਾਂ ਨੂੰ ਕਮਜ਼ੋਰ ਕਰਨ ਲਈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਬਣਾਉਂਦੇ ਆ। ਮੈਂ 1984 ਦੇ ਵਿੱਚ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਹੁੰਦਾ ਸੀਗਾ ਤੇ ਮੇਰੇ ਸਾਰਾ ਕੁਛ ਯਾਦ ਹੈ। ਤੇ ਮੈਂ ਆਪਦੇ ਪਿੰਡੇ ਤੇ ਵੀ ਹੜਾਇਆ ਉਹ ਸਮਾਂ, ਮਾੜਾ ਕਾਲਾ ਦੌਰ ਜਿਹੜਾ ਪੰਜਾਬ 'ਚ ਚੱਲਿਆ। ਤੇ ਉਦੋਂ ਜਦੋਂ ਉਹ ਦੌਰ ਦੇ ਵਿੱਚ ਸਾਡੀ ਜਵਾਨੀ ਨੂੰ ਮਾਰ ਮਕਾਇਆ ਗਿਆ, ਘਰਾਂ ਚੋਂ ਕੱਢ ਕੇ, ਸਕੂਲਾਂ 'ਚ ਇਕੱਠ ਕਰਕੇ, ਉੱਥੋਂ ਜਿਹੜੇ ਮੁੰਡੇ ਹੈਲਥੀ ਹੁੰਦੇ ਸੀ ਉਹਨਾਂ ਨੂੰ ਪੁਲਿਸ ਚੁੱਕ ਲੈਂਦੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਅੱਗੇ ਦੌਰ ਸ਼ੁਰੂ ਹੋਇਆ ਜੀ, ਮੈਡੀਕਲ ਜਿਹੜੇ ਮਤਲਬ ਦੁਕਾਨਾਂ ਪਿੰਡਾਂ 'ਚ ਬਣਨੀਆਂ ਸ਼ੁਰੂ ਹੋ ਗਈਆਂ। ਤੇ ਮੈਂ ਉਦੋਂ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਵੀ ਇਹ ਇੱਕ ਤਰ੍ਹਾਂ ਦਾ ਜਿਹੜੀ ਜਵਾਨੀ ਸਾਡੀ ਨਵੀਂ ਖੜੀ ਹੋਣੀ ਆ ਪਨੀਰੀ, ਵੀ ਉਹਨੂੰ ਨਸ਼ਿਆਂ ਤੇ ਲਾਉਣਾ ਸ਼ੁਰੂ ਕਰਨਾ। ਕਿਉਂਕਿ ਉਹਦਾ ਜਿਹੜਾ ਮਤਲਬ ਅਧਿਕਾਰ ਹੁੰਦਾ ਸੀਗਾ, ਜਦੋਂ ਡਿਪਲੋਮਾ ਕੀਤਾ ਹੁੰਦਾ ਸੀ, ਉਹ ਕਿਸੇ ਕੋਲ ਹੁੰਦਾ ਸੀ ਕਿ ਦੁਕਾਨਦਾਰੀ ਕੋਈ ਹੋਰ ਕਰਦਾ ਸੀ। ਜਦੋਂ ਉਦੋਂ ਅੱਗੇ ਫਿਰ ਇਹ ਸਰਕਾਰਾਂ ਨੇ ਸੋਚਿਆ, ਇੱਕ ਵਧੀਆ ਲਕਾਰੀ ਦਾ ਲਿਖਿਆ ਹੋਇਆ, ਕਹਿੰਦੇ ਵੀ ਜੇ ਤੁਸੀਂ ਕਿਸੇ ਕੌਮ ਨੂੰ ਪਰਖਣਾ ਹੋਵੇ,
ਉਹਦੇ ਇਤਿਹਾਸ ਨੂੰ ਦੇਖਣਾ ਹੋਵੇ, ਉਹਦੇ 5-10 ਗਾਣੇ ਸੁਣ ਲਓ ਬੈਠ ਕੇ ਟੀਵੀ ਦੇ ਉੱਪਰ, ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕੌਮ ਕਿੱਧਰ ਨੂੰ ਜਾ ਰਹੀ ਆ। ਫਿਰ ਇਹਨਾਂ ਨੇ ਆਪਣੇ ਕਲਚਰ ਇਦਾਂ ਦਾ ਥੋਪਿਆ ਜਿਹੜਾ ਆਪਣੀ ਨੌਜਵਾਨੀ ਨੂੰ ਹਥਿਆਰਾਂ 'ਚ ਲਾ ਕੇ ਜਾਂ ਹੋਰ ਗਲਤ ਕਲਚਰ 'ਚ ਲਾ ਕੇ ਉਹ ਮਤਲਬ ਨਸ਼ਿਆਂ ਦਿਖਾ ਕੇ ਵਰਲਡ ਦੇ ਵਿੱਚ ਇਹਨਾਂ ਨੇ ਇੱਕ ਜਿਹੜੀ ਕੌਮ ਆ, ਜਿਹੜੀ ਇਨਕਲਾਬੀ ਕੌਮ ਆ, ਉਹਦੇ ਚਿਹਰੇ ਨੂੰ ਲੈ ਕੇ ਗਏ। ਜੇ ਅੱਜ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਇਹ ਉਹ ਕੌਮ ਆ ਇਕੱਲੀ ਸਿੱਖ ਕੌਮ ਨਹੀਂ, ਇਹਦੇ ਕੌਮਾਂ ਸਾਰੀਆਂ ਨਾਲ ਹੁੰਦੀਆਂ ਨੇ ਇਨਕਲਾਬ ਦੇ ਵਿੱਚ। ਤੁਸੀਂ ਉਹ ਦੇਖੋ, ਇਨਕਲਾਬੀ ਸਾਰੇ ਉੱਥੇ ਮਤਲਬ ਗਾਣੇ ਚੱਲਦੇ ਨੇ, ਉਹੀ ਕਲਾਕਾਰ ਨੇ, ਉਹੀ ਰਾਈਟਰ ਨੇ ਜਿਹੜੇ ਇੱਕ ਵਧੀਆ ਸੇਧ ਦੇਣ ਲੱਗੇ ਹੋਏ ਨੇ। ਤੁਸੀਂ ਪ੍ਰਸ਼ਨ ਕੀਤਾ ਮੈਨੂੰ ਵੀ ਐਂਡ ਤੱਕ ਆਮ ਆਦਮੀ ਪਾਰਟੀ ਕਿਵੇਂ ਕਿਸਾਨੀ ਅੰਦੋਲਨ ਦਾ ਸਾਥ ਦੇਵੇਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਇੱਕ ਆਮ ਆਦਮੀ ਪਾਰਟੀ ਦਾ ਆਮ ਵਲੰਟੀਅਰ ਹੋਣ ਦੇ ਨਾਤੇ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਵੀ ਹੇ ਪਰਮਾਤਮਾ ਸਾਨੂੰ ਇੰਨਾ ਬਲ ਬਖਸ਼ੀ। ਅਸੀਂ ਕਦੇ ਸੋਚਿਆ ਨਹੀਂ ਸੀ ਅਮਰਜੀਤ ਭਾਜੀ ਵੀ ਅੱਜ ਡਿਬੇਟ ਦੇ ਉੱਪਰ ਅਸੀਂ ਫੇਸਬੁੱਕ ਚਰਚਾ 'ਚ ਕਿਤੇ ਬੈਠਾਂਗੇ। ਜੇ ਸਾਡੇ 'ਚ ਹੌਸਲਾ ਆਇਆ ਤਾਂ ਇਹਦੀ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਦੇਣ ਆ, ਭਗਵੰਤ ਮਾਨ ਦੀ ਦੇਣ ਆ, ਜਿਨ੍ਹਾਂ ਨੂੰ ਅਸੀਂ ਦੇਖ ਕੇ ਇਹ ਇਨਕਲਾਬ ਦੇ ਵਿੱਚ ਜੂਝਿਆ। ਸਾਨੂੰ ਪਤਾ ਵੀ ਇਹ ਇਨਕਲਾਬ ਦੀ ਲੜਾਈ ਦੀ ਦੂਜੀ ਜੰਗ ਆ ਦੇਸ਼ ਦੀ। ਜਿਹੜਾ ਪਹਿਲਾ ਇਨਕਲਾਬ ਆਪਾਂ ਲੜਿਆ, ਇਹ ਦੂਜਾ ਇਨਕਲਾਬ ਆ ਜਿਹਦੀ ਆਪਾਂ ਲੜਾਈ ਲੜ ਰਹੇ ਹਾਂ। ਇਸ ਕਰਕੇ ਐਂਡ ਤੱਕ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਮੋਦੀ ਸਰਕਾਰ, ਉਦੋਂ ਤੱਕ ਆਮ ਆਦਮੀ ਪਾਰਟੀ ਤਨੋ ਮਨੋ ਤਨੋ ਮਗਰ ਰਹਿ ਕੇ ਕਿਸਾਨ ਭਰਾਵਾਂ ਦੇ ਨਾਲ ਚੱਲੂਗੀ। ਜੋ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਸਟੇਟ ਪ੍ਰਧਾਨ ਕੋਈ ਵੀ ਸਾਨੂੰ ਮਤਲਬ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਨੂੰ ਜਾਂ ਕੋਈ ਵੀ ਕਿਸ ਤਰੀਕੇ ਨਾਲ ਵੀ ਕਹਿਣਗੇ, ਅਸੀਂ ਉਹਨਾਂ ਦੇ ਨਾਲ ਲੱਗੇ ਰਹਾਂਗੇ। ਤੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀਰਾਂ ਨੂੰ, ਅਹੁਦੇ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਉੱਥੇ ਪਾਰਟੀ ਦਾ ਆਪਦਾ ਕੋਈ ਇਸ ਤਰ੍ਹਾਂ ਦਾ ਦਿਖਾਉਣਾ ਨਹੀਂ ਹੈਗਾ ਵੀ ਅਸੀਂ ਆਮ ਆਦਮੀ ਪਾਰਟੀ ਤੋਂ। ਅਸੀਂ ਵੀ ਦਿੱਲੀ ਗਏ ਹਾਂ, ਜਿੰਨਾ ਵੀ ਹੋ ਸਕਿਆ ਤਨ ਮਨ ਧਨ ਦੇ ਨਾਲ ਉੱਥੇ ਸੇਵਾ ਕਰਕੇ ਆਏ ਆ ਤੇ ਐਂਡ ਤੱਕ ਲੜਾਈ ਜਾਰੀ ਰਹੂਗੀ। ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਕਵਰ ਕਰ ਲਵਾਂ, ਸਮਾਂ ਤੁਹਾਡਾ ਵੱਧ ਲੈ ਲਿਆ। ਵੀ ਸੁਪਰੀਮ ਕੋਰਟ ਨੇ, ਅਮਰਜੀਤ ਜੀ ਤੁਸੀਂ ਗੱਲ ਕੀਤੀ ਸੀਗੀ, ਮੇਰੇ ਯਾਦ ਆ ਵੀ ਜਦੋਂ ਕੋਈ ਫੈਸਲਾ ਸੁਣਾਉਣਾ ਹੋਵੇ, ਜਿਹਨੂੰ ਮਤਲਬ ਦੇਖਿਆ ਵੀ ਇਹਨੂੰ ਖੂੰਜੇ ਲਾਉਣਾ, ਫਿਰ ਉਹਦੇ ਪਹਿਲਾਂ ਨੰਬਰ ਬਣਾਉਣੇ ਪੈਂਦੇ ਆ। ਜਿਵੇਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਸੀਗਾ ਵੀ ਤੁਸੀਂ ਇਹ ਕਾਨੂੰਨ ਰੱਦ ਕਰਦੇ ਹੋ ਕਿ ਅਸੀਂ ਇਹਨੂੰ ਰੱਦ ਕਰੀਏ ਜਾਂ ਹੋਲਡ ਕਰੀਏ। ਮੇਰੇ ਚੰਗੀ ਤਰ੍ਹਾਂ ਗੱਲ ਥੋੜੀ ਯਾਦ ਆ। ਤੇ ਉਸ ਦਿਨ ਜਿਸ ਦਿਨ ਇਹ ਗੱਲ ਹੋਈ, ਮੈਂ ਆਪਦੇ ਫੇਸਬੁੱਕ ਪੇਜ ਤੇ ਪਾਇਆ ਕਿ ਭਾਰਤ ਦੇਸ਼ ਦੀ ਸਰਵ ਉੱਚ ਅਦਾਲਤ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦਓ, ਹਾਂ ਜਾਂ ਨਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਉੱਥੇ ਸਾਰੇ ਤੁਸੀਂ ਕਮੈਂਟ ਦੇਖ ਸਕਦੇ ਹੋ ਵੀਰਾਂ ਦੇ, 99.9% ਲੋਕਾਂ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਵੀ ਇਹ ਅਦਾਲਤਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਦੇਣਾ। ਇਸ ਕਰਕੇ ਆਪਾਂ ਨੂੰ ਐਂਡ ਤੱਕ ਇਹ ਲੜਾਈ ਲੜਨੀ ਪੈਣੀ ਆ। ਸੰਘਰਸ਼ ਆਪਦਾ ਲੰਬਾ ਜਾ ਸਕਦਾ। 26 ਤਰੀਕ ਤੋਂ ਬਾਅਦ ਆਪਾਂ ਨੂੰ ਸਾਰੀ ਇਹਦੀ ਰੂਪਰੇਖਾ ਤਿਆਰ ਕਰਨੀ ਪੈਣੀ ਆ। ਜੇ ਉਹਨਾਂ ਨੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਨੂੰ ਜਗ੍ਹਾ ਦਿੱਤੀ ਵੀ ਹਾਂ ਵੀ ਕਿਸਾਨ ਭਰਾ ਉੱਥੇ ਆਪਦਾ ਕਰ ਸਕਦੇ ਆ, ਮੈਨੂੰ ਲੱਗਦਾ ਇਹ ਆਪਣਾ ਅੰਦੋਲਨ ਸਾਲਾਂ ਪਰੇਦੀ ਵੀ ਜਾ ਸਕਦਾ। ਆਪਾਂ ਨੂੰ ਉਹ ਚੀਜ਼ ਲੰਬੀ ਲੜਾਈ ਸੋਚ ਕੇ ਚੱਲਣਾ ਪੈਣਾ, ਕਿਉਂਕਿ ਪਹਿਲਾਂ ਵੀ 9-9 ਮਹੀਨੇ ਤੁਸੀਂ ਦੇਖਿਆ ਅੰਦੋਲਨ ਲੱਗੇ ਆ ਪੰਜਾਬ ਦੇ ਵਿੱਚ। ਇੱਕ ਉਹੀ ਪੰਜਾਬ ਆ ਜਿੱਥੇ ਗੁਰੂਆਂ ਪੀਰਾਂ ਦੀ ਸਾਂਝੀ ਵਾਲਤਾ, ਜਿੱਥੇ ਸਾਰੇ ਧਰਮਾਂ ਦੇ ਲੋਕ ਤੇ ਜਦੋਂ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਆ, 4 ਵਰਨਾਂ ਨੂੰ ਸਾਂਝੇ ਚਾਰੇ ਉੱਥੇ ਮਤਲਬ ਮੁੱਖ ਦਰਬਾਰ ਦਿਖਾਏ ਹੋਏ ਨੇ, ਜਿੱਥੇ ਹਰ ਇੱਕ ਧਰਮਾਂ ਦੇ ਲੋਕ ਨਿਰਵਿਘਨ ਹੋ ਕੇ ਕਿਤੇ ਵੀ ਬੈਠ ਸਕਦੇ ਆ, ਕਿਤੇ ਵੀ ਪ੍ਰਸਾਦਾ ਛਕ ਸਕਦੇ ਆ। ਇਸ ਕਰਕੇ ਕਦੇ ਪੰਜਾਬ ਨੂੰ ਆਂਚ ਨਹੀਂ ਸਕਦੀ। ਇਹ ਪੰਜਾਬ ਨੇ ਹਮੇਸ਼ਾ ਅਗਵਾਈ ਕੀਤੀ ਹੈ ਵੱਡੇ ਵੱਡੇ ਅੰਦੋਲਨਾਂ ਦੀ, ਹੁਣ ਵੀ ਕਰਦੀ ਰਹੂਗੀ। ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਅਸੀਂ ਖੜਾਂਗੇ, ਜਦ ਤੱਕ ਮੋਦੀ ਸਰਕਾਰ ਦੀ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਸੁੱਟ ਨਹੀਂ ਦਿੱਤੀ। ਜੀ ਬਿਲਕੁਲ ਭਾਈ, ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਬਹੁਤ ਧੰਨਵਾਦ ਤੁਹਾਡਾ। ਔਰ ਅਸੀਂ ਵਾਕਈ ਅਸੀਂ ਬਾਹਰ ਜਿੱਦਾਂ NRI ਬੈਠੇ ਹਾਂ, ਅਸੀਂ ਵੀ ਆਮ ਆਦਮੀ ਪਾਰਟੀ ਦੀ ਸਿਫਤ ਕਰਦੇ ਰਹਿੰਦੇ ਹਾਂ। ਇਸ ਕਰਕੇ ਨਹੀਂ ਕਿ ਇਹ ਕੋਈ ਪੋਲੀਟੀਕਲ ਪਾਰਟੀ ਹੈ, ਇਸ ਕਰਕੇ ਹੈ ਕਿ ਇਹਨਾਂ ਦੀ ਸੋਚ ਬਹੁਤ ਵਧੀਆ ਹੈ।
ਇਹਨਾਂ ਦੀ ਸੋਚ ਨੂੰ ਇੰਪਲੀਮੈਂਟ ਹੁੰਦਾ ਦੇਖਿਆ ਇੰਡੀਆ ਦੇ ਵਿੱਚ। ਜਿੱਦਾਂ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਆ ਕਿ ਜੋ ਵੀ ਇਹਨਾਂ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਪਾਇਆ ਉਹ ਤੋਂ ਜ਼ਿਆਦਾ ਡਿਲੀਵਰ ਕੀਤਾ, ਔਰ ਇੰਨੀ ਇਮਾਨਦਾਰੀ ਦੇ ਨਾਲ ਕੀਤਾ ਕਿ ਇੱਕ ਪੂਰੇ ਵਰਲਡ ਦੇ ਵਿੱਚ ਇਸ ਪਾਰਟੀ ਦਾ ਨਾਂ ਲਿਆ ਜਾਂਦਾ। ਅਰਵਿੰਦ ਕੇਜਰੀਵਾਲ ਨੂੰ ਇਸ ਵਕਤ ਪੂਰਾ ਵਰਲਡ ਜਾਣਦਾ, ਦਿੱਲੀ ਨੂੰ ਅੱਜ ਪੂਰਾ ਵਰਲਡ ਜਾਣਦਾ ਇੱਕ ਵਧੀਆ ਜਿਹੜੀ ਉੱਥੇ ਸਰਕਾਰ ਦੇ ਕਰਕੇ। ਤੇ ਮੈਂ ਧਾਲੀਵਾਲ ਸਾਹਿਬ ਨੇ ਜਾਣਾ। ਧਾਲੀਵਾਲ ਸਾਹਿਬ, ਪਹਿਲਾਂ ਮੈਂ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਉਪਵਿੰਦਰ ਸ਼ੈਲੀ ਜੀ ਸਾਡੇ ਨਾਲ ਜੁੜੇ ਆ ਤੇ ਆਪਣੇ ਨਾਲ ਚਰਨਜੀਤ ਗਰੇਵਾਲ ਜੀ ਜੁੜ ਚੁੱਕੇ ਆ। ਧੰਨਵਾਦ ਤੁਹਾਡਾ ਸ਼ੈਲੀ ਜੀ ਤੇ ਗਰੇਵਾਲ ਸਾਹਿਬ ਤੁਹਾਡਾ ਜੁੜਨ ਦਾ। ਹਾਂਜੀ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ। ਜਿਹੜਾ ਕਿਸਾਨੀ ਅੰਦੋਲਨ ਆ, ਇਹ ਕਿਸਾਨੀ ਨੇ ਕਾਫੀ ਜਿਹੜਾ ਆ ਉਹ ਫਰਕ ਪਾ ਦਿੱਤਾ। ਇੱਕ ਤਾਂ ਭਾਈਚਾਰੇ ਵਿੱਚ ਬਹੁਤ ਵਧੀਆ ਭਾਈਚਾਰਾ ਪੈਦਾ ਕਰਤਾ ਹਰਿਆਣਾ ਤੇ ਪੰਜਾਬ ਦੇ ਵਿੱਚ ਹੋਰਾਂ ਸਟੇਟਾਂ ਦੇ ਨਾਲ। ਫਿਰ ਉੱਥੇ ਜਿਹੜੀ ਕਹਿੰਦੇ ਵੀ, ਮੈਂ ਸੁਣਿਆ ਕੱਲ ਸਾਡਾ ਅਮਰਜੀਤ ਸਿੰਘ ਚਲਾਂਗ ਵਾਲੇ ਆਏ ਸੀਗੇ ਜਿਹੜੇ ਉੱਥੇ ਆਰਗੇਨਾਈਜ਼ ਕਰਦੇ ਆ, ਉਹਨਾਂ ਨੇ ਦੱਸਿਆ ਕਿ ਜੇ ਮੰਨ ਲਓ ਕਿਤੇ ਸਾਡੇ ਬੱਚੇ ਤੁਰੇ ਜਾਂਦੇ ਆ ਨਾ, ਉਹਨਾਂ ਦਾ ਕਿਸੇ ਨਾਲ ਮੁੰਡੇ ਨਾਲ ਮੁੰਡਾ ਲੱਗ ਜਾਂਦਾ 3-4 ਵਾਰੀ ਸੌਰੀ ਕਹਿੰਦੇ ਆ। ਇੱਕ ਐਦਾਂ ਦਾ ਸੱਭਿਆਚਾਰ ਉਹਨਾਂ ਦੇ ਟਰੈਕਟਰਾਂ ਦੇ ਉੱਤੇ ਬੜੇ ਧਾਰਮਿਕ ਗਾਣੇ ਲੱਗੇ ਆ, ਬੜੇ ਜੋਸ਼ ਵਾਲੇ ਗਾਣੇ ਲੱਗੇ ਆ, ਜਿੱਥੇ ਕਿ ਲੱਚਰ ਗਾਣੇ ਚੱਲਦੇ ਹੁੰਦੇ ਸੀ। ਤੁਸੀਂ ਇਹ ਦੱਸੋ ਵੀ ਇਹ ਜਿਹੜਾ ਆਪਣਾ ਕਿਸਾਨੀ ਅੰਦੋਲਨ ਆ, ਇਹ ਸੱਭਿਆਚਾਰ ਤੇ ਕੀ ਅਸਰ ਪਾਏਗਾ? ਇਹ ਅਮਰਜੀਤ, ਜਿਹੜਾ ਇਹਦਾ ਸਮਝਣ ਵਾਲੀ ਚੀਜ਼ ਇਹ ਆ ਕਿ ਪਿਛਲੇ 40 ਸਾਲ ਤੋਂ ਜਿੱਦਾਂ ਅਸੀਂ ਦੇਖਿਆ ਪੰਜਾਬ ਨੂੰ, 80 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਕਈ ਰੂਪ ਆਪਣੇ ਅਖਤਿਆਰ ਕੀਤੇ ਆ। 80 ਤੋਂ ਬਾਅਦ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ, ਸਿੱਖਾਂ ਦਾ ਕਤਲੇਆਮ ਹੋਇਆ, ਦੂਜੇ ਲੋਕ ਮਾਰੇ ਗਏ, ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ, ਉੱਥੇ ਸਿੱਖਾਂ ਦਾ ਕਤਲੇਆਮ ਹੋਇਆ। ਇੱਕ ਉਹ ਦੌਰ ਸੀਗਾ, ਬਹੁਤ ਖਤਰਨਾਕ ਦੌਰ ਸੀਗਾ, ਪੰਜਾਬ ਨੇ ਉਹੀ ਆਪਣੇ ਪਿੰਡੇ ਤੇ ਹਟਾਇਆ। ਫਿਰ ਪਿਛਲੇ 10-12 ਸਾਲ ਤੋਂ 15 ਸਾਲ ਤੋਂ ਨਸ਼ਿਆਂ ਦਾ ਦੌਰ ਜਿਹੜਾ ਸੀਗਾ ਉਹ ਪੰਜਾਬ ਨੇ ਹਟਾਇਆ। ਜਦੋਂ ਜਿੱਦਾਂ ਦਾ ਕੋਈ ਦੌਰ ਆ ਜਾਂਦਾ ਨਾ, ਉੱਦਾਂ ਦੇ ਸਾਡੇ ਰਿਸ਼ਤੇ ਬਦਲ ਜਾਂਦੇ ਆ, ਉੱਦਾਂ ਦੇ ਸਾਡੀਆਂ ਸਾਂਝਾਂ ਸਰੀਕੇਬਾਜ਼ੀਆਂ, ਉੱਦਾਂ ਦਾ ਗੀਤ ਸੰਗੀਤ ਕਲਚਰ, ਸਾਡੀ ਲੇਖਣੀ, ਕਵੀਆਂ ਦੀ ਲੇਖਣੀ, ਸਾਰਾ ਕੁਝ ਜਿਹੜਾ ਸਮੇਂ ਦੇ ਅਨੁਸਾਰ ਜਿਹੜਾ ਉਹ ਚੇਂਜ ਹੋ ਜਾਂਦਾ। ਅਸੀਂ ਚੇਂਜ ਹੁੰਦਾ ਦੇਖਿਆ, ਆਪਣੇ ਹੱਡਾਂ ਦੇ ਉੱਤੇ ਹੰਡਾਇਆ ਸਾਰਾ ਕੁਝ। 80 ਤੋਂ ਲੈ ਕੇ ਹੁਣ ਤੱਕ ਦਾ ਦੌਰ ਨੂੰ ਉਹਦੇ 'ਚ ਆਪਾਂ ਜਦੋਜਹਿਦ ਵੀ ਕੀਤੀ, ਸਭ ਕੁਝ ਕੀਤਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਦਾ ਦੌਰ ਹੈ, ਮੈਂ ਸਮਝਦਾ ਕਿ ਸਾਡੀ 58 ਸਾਲ ਉਮਰ ਹੋ ਗਈ ਆ। ਅਸੀਂ ਜਿਹੜੇ ਮਾੜੇ ਦੌਰ ਦੇਖ ਕੇ ਆਏ ਸੀਗੇ, ਅਸੀਂ ਜਿਹੜਾ ਪੰਜਾਬ ਦਾ ਦਿਖਾਂਤ ਦੇਖਿਆ, ਅਸੀਂ ਜਿਹੜਾ ਨਸ਼ਿਆਂ ਦਾ ਦੌਰ ਦੇਖਿਆ, ਨਸ਼ੇ ਅੱਜ ਵੀ ਆ ਗਏ ਆ ਪੰਜਾਬ ਦੇ ਵਿੱਚ, ਪਰ ਪਿਛਲੇ ਮਤਲਬ 5-6 ਸਾਲ ਬਹੁਤ ਜ਼ਬਰਦਸਤ ਅਕਾਲੀ ਸਰਕਾਰ 'ਚ ਇੰਨਾ ਕੁ ਜ਼ਿਆਦਾ ਨਸ਼ਿਆਂ ਦਾ ਵਹਿਣ ਸੀਗੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਸੋ ਇੱਕ ਨਵੇਂ ਦੌਰ ਦਾ ਅਸੀਂ ਸਾਹਮਣਾ ਕੀਤਾ। ਜਿਹੜਾ ਕਿਸਾਨੀ ਮੂਵਮੈਂਟ ਹੈ, ਇਹਨੇ ਪੰਜਾਬ ਦੇ ਰਿਸ਼ਤਿਆਂ ਨੂੰ ਵੀ ਚੇਂਜ ਕਰਨਾ, ਇਹਨੇ ਪੰਜਾਬ ਦੇ ਸੰਗੀਤ ਨੂੰ ਵੀ ਚੇਂਜ ਕਰਨਾ, ਇਹਨੇ ਪੰਜਾਬ ਦੀ ਕਵਿਤਾ ਨੂੰ ਵੀ ਚੇਂਜ ਕਰਨਾ, ਇਹਨੇ ਪੰਜਾਬ ਦੀ ਕਹਾਣੀ ਨੂੰ ਵੀ ਚੇਂਜ ਕਰਨਾ, ਇਹਨੇ ਪੰਜਾਬ ਦੇ ਨਾਵਲ ਨੂੰ ਵੀ ਚੇਂਜ ਕਰਨਾ, ਇਹਨੇ ਪੰਜਾਬ ਦੀ ਹਰ ਚੀਜ਼ ਨੂੰ, ਪਹਿਰਾਵੇ ਨੂੰ, ਸਮਾਜਿਕ ਸਾਂਝਾਂ ਨੂੰ, ਰਿਸ਼ਤੇਦਾਰੀਆਂ ਨੂੰ, ਪਿੰਡਾਂ ਦੇ ਵਿੱਚੋਂ ਧੜੇਬੰਦੀਆਂ ਖਤਮ ਹੋਣਗੀਆਂ, ਕਈ ਕੁਝ ਹੋਊਗਾ। ਸਭ ਤੋਂ ਜ਼ਿਆਦਾ ਤੇ ਜਿਹੜਾ ਮੈਂ ਪਹਿਲਾਂ ਬੋਲਦਿਆਂ ਕਿਹਾ ਸੀ ਨਾ ਕਿ ਜਿੰਨੇ ਲੋਕ ਸਾਨੂੰ ਹੁਣ ਤੱਕ ਪਾੜਦੇ ਰਹੇ ਜਾਤਾਂ ਪਾਤਾਂ ਦੇ, ਧਰਮਾਂ ਦੇ ਨਾਂ ਦੇ ਉੱਤੇ, ਵੱਖ-ਵੱਖ ਮੁੱਦਿਆਂ ਦੇ ਉੱਤੇ, ਉਹਨਾਂ ਨੂੰ ਨੰਗਿਆ ਕੀਤਾ, ਉਹਨਾਂ ਤੋਂ ਸਾਡੀ ਜਾਨ ਛੁੱਟ ਜੂਗੀ। ਸੋ ਕਿਸਾਨੀ ਅੰਦੋਲਨ ਦੀ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੇਣ ਹੋਊਗੀ। ਇੰਨੇ ਇਕੱਲੇ ਬਿੱਲ ਹੀ ਨਹੀਂ ਸਰ, ਬਿੱਲ ਤੇ ਮਾਫ ਹੋਣਗੇ, ਬਿੱਲ ਤੇ ਰੱਦ ਹੋਣਗੇ, ਬਿੱਲ ਤੇ ਜਾਣਗੇ। ਇੰਡੀਆ ਦੀ ਗੌਰਮੈਂਟ ਤੋਂ ਝੁਕਾਊਗਾ ਕਿਸਾਨੀ ਅੰਦੋਲਨ, ਪਰ ਸਾਡੇ ਲਈ, ਪੰਜਾਬ ਦੀ ਲੰਬੀ ਉਮਰ ਵਾਸਤੇ, ਪੰਜਾਬ ਦੀ ਦੂਰਦਰਸ਼ ਇੱਥੇ ਬਹੁਤ ਜ਼ਿਆਦਾ ਇਹਦੇ ਪ੍ਰਭਾਵ ਪੈਣਗੇ। ਸੋ ਮੈਂ ਸਮਝਦਾ ਕਿ ਨਵੀਆਂ, ਜਿੱਦਾਂ ਸ਼ੇਖੋ ਸਾਹਿਬ ਕਹਿੰਦੇ ਕਿ ਗੀਤ ਬਦਲ ਗਏ, ਸਰ ਉਹੀ ਕਲਾਕਾਰ ਨੇ, ਉਹੀ ਗਾਉਣ ਵਾਲੇ ਨੇ। ਬਹੁਤ ਸਾਰੇ ਗਾਉਣ ਵਾਲੇ ਸੀਗੇ ਜਿਨ੍ਹਾਂ ਨੇ ਪਿਛਲੇ 10-15 ਸਾਲ 20 ਸਾਲ ਇੱਦਾਂ ਦੇ ਭੈੜੇ ਗੀਤ ਗਾਏ, ਮੈਂ ਕਹਿ ਨਹੀਂ ਸਕਦਾ, ਮੈਂ ਨਾਮ ਹੀ ਲੈ ਸਕਦਾ, ਪਰ ਲੈਣੇ ਨਹੀਂ ਚਾਹੀਦੇ, ਪਰ ਚੰਗੇ ਗਾਇਕ ਵੀ ਸੀਗੇ ਉਦੋਂ। ਪਰ ਜਿਹੜੇ ਜੱਟਾਂ ਦਾ, ਜਿਨ੍ਹਾਂ ਨੇ ਰੂਪ ਵਿਗਾੜਤਾ, ਜਿਨ੍ਹਾਂ ਨੇ ਜਾਤਾਂ ਪਾਤਾਂ ਦੇ ਗੀਤ ਗਾਏ, ਅੱਜ ਉਹਨਾਂ ਨੂੰ ਅਕਲ ਆਈ, ਅੱਜ ਉਹਨਾਂ ਨੇ ਸਿੱਖਿਆ ਕਿ ਯਾਰ ਜੱਟ ਦੀ ਰਾਹ ਹਾਲਤ ਹੈ, ਕਿਸਾਨੀ ਦੀ ਰਾਹ ਹਾਲਤ ਹੈ। ਅੱਜ ਉਹਨਾਂ ਗਾਇਕਾਂ ਨੂੰ ਵੀ ਉੱਥੇ ਜਾ ਕੇ ਬੈਠਣਾ ਪਿਆ, ਗੀਤ ਗਾਉਣੇ ਪਏ। ਉਹਨਾਂ ਨੇ ਆਪਣੇ ਗੀਤ ਦੀ, ਆਪਣਾ ਸੁਰ ਜਿਹੜੀਆਂ ਉਹ ਚੇਂਜ ਕੀਤੀਆਂ, ਆਪਣਾ ਗੀਤ ਚੇਂਜ ਕੀਤਾ। ਸੋ ਮੈਂ ਕਹਿੰਦਾ ਕਿ ਇਹ ਬਹੁਤ ਵੱਡਾ ਇੱਕ ਬਦਲਾਅ ਪੰਜਾਬ ਦੇ ਵਿੱਚ ਜਿਹੜਾ ਆ ਰਿਹਾ। ਔਰ ਮੈਂ ਸਮਝਦਾ ਕਿ ਇਹ ਅਮਰਜੀਤ, ਜਿਨ੍ਹਾਂ ਨੇ, ਅਸੀਂ ਵੀ ਖੁਦ ਸਿਰਫ ਲੋਕ ਲਹਿਰਾਂ ਦਾ ਇਤਿਹਾਸ ਪੜ੍ਹਿਆ ਸੀਗਾ,
ਅਸੀਂ ਪੜ੍ਹਦੇ ਸੀਗੇ ਕਿ ਕਿੱਦਾਂ ਦਿੱਲੀ ਜਿੱਤਣ ਗਏ ਲੋਕ, ਕਿੱਦਾਂ ਸਿੱਖਾਂ ਦੀਆਂ ਲੜਾਈਆਂ ਹੋਈਆਂ, ਕਿੱਦਾਂ ਪੰਜਾਬ ਦੇ ਵਿੱਚ ਲੜਾਈਆਂ ਹੋਈਆਂ, ਕਿੱਦਾਂ ਅਹਿਮਦ ਸ਼ਾਹ ਅਬਦਾਲੀ ਹੋਣੀ ਕਰਦੇ ਰਹੇ। ਅੱਜ ਸੱਚੀ ਗੱਲ ਇਹ ਹੈ ਕਿ ਅਸੀਂ 27 ਨਵੰਬਰ ਨੂੰ ਮੈਂ ਤੇ ਮੇਰੇ ਨਾਲ ਅਸੀਂ 25-26 ਗੱਡੀਆਂ ਸੀਗੀਆਂ ਮਾਝੇ ਦੇ, ਸਾਡੇ ਆਮ ਆਦਮੀ ਪਾਰਟੀ ਦੇ ਕਾਫੀ ਲੀਡਰ ਸੀਗੇ। ਅਸੀਂ ਖਨੌਰੀ ਬਾਰਡਰ ਤੋਂ ਜਿਹੜਾ 27 ਨਵੰਬਰ ਨੂੰ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਨੂੰ ਕੂਚ ਕੀਤੇ ਸੀਗੇ। ਤੇ ਮੈਂ ਉਸ ਦਿਨ ਦੇਖਿਆ ਕਿ ਲੋਕ ਲਹਿਰ ਦਾ ਅਸਲੀ ਰੂਪ ਕੀ ਹੁੰਦਾ। ਮੈਨੂੰ ਮੈਂ ਪੜ੍ਹਿਆ ਸੀਗਾ, ਬਹੁਤ ਵਾਰ ਪੜ੍ਹਿਆ ਸੀਗਾ, ਪਰ ਉਸ ਦਿਨ ਪਤਾ ਲੱਗਾ ਕਿ ਲੋਕ ਲਹਿਰਾਂ ਕੀ ਹੁੰਦੀਆਂ। ਲੋਕ ਜਦੋਂ ਉੱਠ ਪੈਂਦੇ ਆ ਤੇ ਉਦੋਂ ਕਿੱਦਾਂ ਉੱਠਦੇ ਆ। ਮੈਂ ਦੇਖਿਆ ਲੋਕ ਕਿੱਦਾਂ ਸਾਡੇ ਨਾਲ ਗਏ ਸੀ, ਸਵੇਰ ਦੇ ਤੁਰੇ ਸੀ, ਰਾਤ 11 ਸਾਢੇ 11 ਵਜੇ 12 ਵਜੇ ਅਸੀਂ ਦਿੱਲੀ ਜਾ ਕੇ ਬਹਾਦਰਗੜ੍ਹ ਪਹੁੰਚੇ। ਉਸ ਦਿਨ ਦੇਖਿਆ ਨਜ਼ਾਰਾ ਜਿਹੜਾ। ਮੁੜ ਕੇ ਤੇ ਚਲੋ ਅਸੀਂ 2-3 ਦਿਨ ਫੇਰ ਉੱਥੋਂ ਜਾ ਕੇ ਆਏ ਆ। ਅਸੀਂ ਬਹੁਤ ਕੁਛ ਉਦੋਂ ਨੇੜਿਓਂ ਦੇਖ ਰਹੇ ਆ, ਪੰਜਾਬ 'ਚ ਵੀ ਕਰ ਰਹੇ, ਹਰ ਐਕਸ਼ਨ ਤੇ ਅਸੀਂ ਆਪਣਾ ਉਹ ਕਰਦੇ ਆ। ਹਰ ਐਕਸ਼ਨ ਨੂੰ, ਚਾਹੇ ਉਹ ਕਿਸਾਨ ਜਥੇਬੰਦੀਆਂ ਦਾ ਹੁੰਦਾ, ਚਾਹੇ ਸਾਡੀ ਪਾਰਟੀ ਦਾ ਹੁੰਦਾ, ਅਸੀਂ ਹਰ ਐਕਸ਼ਨ ਨੂੰ ਅਮਲੀ ਰੂਪ ਦਿੰਦੇ ਆ। ਪਿੰਡਾਂ ਦੇ ਵਿੱਚ ਰੋਜ਼ ਮੀਟਿੰਗਾਂ ਰੈਲੀਆਂ ਕਰਦੇ ਆ, ਜਾਗਰੂਕ ਕਰ ਰਹੇ ਆ। ਔਰ ਮੈਂ ਤਾਂ ਰੋਜ਼ ਬੋਲਦਾ ਕਿ ਜਾਗਦੀ ਜ਼ਮੀਰ ਵਾਲੇ ਬੰਦੇ ਨੂੰ, ਰੋਜ਼ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦਾ, ਅੱਜ ਵੀ ਚੱਲਿਆ ਰਮਦਾਸ ਮੀਟਿੰਗ ਕਰ। ਮੈਂ ਰੋਜ਼ ਬੋਲਦਾ ਕਿ ਜਾਗਦੀ ਜ਼ਮੀਰ ਵਾਲੇ ਬੰਦੇ ਨੂੰ ਇੱਕ ਵਾਰ ਦਿੱਲੀ ਜ਼ਰੂਰ ਜਾਣਾ ਚਾਹੀਦਾ। ਇਕੱਲੇ ਅੰਦੋਲਨ ਵਾਸਤੇ ਨਹੀਂ, ਉਹਨਾਂ ਨੇ ਜਿਨ੍ਹਾਂ ਨੇ ਪੰਜਾਬ ਨਹੀਂ ਦੇਖਿਆ। ਦੇਖੋ ਅਮਰਜੀਤ, ਬਹੁਤ ਲੋਕ ਆ, ਤੁਸੀਂ ਇਹਦੇ ਬਾਹਰ ਜੋ ਇੱਥੇ ਵੀ ਬਹੁਤ ਲੋਕ ਨੇ ਵਿਚਾਰੇ ਜਿਹੜੇ ਨਾਲੇ ਤੋਂ ਅੰਮ੍ਰਿਤਸਰ ਚਲ ਜਾਂਦੇ ਆ, ਵੱਧ ਤੋਂ ਵੱਧ ਅੰਮ੍ਰਿਤਸਰ ਤੋਂ ਤਰਨਤਾਰਨ ਚਲ ਗਏ, ਵੱਧ ਤੋਂ ਵੱਧ ਹੋਲਾ ਮਹੱਲਾ ਸਾਹਿਬ ਤੇ ਆਨੰਦਪੁਰ ਚਲ ਗਏ, ਵੱਧ ਤੋਂ ਵੱਧ ਤਲਵੰਡੀ ਸਾਬੋ ਚਲ ਗਏ। ਪੂਰਾ ਪੰਜਾਬ ਕਿਸੇ ਨੇ ਵੇਖਿਆ। ਤੇ ਜੇ ਸਹੀ ਮਾਇਨਿਆਂ ਦੇ ਵਿੱਚ ਪੂਰਾ ਪੰਜਾਬ ਕਿਸੇ ਨੇ ਤੱਕਣਾ ਤਾਂ ਉਹਨੂੰ ਇਸ ਵੇਲੇ ਦਿੱਲੀ ਦੇ ਬਾਰਡਰਾਂ ਦੇ ਜਾਣਾ ਚਾਹੀਦਾ। ਉਹਨੂੰ ਪ੍ਰੋਫੈਸਰ ਪੂਰਨ ਸਿੰਘ ਵਾਲਾ ਪੰਜਾਬ ਜਿਹੜਾ ਕਹਿੰਦਾ ਗੁਰੂਆਂ ਪੀਰਾਂ ਦਾ, ਖਿਡਾਰੀਆਂ ਲਖਾਰੀਆਂ ਦਾ ਪੰਜਾਬ, ਜਿਹੜਾ ਬਹਾਦਰਾਂ ਦਾ ਪੰਜਾਬ, ਤੁਹਾਨੂੰ ਉੱਥੇ ਜਾ ਕੇ ਦੇਖੂਗਾ ਕਿ ਆਹ ਆ ਅਸਲ ਪੰਜਾਬ। ਮੈਂ ਕਾਫੀ ਪਹਿਲਾਂ ਵੀ ਸਟੂਡੈਂਟ ਲੀਡਰ ਰਿਹਾ, ਕਿਸਾਨ ਲੀਡਰ ਰਿਹਾ, ਹੁਣ ਆਮ ਆਦਮੀ ਪਾਰਟੀ 'ਚ ਬੜੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਿਆ, ਬਹੁਤ ਸਾਰੇ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ। ਕਈ ਏਰੀਏ ਮੈਂ ਵੀ ਅਜੇ ਨਹੀਂ ਦੇਖੇ ਪੰਜਾਬ ਦੇ, ਕਈ ਏਰੀਏ ਮੈਂ ਦੇਖੇ ਨਹੀਂ। ਮੈਂ ਦੁਆਬੇ ਦਾ ਅਬਜ਼ਰਵਰ ਸੀ, ਇੰਚਾਰਜ ਸੀਗਾ, ਮਾਝੇ ਜ਼ੋਨ ਦਾ ਪ੍ਰਧਾਨ ਸੀਗਾ, ਪਰ ਮੈਂ ਅਜੇ ਵੀ ਮਾਲਵੇ ਦੇ ਕਈ ਏਰੀਏ ਨਹੀਂ ਦੇਖੇ ਮੈਨੂੰ। ਪਰ ਉਹ ਮੈਂ ਸਾਰੇ ਉੱਥੇ ਵੇਖ ਆਇਆ। ਹੁਣ 2-3 ਦਿਨਾਂ ਜਾ ਕੇ ਦਿੱਲੀ 'ਚ ਜਾ ਕੇ ਵੇਖ ਆਇਆ ਕਿ ਆਹ ਭੁੱਚੋ ਵਾਲੇ ਬੈਠੇ ਆ, ਆਹ ਫਾਜ਼ਿਲਕੇ ਵਾਲੇ ਬੈਠੇ ਆ, ਆਹ ਅਬੋਹਰ ਵਾਲੇ ਬੈਠੇ ਆ, ਆਹ ਮੁਕਤਸਰ ਵਾਲੇ ਬੈਠੇ ਆ, ਕੌਣ ਬੈਠਾ। ਤੁਹਾਨੂੰ ਅਸਲੀ ਪੰਜਾਬ ਜਿਹੜਾ ਉਹ ਨਜ਼ਰ ਆਉਂਦਾ। ਸੋ ਮੈਂ ਸਮਝਦਾ ਕਿ ਸਾਰਾ ਕੁਝ ਬਦਲੂਗਾ। ਮੈਂ ਤੁਹਾਨੂੰ ਜਿੱਦਾਂ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਲੈਂਗੁਏਜ ਦੇ ਵਿੱਚ ਪ੍ਰੋਬਲਮਾਂ ਸੀਗੀਆਂ, ਜਿਹੜੀਆਂ ਪੰਜਾਬੀ ਮਾਂ ਬੋਲੀ ਦੇ ਸਾਹਮਣੇ ਪ੍ਰੋਬਲਮਾਂ ਆ ਰਹੀਆਂ, ਉਹ ਵੀ ਹੁਣ ਹੱਲ ਹੋਣਗੀਆਂ। ਪੰਜਾਬ ਦਾ ਨਾਟਕ ਬਦਲ ਜਾਊਗਾ, ਪੰਜਾਬ ਦੀਆਂ ਫਿਲਮਾਂ ਬਦਲ ਜਾਣਗੀਆਂ, ਬਹੁਤ ਕੁਝ ਬਦਲ ਜਾਊਗਾ। ਸੋ ਮੈਂ ਸਮਝਦਾ ਕਿ ਇਸ ਅੰਦੋਲਨ ਨੇ ਪੰਜਾਬ ਦਾ ਇਤਿਹਾਸ ਬਦਲਤਾ। ਇਸ ਅੰਦੋਲਨ ਨੇ ਸਾਡੇ ਅੰਦਰ, ਇਹ ਸੱਚੀ ਗੱਲ ਹੈ, ਲੋਕ ਜੋ ਮਰਜ਼ੀ ਕਹਿਣ। ਦੇਖੋ ਲੋਕ ਕਹਿੰਦੇ ਜੀ ਸਾਡਾ ਹੁਲੀਆ ਵਿਗਾੜਿਆ ਗਿਆ ਸੀਗਾ। ਸਰ ਬਿਲਕੁਲ ਹੁਲੀਆ ਨਹੀਂ ਵਿਗਾੜਿਆ ਗਿਆ। ਅਕਾਲੀਆਂ ਦੇ ਰਾਜ ਤੋਂ ਸ਼ੁਰੂ ਹੋਇਆ ਅੱਜ ਤੱਕ 6ਵਾਂ ਦਰਿਆ ਨਸ਼ਿਆਂ ਦਾ ਜਿਹੜਾ ਅੱਜ ਵੀ ਵਗ ਰਿਹਾ। ਅੱਜ ਵੀ ਲੋਕ ਮੁੰਡੇ ਵਿਚਾਰੇ ਨਸ਼ਿਆਂ ਦੇ ਲੋਕਾਂ ਦਾ ਮਰਦੇ ਆ। ਅਸੀਂ ਅਫਸੋਸਾਂ ਦੇ ਜਾਂਦੇ ਆ, ਅਸੀਂ ਭੋਗਾਂ ਦੇ ਜਾਂਦੇ ਆ, ਬਹੁਤ ਬੁਰੀ ਹਾਲਤ ਹੈ। ਬਟ ਇਹਦੇ ਦਰਮਿਆਨ ਵਿੱਚੋਂ ਇਹ ਚੀਜ਼ ਜਿਹੜੀ ਉੱਭਰ ਕੇ ਸਾਹਮਣੇ ਆਈ ਆ, ਇਹਨੇ ਨਸ਼ਿਆਂ ਨੂੰ ਵੀ ਠੱਲ ਪਾਉਣਾ। ਜਿਹੜਾ ਠੱਲ ਗੌਰਮੈਂਟ ਨਹੀਂ ਪਾ ਸਕੀ, ਜਿਹੜਾ ਠੱਲ ਪੁਲਿਸਾਂ ਨਹੀਂ ਪਾ ਸਕੀਆਂ, ਜਿਹੜਾ ਸਾਡਾ ਸਿਸਟਮ ਨਹੀਂ ਪਾ ਸਕਿਆ, ਉਹ ਠੱਲ ਹੁਣ ਇਹ ਅੰਦੋਲਨ ਪਾਊਗਾ। ਕਿਉਂਕਿ ਜਿਹੜੇ ਲੋਕ ਵਿਹਲੇ ਹੀ ਨਾਰਾਜ਼ ਸੀਗੇ, ਜੌਬਾਂ ਨਹੀਂ ਮਿਲੀਆਂ, ਨੌਕਰੀਆਂ ਨਹੀਂ ਮਿਲੀਆਂ, ਬੇਰੁਜ਼ਗਾਰੀ ਸੀਗੀ, ਉਹਦੇ ਕਰਕੇ ਮੁੰਡੇ ਨਸ਼ਿਆਂ ਨੂੰ ਚਲੇ ਗਏ। ਉਹ ਇੱਕ ਨਵੀਂ ਧਾਰਾ ਦੇ ਵਿੱਚ ਜਿਹੜਾ ਉਹਨਾਂ ਦੀ ਜ਼ਿੰਦਗੀ ਦੀ ਧਾਰਾ ਜਿਹੜੀ ਚੇਂਜ ਕਰਤੀ ਹੈ ਅੰਦੋਲਨ ਨੇ। ਉਹੀ ਮੁੰਡੇ ਨੇ ਸਰ, ਉਹੀ ਮੁੰਡੇ ਨੇ ਹੁਣ ਟਰੈਕਟਰਾਂ ਦੇ ਬੈਠੇ, ਉਹੀ ਮੁੰਡੇ ਨੇ ਜਿਹੜੇ ਧਾਰਮਿਕ ਗੀਤ ਗਾਉਂਦੇ ਆ, ਉਹੀ ਮੁੰਡੇ ਨੇ ਜਿਹੜੇ ਉਹ ਸ਼ਹੀਦ ਅੱਜ ਭਗਤ ਸਿੰਘ ਦੇ ਉੱਥੇ ਗੀਤ ਵਜਾ ਰਹੇ ਆ, ਉਹੀ ਮੁੰਡੇ ਆ ਜਿਹੜੇ ਕਰਤਾਰ ਸਰਾਭੇ ਦੀਆਂ ਵਾਰਾਂ ਗਾਉਂਦੇ ਆ, ਗਦਰੀ ਬਾਬੇ ਦੀਆਂ ਵਾਰਾਂ ਗਾਉਂਦੇ ਆ। ਕਿਉਂਕਿ ਬਦਲ ਗਿਆ, ਲੋਕਾਂ ਨੂੰ ਇੱਕ ਮਿਲ ਗਿਆ ਕਿ ਯਾਰ ਨਹੀਂ ਸਾਨੂੰ ਲੜਨਾ ਪਊਗਾ। ਔਰ ਲੜਨਾ ਵੀ ਇਸ ਕਰਕੇ ਕਿ ਬੇਰੁਜ਼ਗਾਰੀ ਵੀ ਇਸ ਕਰਕੇ ਹੋਈ ਕਿ ਐਗਰੀਕਲਚਰ ਪੰਜਾਬ ਦੇ ਵਿੱਚ ਖੜੋਤ ਆ ਗਈ ਬਹੁਤ ਬੁਰੀ ਤਰ੍ਹਾਂ। ਉਹ ਨੌਕਰੀ ਕੋਈ ਹੈ ਨਹੀਂ, ਐਗਰੀਕਲਚਰ ਘਾਟੇ ਬੰਦਿਆਂ ਵਾਲਾ ਸੌਦਾ ਹੋ ਗਿਆ ਤੇ ਉਹ ਸਰਕਾਰਾਂ ਨੂੰ ਮੌਕਾ ਮਿਲ ਗਿਆ। ਸਰਕਾਰਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਲਾਤਾ। ਨਸ਼ਿਆਂ ਦੇ ਕਰਕੇ ਉਹ ਕੀ ਕਹਿੰਦੇ ਕਿ 80 ਤੋਂ ਬਾਅਦ ਸਾਡੇ ਮੁੰਡਿਆਂ ਦੇ ਹੱਥਾਂ 'ਚ AK-47 ਫੜਾਤੀਆਂ ਸੀਗੀਆਂ, ਹੁਣ ਕੈਪਸੂਲ ਤੇ ਟੀਕੇ ਫੜਾਤੇ ਸੀਗੇ। ਪਰ ਹੁਣ ਜਿਹੜਾ ਆ ਉਹ ਜਿਹੜੇ ਝੰਡੇ ਹਰੇ ਰੰਗ ਦੇ ਆ, ਉਹ ਜਿਹੜੇ ਇਨਕਲਾਬ ਦੇ ਝੰਡੇ ਆ, ਤਬਦੀਲੀ ਦੇ ਝੰਡੇ, ਉਹ ਉਹਨਾਂ ਮੁੰਡਿਆਂ ਦੇ ਹੱਥਾਂ 'ਚ ਆ।
ਇਸ ਕਰਕੇ ਪੰਜਾਬ ਹਰ ਪੱਖ ਤੋਂ ਬਦਲ ਜਾਏਗਾ। ਬੜੇ ਚੰਗੇ ਦਿਨ ਆ ਸਕਦੇ ਹੁਣ ਆਉਣਗੇ ਪੰਜਾਬ ਦੇ ਉੱਤੇ, ਕਿਉਂਕਿ ਇਸ ਅੰਦੋਲਨ ਨੇ ਬਹੁਤ ਕੰਟਰੀਬਿਊਸ਼ਨ ਜਿਹੜੀ ਆ ਉਹ ਕਰਨੀ ਹੈ, ਬਿੱਲ ਵੀ ਮਾਫ ਕਰਾਉਣੇ ਆ ਤੇ ਸਾਡੀ ਜ਼ਿੰਦਗੀ ਦੇ ਉੱਤੇ ਵੀ ਅਸਰ ਪਾਉਣਾ। ਅਸੀਂ ਤੇ ਸਰ ਲੋਕ ਕਹੀ ਜਾਂਦੇ, ਅੱਜ ਵੀ ਅੰਕੜੇ ਪੜ੍ਹੋ ਤੁਸੀਂ ਨੈੱਟ ਦੇ ਉੱਤੇ ਸਾਡੇ ਤੋਂ ਜ਼ਿਆਦਾ ਜਾਣਦੇ ਹੋ। ਸਭ ਤੋਂ ਵੱਧ ਸ਼ਰਾਬ ਪੰਜਾਬ 'ਚ ਵਿਕਦੀ ਹੈ, ਸਭ ਤੋਂ ਵੱਧ ਮਤਲਬ ਪੈਸਾ ਜਿਹੜਾ ਪੰਜਾਬ ਦੇ ਵਿਆਹਾਂ 'ਤੇ ਬਰਬਾਦ ਕੀਤਾ ਜਾਂਦਾ, ਰੈਸਟੋਰੈਂਟਾਂ ਦੇ ਉੱਤੇ ਪੈਲਸਾਂ ਦੇ ਵਿੱਚ ਕਿੱਦਾਂ ਦੀਆਂ ਸ਼ਰਾਬਾਂ ਲੋਕ ਆਪਣੇ ਵਿਆਹਾਂ 'ਤੇ ਪਿਉਂਦੇ ਆ। ਨਸ਼ਾ ਇਕੱਲਾ ਸਰ ਟੀਕੇ ਹੀ ਨਹੀਂ, ਨਸ਼ਾ ਇਕੱਲਾ ਸਮੈਕ ਥੋੜ੍ਹੀ ਆ। ਅਸੀਂ ਸ਼ਰਾਬ ਦੇ ਆਦੀ ਹੋ ਗਏ, ਇੰਨੀ ਸ਼ਰਾਬ ਪੰਜਾਬ ਦੇ ਵਿੱਚ ਵੀ ਕੋਈ ਕਹਿਣ ਦੀ ਗੱਲ ਨਹੀਂ। ਲੀਗਲ ਕਿੰਨੀ, ਅਨਲੀਗਲ ਕਿੰਨੀ, ਉਹਦਾ ਕੋਈ ਅੰਕੜੇ ਕਹਿੰਦੇ ਵੱਡੇ ਆ ਵੀ ਕੋਈ ਸੋਚ ਕੇ ਹੈਰਾਨ ਹੋ ਜਾਂਦੇ ਵੀ ਕਿੰਨੀ ਸ਼ਰਾਬ ਲੋਕ ਪੀਦੇ ਆ। ਇਸ ਕਰਕੇ ਪੰਜਾਬ ਨੂੰ ਸਰੀਰਕ ਪੱਖੋਂ ਵੀ ਮਾਰਿਆ ਗਿਆ, ਪੰਜਾਬ ਨੂੰ ਕਲਚਰ ਦੇ ਪੱਖੋਂ ਵੀ ਮਾਰਿਆ ਗਿਆ, ਪੰਜਾਬ ਨੂੰ ਆਰਥਿਕ ਦੇ ਪੱਖੋਂ ਵੀ ਮਾਰਿਆ ਗਿਆ, ਪੰਜਾਬ ਨੂੰ ਸੋਸ਼ਲ ਤੌਰ 'ਤੇ ਵੀ ਮਾਰਿਆ ਗਿਆ। ਬਟ ਇਸ ਅੰਦੋਲਨ ਨੇ ਹੁਣ ਸਾਨੂੰ ਸਾਰੇ ਇਹਨਾਂ ਸੰਕਟਾਂ ਦੇ ਵਿੱਚੋਂ ਜਿਹੜਾ ਕੱਢ ਦੇਣਾ, ਔਰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਆ ਉਹ ਜਿੱਤ ਹੋਣੀ ਚਾਹੀਦੀ ਹੈ। ਇੱਕ ਵਾਰ ਮੈਂ ਅਮਰਜੀਤ, ਕਿਉਂਕਿ ਮੈਂ ਤੁਹਾਨੂੰ ਦੱਸਿਆ ਮੇਰੀ 10 ਵਜੇ ਮੀਟਿੰਗ ਆ, ਮੈਂ ਮੀਟਿੰਗ 'ਤੇ ਜਾਣਾ। ਇੱਕ ਵਾਰ ਮੈਂ ਤੁਹਾਡਾ ਫਿਰ ਧੰਨਵਾਦ ਕਰਦਾ। ਫੇਸਬੁੱਕ ਚਰਚੇ ਦੇ ਉੱਤੇ ਅੱਜ ਤੁਸੀਂ ਟਾਈਮ ਦਿੱਤਾ, ਬਟ ਮੈਂ ਤੁਹਾਨੂੰ ਜਿਹੜੇ 7 ਸਮੁੰਦਰਾਂ ਤੋਂ ਪਾਰ ਬੈਠੇ NRI ਭਰਾ, ਜਿਨ੍ਹਾਂ ਦੇ ਅੰਦਰ ਪੰਜਾਬ ਵਸਦਾ, ਜਿਨ੍ਹਾਂ ਦਾ ਦਿਲ ਦਾ ਟੋਟਾ ਇੱਕ ਪੰਜਾਬ 'ਚ ਰਹਿ ਜਾਂਦਾ, ਇੱਕ ਆਪਣੇ ਨਾਲ ਲੈ ਜਾਂਦੇ ਆ। ਤੁਸੀਂ ਘਬਰਾਓ ਨਾ, ਪੰਜਾਬ ਜਿੰਦਾ ਰਹੂਗਾ ਜਿੰਨਾ ਚਿਰ ਤੱਕ ਤੁਸੀਂ ਨਾਲ ਜੇ, ਜਿੰਨਾ ਚਿਰ ਤੱਕ ਤੁਸੀਂ ਪੰਜਾਬ ਬਾਰੇ ਸੋਚਦੇ ਹੋ ਉਹਨਾਂ ਅਸੀਂ ਇੱਥੇ ਬੈਠੇ ਸੋਚਦੇ ਹਾਂ। ਪੰਜਾਬ ਨੂੰ ਜਿੰਦਾ ਰੱਖਣਾ ਤੁਹਾਡਾ ਸਾਡਾ ਸਭ ਦਾ ਜਿਹੜਾ ਉਹ ਫਰਜ਼ ਹੈ। ਉਹ ਮੈਨੂੰ ਆਸ ਹੈ ਕਿ ਤੁਸੀਂ ਵਿਦੇਸ਼ਾਂ 'ਚ ਬੈਠੇ ਵੀ ਆਪਣੀ ਇਸ ਧਰਤੀ ਨੂੰ ਪਿਆਰ ਕਰਦੇ ਰਹੋਗੇ, ਔਰ ਧਰਤੀ ਦੇ ਉੱਤੇ ਜਿਹੜੇ ਇਸ ਵੇਲੇ ਸਾਡੇ ਭੈਣ ਭਰਾ ਬੈਠੇ ਆ, ਤੁਹਾਡੀਆਂ ਆਸਾਂ 'ਤੇ ਪੂਰੇ ਉਤਰਨਗੇ। ਅਸੀਂ ਜੋ ਤੁਸੀਂ ਸੋਚਦੇ ਹੋ, ਜੋ ਸਾਡੇ ਕੋਲ ਤੁਸੀਂ ਲੈਣਾ ਚਾਹੁੰਦੇ ਹੋ, ਜੋ ਸਾਡੇ ਕੋਲ ਤੁਸੀਂ ਕਰਾਉਣਾ ਚਾਹੁੰਦੇ ਹੋ, ਅਸੀਂ ਉਸੇ ਦਿਸ਼ਾ ਦੇ ਵਿੱਚ ਹਾਂ। ਪੋਲੀਟੀਕਲ ਪਾਰਟੀ ਕੋਈ ਹੋਵੇ, ਕੁਛ ਨਾ ਹੋਵੇ, ਉਹ ਇੱਕ ਸੈਪਰੇਟ ਗੱਲ ਹੈ। ਪਰ ਮੈਂ ਤੁਹਾਨੂੰ ਇਹ ਜੇ ਪੰਜਾਬੀ ਵੀ ਕਹਿੰਦਾ, ਇਹ ਜੇ ਪੰਜਾਬੀ ਮੈਂ ਕਹਿ ਰਿਹਾ, ਆਮ ਆਦਮੀ ਪਾਰਟੀ ਦੇ ਲੀਡਰ ਦੇ ਤੌਰ ਨਹੀਂ ਕਹਿ ਰਿਹਾ, ਮੈਂ ਇਹ ਜੇ ਪੰਜਾਬੀ ਕਹਿੰਦਾ, ਇਹ ਜੇ ਕਿਸਾਨ ਦੇ ਪੁੱਤ ਦੇ ਤੌਰ 'ਤੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਸ ਰੱਖਿਓ ਅਸੀਂ ਪੰਜਾਬ ਨੂੰ ਮਰ ਦੇ ਦਿਆਂਗੇ ਭਾਵੇਂ ਜੋ ਮਰਜ਼ੀ ਹੋ ਜੀ। ਧੰਨਵਾਦ। ਵੈਰੀ ਗੁੱਡ, ਧੰਨਵਾਦ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ। ਤੁਹਾਡਾ ਮੀਟਿੰਗ ਦਾ ਟਾਈਮ ਹੋ ਰਿਹਾ। ਇਹ ਸਨ ਕੁਲਦੀਪ ਸਿੰਘ ਧਾਲੀਵਾਲ ਜੀ, ਜਿਹੜੇ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਨੇ, ਔਰ ਇਹਨਾਂ ਦੇ ਨਾਲ ਕਾਫੀ ਉੱਥੇ ਲੋਕੀ ਜਿਹੜੇ ਆ ਜੁੜ ਰਹੇ ਆ। ਇਹਨਾਂ ਨੇ ਕਾਫੀ ਇਹਨਾਂ ਦੀਆਂ ਪਿਕਚਰਾਂ ਦੇਖੀ ਦੀਆਂ, ਬਹੁਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਆ, ਔਰ ਰੱਬ ਕਿਰਪਾ ਕਰੂਗਾ ਤੁਹਾਡੀ ਮਿਹਨਤ ਨੂੰ ਫਲ ਪਾਊਗਾ ਕਿ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣਾਉਗੀ। ਇਹਦੇ ਨਾਲ ਤੁਹਾਡਾ ਧੰਨਵਾਦ ਕੁਲਦੀਪ ਆ ਜੀ, ਤੁਸੀਂ ਜਾ ਸਕਦੇ ਆ ਹੁਣ। ਧੰਨਵਾਦ ਜੀ, ਧੰਨਵਾਦ ਤੁਹਾਨੂੰ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਸ਼ੇਖੋ ਸਾਹਿਬ ਦੇ ਨਾਲ। ਤੇ ਹਾਂਜੀ ਸ਼ੇਖੋ ਸਾਹਿਬ, ਜਿੱਦਾਂ ਹੁਣ ਆਪਾਂ ਚਲੋ ਟਾਈਮ ਥੋੜਾ ਜਿਹਾ ਹੋ ਗਿਆ, ਪਰ ਫਿਰ ਵੀ ਮੈਂ ਤੁਹਾਨੂੰ ਲਾਸਟ ਕੁਐਸਚਨ ਕਰਨਾ ਚਾਹੁੰਦਾ ਕਿ ਜਿਹੜੀ ਚਲੋ ਆਪਣੇ ਧਾਲੀਵਾਲ ਸਾਹਿਬ ਨੇ ਤਾਂ ਗੱਲ ਕੀਤੀ ਸੀ ਜਿਹੜੀ ਕਿ ਇੱਕ ਸੱਭਿਆਚਾਰ ਦੇ ਉੱਤੇ, ਪੰਜਾਬ ਦੇ ਉੱਤੇ ਇਸ ਅੰਦੋਲਨ ਦਾ ਕੀ ਅਸਰ ਪਊਗਾ? ਪੰਜਾਬ ਤੇ ਅਮਰਜੀਤ ਬਾਈ ਜੀ ਅੰਦੋਲਨ ਦਾ ਕੀ ਅਸਰ ਪਊਗਾ, ਇਹ ਤਾਂ ਸਾਰਾ ਵਰਲਡ ਦੇਖ ਰਿਹਾ ਵੀ ਪੰਜਾਬ ਹਮੇਸ਼ਾ ਵੱਡੇ ਵੱਡੇ ਅੰਦੋਲਨਾਂ ਦੀ ਅਗਵਾਈ ਕੀਤੀ ਆ। ਜਿਹੜਾ ਪੰਜਾਬ ਤੇ ਅਸਰ ਪੈਣਾ, ਜਿੱਥੇ ਤੱਕ ਮੈਂ ਇਹਨੂੰ ਆਪਦੇ ਨਜ਼ਰੀਏ ਨਾਲ ਦੇਖ ਰਿਹਾ, ਕਿਉਂਕਿ ਇਸ ਟਾਈਮ ਪੰਜਾਬ ਦਾ ਕਿਸਾਨ, ਮਜ਼ਦੂਰ, ਆੜਤੀਆ ਭਰਾ, ਬਿਜ਼ਨਸਮੈਨ ਸਾਰੇ ਦੂਜੀਆਂ ਪਾਰਟੀਆਂ ਨੂੰ ਦੇਖ ਚੁੱਕਿਆ, ਕਾਂਗਰਸੀਆਂ, ਅਕਾਲੀਆਂ ਨੂੰ। ਜਿੱਥੇ ਤੱਕ ਮੈਂ ਆਪਦੀ ਨਜ਼ਰ ਨਾਲ ਦੇਖ ਰਿਹਾ ਵੀ ਇਹ ਅੰਦੋਲਨ, ਜੇ ਅੱਜ ਕਿਸਾਨ ਭਰਾ ਆਪਣੇ ਸਿੱਧੂ ਬਾਰਡਰ ਤੇ ਬੈਠੇ ਆ ਤੇ ਮੈਂ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਹਮਦਰਦੀ ਜਿਹੜੀ ਉਹਨਾਂ ਨੇ ਸਟਾਰਟਿੰਗ ਤੋਂ ਕਿਸਾਨ ਭਰਾਵਾਂ ਨਾਲ ਰੱਖੀ ਆ, ਉਹਦੀ ਮੈਂ ਕਦਰ ਕਰਦਾ। ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ, ਸੈਂਟਰ ਦੀ ਮੋਦੀ ਸਰਕਾਰ ਨੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਲੈਟਰ ਲਿਖ ਕੇ ਮੰਗ ਕੀਤੀ ਸੀ ਵੀ ਇੱਥੇ ਜਿਹੜੇ 9 ਗਰਾਊਂਡ ਨੇ ਦਿੱਲੀ ਦੇ ਵਿੱਚ ਉਹ ਦਿੱਤੇ ਜਾਣ। ਅਸੀਂ ਇਹਨਾਂ ਕਿਸਾਨਾਂ ਨੂੰ ਉੱਥੇ ਲਿਜਾ ਕੇ ਇੱਕ ਆਰਜੀ ਜੇਲ੍ਹ ਬਣਾਉਣੀ ਚਾਹੁੰਦੇ ਹਾਂ। ਜਦ ਕਿ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪਤਾ ਸੀਗਾ ਵੀ ਜਦੋਂ ਅਸੀਂ ਅੰਦੋਲਨ ਕੀਤਾ ਸੀਗਾ ਅੰਨੇ ਹਜ਼ਾਰੇ ਮੌਕੇ, ਸਾਨੂੰ ਵੀ ਏਦਾਂ ਹੀ ਗਰਾਊਂਡ ਦੇ ਵਿੱਚ ਇਹਨਾਂ ਨੇ ਇਹ ਆਰਜੀ ਜੇਲ੍ਹ ਵਾਂਗੂ ਰੱਖ ਲਿਆ ਸੀਗਾ। ਜੇ ਉਦੋਂ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਪੰਜਾਬ ਦੇ ਹਾਲਾਤਾਂ ਤੇ ਕੀ ਅਸਰ ਪੈਣਾ ਇਹ ਕਿਸਾਨ ਅੰਦੋਲਨ ਦਾ,
ਕਿਉਂਕਿ ਇਸ ਟਾਈਮ ਜੇ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਦੇਖੋ, ਕਿਤੇ ਵੀ ਬੀਜੇਪੀ ਦਾ ਨਾਂ ਹੀ ਨਹੀਂ ਹੈਗਾ, ਉਹਨੂੰ ਤਾਂ ਬਾਹਰ ਨਿਕਲ ਨਹੀਂ ਦਿੰਦੇ, ਉਹਨਾਂ ਦਾ ਇੱਕ ਤਰ੍ਹਾਂ ਦਾ ਬਾਈਕਾਟ ਹੋ ਚੁੱਕਿਆ। ਤੁਸੀਂ ਜਿਹੜੇ ਦੇਖੋ 25-25 ਸਾਲ ਕਹਿੰਦੇ ਸੀਗੇ, ਉਹ ਇੱਕ ਪਤੀ ਪਤਨੀ ਦੀ ਪਾਰਟੀ ਬਣ ਕੇ ਰਹਿ ਗਈ। ਕਿਉਂਕਿ ਉਹ ਵੀ ਤੁਸੀਂ ਦੇਖੋ ਗੱਲ ਤੇ ਗੁਰੂ ਘਰ ਦੇ ਵਿੱਚ ਜਾ ਕੇ ਸੰਬੋਧਨ ਕਰਕੇ ਕਹਿੰਦੀ ਆ, ਗੁਰੂ ਘਰ ਦੀ ਹਾਜ਼ਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਹਿੰਦੀ ਆ, ਜੇ ਮੈਂ ਕੋਈ ਦਸਤਖਤ ਕੀਤੇ ਹੋਣ ਤਾਂ ਕੋਈ ਮੈਨੂੰ ਦਿਖਾ ਦੇਵੇ, ਮੈਂ ਮਤਲਬ ਰਾਜਨੀਤੀ ਛੱਡ ਦੂੰਗੀ। ਤੁਸੀਂ ਇਹ ਦੱਸੋ ਵੀ ਤੁਸੀਂ ਮੈਡਮ ਨੂੰ ਪੁੱਛਣ ਵਾਲਾ ਹੋਵੇ ਹਰਸਿਮਰਤ ਬਾਦਲ ਨੂੰ, ਵੀ ਜਦੋਂ ਲੋਕ ਸਭਾ ਦੇ ਵਿੱਚ ਇਹ ਲੈ ਕੇ ਆਏ ਨੇ, ਉਦੋਂ ਪਹਿਲਾਂ ਤੁਹਾਨੂੰ ਵੀ ਪਤਾ ਖਾਡਾ ਤਿਆਰ ਹੋਇਆ ਸੀ, ਤੁਸੀਂ ਤਾਂ ਕਿਸਾਨੀ ਦੇ ਨਾਲ ਰਿਲੇਟਡ ਸੀਗੇ, ਜੇ ਦੇਖਿਆ ਤੁਹਾਡਾ ਉਹਦਾ ਜਿਹੜਾ ਸੀਗਾ ਤੁਸੀਂ ਉਹਦੇ ਮੁਤਾਬਕ ਸੀਗੇ। ਉਦੋਂ ਬਾਅਦ ਜਿਹੜੀਆਂ ਇਹ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਹੋਇਆ, ਸੁਖਵੀਰ ਹੋਇਆ, ਕਿੰਨੇ ਗੁਣਗਾਨ ਕਰਨ ਲੱਗੇ ਸੀ, ਆਪ ਕਿੰਨੇ ਗੁਣਗਾਨ ਕਰਦੀ ਸੀ। ਤੁਸੀਂ ਮੇਰਾ ਕਹਿਣ ਦਾ ਭਾਵ ਵੀ ਜਿਹੜੀ ਹੁਣ ਪੰਜਾਬ ਦੀ ਰਾਜਨੀਤੀ ਤੇ ਅਸਰ ਪੈਣਾ 2022 ਬਹੁਤ ਨੇੜੇ ਆ ਹਰ ਇੱਕ, ਕਿਉਂਕਿ ਅਸੀਂ ਵੀ ਪਿੰਡਾਂ 'ਚ ਜਾਂਦੇ ਹਾਂ, ਲੋਕਾਂ ਨਾਲ ਚਰਚਾ ਹੁੰਦੀ ਆ, ਕਾਰੋਬਾਰ 'ਚ ਜਾਂਦੇ ਹਾਂ, ਉੱਥੋਂ ਇੱਕੋ ਲੋਕਾਂ ਦੀ ਸੋਚ ਆ ਵੀ ਇਸ ਵਾਰ ਆਮ ਆਦਮੀ ਪਾਰਟੀ ਨੂੰ ਅਸੀਂ ਪੰਜਾਬ 'ਚ ਦੇਖਣਾ ਚਾਹੁੰਦੇ ਹਾਂ। ਤੇ ਹੋਰ ਮੈਂ ਉਦੋਂ ਅੱਗੇ ਵੀ ਕਹਿਣਾ ਚਾਹੁੰਦਾ ਵੀ 2024 ਜਿਹੜੀਆਂ ਆ ਰਹੀਆਂ ਨੇ ਲੋਕ ਸਭਾ ਦੀਆਂ, ਉਹਦੇ ਵਿੱਚ ਜਿਹੜਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਰੋਲ ਅਦਾ ਕੀਤਾ ਕਿਸਾਨਾਂ ਦੇ ਲਈ, ਇਕੱਲੇ ਪੰਜਾਬ 'ਚ ਨਹੀਂ ਪੂਰੇ ਭਾਰਤ ਲਈ, ਉਹ ਕੇਜਰੀਵਾਲ ਸਾਹਿਬ ਨੂੰ PM ਪ੍ਰਾਈਮ ਮਿਨਿਸਟਰ ਦਾ ਚਿਹਰਾ ਦੇਖਣਾ ਚਾਹੁੰਦੇ ਆ। ਅਸੀਂ ਵੀ ਉਮੀਦ ਕਰਦੇ ਹਾਂ, ਕਿਉਂਕਿ ਜੇ ਅੱਜ ਅਸੀਂ ਆਮ ਘਰਾਂ 'ਚ ਉੱਠ ਕੇ ਇੱਕ ਕੰਮਕਾਰ ਕਰਨ ਵਾਲੇ ਬੰਦੇ ਅੱਜ ਆ ਕੇ ਇੱਥੇ ਫੇਸਬੁੱਕ ਚਰਚਾ 'ਚ ਬੈਠ ਸਕਦੇ ਆ, ਤਾਂ ਇਹ ਬਹੁਤ ਵੱਡਾ ਇਨਕਲਾਬ ਆ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਇਹ ਲੜਾਈ ਹਮੇਸ਼ਾ ਜ਼ਬਰ ਜ਼ੁਲਮ ਦੇ ਵਿਰੁੱਧ ਚੱਲਦੀ ਰਹੂਗੀ। ਜਿੱਥੇ ਵੀ ਧੱਕੇਸ਼ਾਹੀ ਹੁੰਦੀ ਆ, ਤੁਹਾਨੂੰ ਪਤਾ ਪੰਜਾਬੀ ਉੱਥੇ ਬੈਠੇ ਹੁੰਦੇ ਆ। ਥੋੜ੍ਹੀ ਜਿਹੀ ਗੱਲ ਮੈਂ ਇਹਦੇ ਵਿੱਚ ਐਡ ਕਰਨੀ ਚਾਹੁੰਦਾ, ਜਦੋਂ ਮੈਂ ਕਾਰੋਬਾਰੀ ਦੇ ਵਿੱਚ ਦਿੱਲੀ ਜਾਂਦਾ ਹੁੰਦਾ ਰਹਿਣਾ, ਮੇਰੇ ਇੱਕ ਥੋੜ੍ਹੀ ਬਚਪਨ ਦੀ ਗੱਲ ਯਾਦ ਆ। ਮੈਂ ਘੱਟ ਉਮਰ ਦੇ ਵਿੱਚ ਕਾਰੋਬਾਰ 'ਚ ਪੈ ਗਿਆ ਸੀਗਾ ਵੀ ਦਿੱਲੀੋਂ ਵੀਡੀਓ ਕੋਚ ਬੱਸ ਚੱਲਦੀ ਹੁੰਦੀ ਸੀਗੀ। ਮੈਂ ਉਹ 'ਚ ਜਦੋਂ ਬੈਠਿਆ ਨਾ, ਇੱਕ ਕਲੀਨ ਸੇਵ ਸੀਗਾ, ਉਹਦੇ ਨਾਲ ਮੇਰੀ ਕੁ ਉਮਰ ਦੀ ਉਹਦੀ ਬੇਟੀ ਸੀਗੀ, ਤੇ ਉਹ ਬੱਸ ਦੇ ਵਿੱਚ ਜਦੋਂ ਚੜ੍ਹੇ, ਉਹ ਬੇਟੀ ਨੇ ਲੁਧਿਆਣੇ ਆਉਣਾ ਸੀਗਾ। ਮੇਰੇ ਚੰਗੀ ਤਰ੍ਹਾਂ ਲੜ ਬੰਨੀ ਹੋਈ ਗੱਲ ਆ ਵੀ ਸਿੱਖ ਸਰਦਾਰ ਕੀ ਚੀਜ਼ ਹੁੰਦੇ ਆ। ਤੇ ਉਹ ਜਿਹੜੇ ਡਰਾਈਵਰ ਸੀਗੇ ਉਹ ਕਹਿੰਦੇ ਵੀ ਤੁਸੀਂ ਮੂਹਰੇ ਜਿਹੜਾ ਕੈਬਨ ਜਿਹਾ ਹੁੰਦਾ ਵੀ ਉੱਥੇ ਆ ਜਾਓ, ਪਰ ਉਹਨਾਂ ਨੇ ਮੇਰੀ ਸੀਟ ਖਾਲੀ ਬੈਠੀ ਹੈਗੀ ਸੀਗੀ, ਤੇ ਉਹਨਾਂ ਨੇ ਕਿਹਾ, ਕਹਿੰਦੇ ਸਰਦਾਰ ਜੀ ਕਿੱਥੇ ਜਾ ਰਹੇ ਹੋ ਬੇਟੇ ਤੁਸੀਂ? ਮੈਂ ਕਿਹਾ ਜੀ ਮੈਂ ਲੁਧਿਆਣੇ ਜਾਣਾ। ਉਹ ਕਹਿੰਦੇ ਵੀ ਮੇਰੀ ਬੇਟੀ ਨੇ ਜਾਣਾ। ਤੁਸੀਂ ਇਹ ਦੇਖੋ ਵੀ ਇੱਜ਼ਤ ਕਿੱਡੀ ਵੱਡੀ ਚੀਜ਼ ਆ। ਉਹ ਇੱਜ਼ਤ ਨੂੰ ਆਪਾਂ ਨੂੰ ਬਰਕਰਾਰ ਰੱਖਣਾ ਚਾਹੀਦਾ। ਜਿੱਥੇ ਸਰਦਾਰ ਖੜਾ ਹੁੰਦਾ ਨਾ, ਉੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ, ਉਹ ਭਾਵੇਂ ਦੀ ਕਿਸੇ ਵੀ ਧਰਮ ਦੀਆਂ ਨੇ, ਉਹ ਆਪਦੇ ਆਪ ਨੂੰ ਸੇਫ ਸਮਝਦੀਆਂ ਨੇ, ਮਜ਼ਬੂਤੀ ਸਮਝਦੀਆਂ ਨੇ। ਉਹ ਮਾਈ ਭਾਗੋ ਦੇ ਵੰਸ਼ ਦੇ ਵਿੱਚੋਂ ਨੇ, ਜਿਹੜੀਆਂ ਮਾਤਾਵਾਂ ਆਪਣੀਆਂ ਸਿੰਘੂ ਬਾਰਡਰ ਤੇ ਬੈਠੀਆਂ ਨੇ, ਕਿੰਨੀਆਂ ਉਮਰ ਦੀਆਂ ਮਾਤਾਵਾਂ ਨੇ। ਇਹ ਉਹ ਕੌਮ ਆ ਬਾਈ ਜੀ, ਇਹ ਉਹ ਕੌਮ ਆ ਜਿਨ੍ਹਾਂ ਨੇ ਆਪਦੇ ਗਲਾਂ ਦੇ ਵਿੱਚ ਛੋਟੇ ਬੱਚਿਆਂ ਦੇ ਗਲਾਂ ਦੇ ਹਾਰ ਟੁਕੜੇ ਕਰਾ ਕੇ ਪਵਾ ਲਏ। ਇਹ ਉਦੋਂ ਨਹੀਂ ਡੋਲੇ ਹੈਗੇ, ਹੁਣ ਕੀ ਡੋਲ ਜਾਣਗੇ? ਇਸ ਕਰਕੇ ਆਪਾਂ ਨੂੰ ਜਿੰਨਾ ਵੀ ਆਪਣੇ ਸਾਰੇ ਹੀ ਪੰਜਾਬ ਦੇ ਵੀਰ ਸੁਣ ਰਹੇ ਨੇ, ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿੰਨੇ ਵੀ ਆਮ ਆਦਮੀ ਪਾਰਟੀ ਕਰਨੀ, ਉਹ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵੀ ਭਰਾਵੋ, ਇੱਕ ਵਾਰ ਤੁਸੀਂ ਜ਼ਰੂਰ ਮੌਕਾ ਦੇ ਕੇ ਦੇਖੋ। ਫੇਰ ਦੇਖੋ ਪੰਜਾਬ ਦਾ ਇਤਿਹਾਸ ਗੋਲਡਨ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਵੀ ਇੱਕ ਸਰਕਾਰ ਆਈ ਵੀ ਜਿਹਨੇ ਆਹ ਕੁਛ ਕੀਤਾ। ਕਿ ਨਵੀਂ ਸੇਧ ਆ। ਜਿਹੜੇ ਕਹਿੰਦੇ ਹੁੰਦੇ ਸੀ ਟੋਪੀ ਵਾਲਾ ਹਰਿਆਵਣੀ, ਅੱਜ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਰਿਆਵਣੀ ਨੇ ਕੀ ਕੁਛ ਕਰਤਾ। ਜੀ ਬਾਈ ਜੀ। ਰਾਈਟ ਜੀ ਬਾਈ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਟਾਈਮ ਵੀ ਹੁਣ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਜ਼ਿਆਦਾ ਓਵਰ ਹੋ ਗਿਆ ਟਾਈਮ। ਤੇ ਬਾਕੀ ਤੁਹਾਡੀ ਗੱਲ ਸਹੀ ਆ। ਦੇਖੋ, ਇੱਕ ਤਾਂ ਹੁੰਦਾ ਨਾ ਵੀ ਕੁਛ ਕੰਮ ਨਹੀਂ ਕੀਤੇ ਹੋਣ, ਜੇ ਕਿਸੇ ਬੰਦੇ ਦੇ ਕੰਮ ਕੀਤੇ ਆ ਉਹਦੇ ਗੁਣ ਗਾਣੇ ਚਾਹੀਦੇ ਆ, ਉਹਨੂੰ ਚਾਂਸ ਦੇਣਾ ਚਾਹੀਦਾ। ਇੱਕ ਵਾਰੀ ਚਾਂਸ ਦੇ ਕੇ ਦੇਖੋ। 77 ਸਾਲ ਆਪਾਂ ਉਹਨਾਂ ਲੋਕਾਂ ਨੂੰ ਚਾਂਸ ਦੇ ਕੇ ਦੇਖ ਲਿਆ ਜਿਹਨਾਂ ਸਿਰਫ ਗੱਲਾਂ ਦੇ ਹੀ ਗਵਾਰੇ ਬਣਾਏ ਆ ਜਾਂ ਉਹਨਾਂ ਦੇ ਗੱਫੇ ਖਿਲਾਏ ਆ। ਆਪਾਂ ਨੂੰ ਉਸ ਬੰਦੇ ਨੂੰ ਵੀ ਇੱਕ ਵਾਰੀ ਚਾਂਸ ਦੇ ਕੇ ਦੇਖਣਾ ਚਾਹੀਦਾ ਜਿਹੜਾ ਵਾਕਈ ਜਿਹਨੇ ਕੰਮ ਕਰਕੇ ਦਿਖਾਇਆ, ਜਿਹਨੇ ਉਸ ਕੰਟਰੀ ਦੇ ਵਿੱਚ ਕੰਮ ਕਰਕੇ ਦਿਖਾਇਆ ਜਿੱਥੇ 70 ਸਾਲ ਤੋਂ ਕੋਈ ਕੰਮ ਨਹੀਂ ਹੋਇਆ, ਔਰ ਇੰਨਾ ਵਧੀਆ ਕੰਮ ਕਰਕੇ ਦਿਖਾਇਆ ਕਿ ਇੱਕ ਜਿਹੜੇ ਬਹੁਤ ਸੁਲਝੇ ਹੋਏ, ਜਿਹੜੇ ਕਿ 20 25 ਸਾਲ ਤੋਂ ਬੈਠੇ, ਉਹ ਵੀ ਨਹੀਂ ਉੱਦਾਂ ਦਾ ਕੰਮ ਨਹੀਂ ਕਰ ਸਕੇ ਜਿਨ੍ਹਾਂ ਤੋਂ ਅਸੀਂ ਆਸ ਰੱਖ ਸਕਦੇ ਸੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੇਖੋ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਅੱਜ ਔਰ ਆਪਣਾ ਟਾਈਮ ਕੱਢਿਆ। ਤੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਕਹੂੰਗਾ ਵੀ ਸਾਡੇ ਨਾਲ ਥੋੜ੍ਹਾ ਕਨੈਕਟ ਰਹੋ, ਬਾਅਦ ਚੋਂ ਵੀ ਆਫ ਤੇ ਵੀ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਅਸੀਂ। ਤੇ ਸਾਰੇ ਦਰਸ਼ਕਾਂ ਦਾ, ਜਿਹੜੇ ਵੀਰ ਸਾਡੇ ਨਾਲ ਜੁੜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਸ਼ੇਅਰ ਕੀਤਾ। ਸਾਡਾ YouTube ਚੈਨਲ ਵੀ ਆ ਜਿਹੜਾ, ਉਹਦੇ ਤੇ ਵੀ ਤੁਸੀਂ ਜਾ ਕੇ ਇਹ ਸਾਰੀਆਂ ਵੀਡੀਓ ਦੇਖ ਸਕਦੇ ਆ।
YouTube ਚੈਨਲ ਦਾ ਨਾਮ ਹੈ ਫੇਸਬੁੱਕ ਚਰਚਾ। ਅਸੀਂ ਉੱਥੇ ਵੀਡੀਓ ਡਾਊਨਲੋਡ ਕਰ ਦਿੰਦੇ ਹਾਂ, ਤੁਸੀਂ ਜਾ ਕੇ ਉੱਥੇ ਵੀਡੀਓ ਸਾਰੀਆਂ ਦੇਖ ਸਕਦੇ ਆ। ਸਾਰੇ ਵੀਰਾਂ ਦਾ, ਭੈਣਾਂ ਦਾ, ਬਜ਼ੁਰਗਾਂ ਦਾ ਸਾਨੂੰ ਜੋ ਦੇਖਿਆ, ਸ਼ੇਅਰ ਕੀਤਾ, ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਮਰ, ਥੈਂਕ ਯੂ। ਇੱਕ ਮਿੰਟ ਜਾਣ ਤੋਂ ਪਹਿਲਾਂ ਨਾ ਮੈਂ ਇੱਕ ਵੀਡੀਓ ਦਿਖਾਉਣੀ ਚਾਹੁੰਦਾ, ਕਿਉਂਕਿ ਆਪਣਾ ਪ੍ਰੋਗਰਾਮ ਵੀ ਅੱਜ ਇਹੀ ਸੀਗਾ ਵੀ ਆਮ ਆਦਮੀ ਪਾਰਟੀ ਤੇ ਕਿਸਾਨ ਅੰਦੋਲਨ ਹੈ ਨਾ, ਉਹਦੇ ਬਾਰੇ ਛੋਟੀ ਜਿਹੀ ਵੀਡੀਓ ਆ 2 ਮਿੰਟ ਦੀ, ਔਰ ਆਪਾਂ ਫਿਰ ਬਾਅਦ ਨਾਲ ਹੀ ਕੰਮ ਕਰ ਦਿੰਦੇ ਹਾਂ। ਭਾਜੀ ਪਰਮਿਸ਼ਨ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਔਰ ਅਸੀਂ ਪੰਜਾਬ ਤੋਂ ਆਏ ਹਾਂ, ਕਿਸਾਨੀ ਸੰਘਰਸ਼ ਦੇ ਵਿੱਚ ਲੱਗੇ ਹੋਏ ਆ। 26 ਤਰੀਕ ਦੇ ਇੱਥੇ ਆਏ ਹੋਏ ਆ। ਔਰ ਜੋ ਇੱਥੇ ਲੰਗਰ ਦਾ ਪ੍ਰਬੰਧ ਹੈ ਜਾਂ ਫਲਸ਼ਾਂ ਦਾ, ਬਾਥਰੂਮਾਂ ਦਾ ਪ੍ਰਬੰਧ ਹੈ, ਉਹ ਸਾਡੇ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਆ, ਬਹੁਤ ਵਧੀਆ ਸਾਡਾ ਦੇਖ ਰੇਖ ਕਰ ਰਹੇ ਆ। ਪਾਣੀ ਦੇ ਪ੍ਰਬੰਧ ਲਈ, बाथरूम ਲਈ ਔਰ लंगर के लिए ਅਸੀਂ ਉਹਨਾਂ ਦਾ ਧੰਨਵਾਦ ਕਰਦੇ हैं। केजरीवाल और दिल्ली गवर्नमेंट का बहुत धन्यवाद करते हैं। उनकी आश्रय से, कृपा से यहाँ पर हमारे जो पंजाब से भाई हरियाणा से आए हुए हैं, उनको अच्छा लंगर मिल रहा है। अरविंद केजरीवाल जी का ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਬਹੁਤ ਜ਼ਬਰਦਸਤ ਸਟੈਂਡ ਲਿਆ ਜੀ, ਔਰ ਕਿਸਾਨਾਂ ਦੇ ਹੱਕ ਦੇ ਵਿੱਚ ਲੰਗਰ ਨੂੰ ਸਟੈਂਡ ਲਿਆ। ਅਸੀਂ ਉਹਨਾਂ ਦਾ ਬਹੁਤ ਥੈਂਕਫੁਲ ਕਰਦੇ ਹਾਂ। ਉਹਨਾਂ ਦੀ ਇਸੇ ਵਜ੍ਹਾ ਸਟੈਂਡ ਦੀ ਵਜ੍ਹਾ ਕਰਕੇ ਹੀ ਸਾਡੇ ਕਿਸਾਨ ਜਿਹੜੇ ਸੰਘਰਸ਼ ਕਾਮਯਾਬ ਹੋ ਰਹੇ ਨੇ। ਅਦਰਵਾਈਜ਼ ਜੋ ਸੈਂਟਰ ਗਵਰਨਮੈਂਟ ਦੀ ਪਲਾਨ ਸੀ कि किसानों जिला थोड़ी सक्सेसफुल। पानी की पूरी व्यवस्था है, नहाने की कोई दिक्कत नहीं है। गर्म पानी मिल रहा है आपको, गर्म पानी नहाने के लिए सुविधा बिल्कुल मिल जाएगी। और जो मोबाइल वगैरह चार्जिंग पॉइंट एक अलग टेंट में लगा रखे हैं जी। अच्छा, दिल्ली वाले ने साडा दिल जित लिया। दिल्ली वाले ने बिल्कुल रेडी आ, हर तरह की सुविधा सानू इत्थे मिलदी है, रहन सहन की, खान पीन की, किसी तरह की कोई मुश्किल नहीं है। नहाने वास्ते गर्म पानी है, सोने वास्ते कंबल है, गद्दे लगे हुए हैं। रहने का बहुत अच्छे गद्दे दे रखे हैं, कंबल गर्म है हमारे पास। अच्छा, मतलब कि हमारा पूरा ख्याल रखा जा रहा है। तो इसमें ऐसा कभी नहीं हुआ कि ऐसा आंदोलन चला और वहाँ की जो सरकार है उनकी फैसिलिटी के लिए इतना उन्होंने इंतजाम किया हो। खान पीन वास्ते सवेर तो लैके शाम तक लंगर चलता है, हर एक तरीके ਨਾਲ ਸਾਡੀ ਟੇਕਰੀ ਕੀਤੀ ਹੈ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਨੂੰ ਇਸ ਗੱਲ ਦਾ ਮਹਿਸੂਸ ਹੁੰਦਾ ਕਿ ਜਿਹੜੇ ਇੱਥੋਂ ਦੇ ਲੋਕਲ ਵਿਧਾਇਕ ਨੇ, ਐਮਐਲਏ ਐਜ਼ ਅ ਵਲੰਟੀਅਰ ਕੰਮ ਕਰ ਰਹੇ, ਦੇਖ ਕੇ ਮਨ 'ਚ ਬੜਾ ਜਜ਼ਬਾ ਪੈਦਾ ਹੁੰਦਾ ਕਿ ਯਾਰ ਨੇਤਾ ਹੋਣ ਤਾਂ ਇਸ ਤਰ੍ਹਾਂ ਨਹੀਂ। और हम एक ही बात कहेंगे, अगर मोदी से कोई टक्कर ले सकता है तो वो है केजरीवाल।